ਸਤਿ ਸ਼੍ਰੀ ਅਕਾਲ ਸਟੂਡੈਂਟਸ। ਪੰਜਾਬ ਕੋਆਪਰੇਟਿਵ ਬੈਂਕ ਐਗਜ਼ਾਮ ਦੀ ਬੈਂਕਿੰਗ ਸੀਰੀਜ਼ ਦੇ ਵਿੱਚ ਜਿਹੜਾ ਅੱਜ ਦਾ ਟੌਪਿਕ ਹੈ ਉਹ ਮਨੀ ਸਪਲਾਈ ਨਾਲ ਰਿਲੇਟਡ ਹੈ ਤੇ ਇਹਦੇ ਨਾਲ ਹੀ ਅਸੀਂ ਮੋਨੀਟਰੀ ਪੋਲਿਸੀ ਵੀ ਕਰਾਂਗੇ ਤੇ ਮੋਨੀਟਰੀ ਪੋਲਿਸੀ ਕਮੇਟੀ ਦੇ ਬਾਰੇ ਵੀ ਪੜਾਂਗੇ। ਸੋ ਟਾਈਪਸ ਆਫ ਬੈਂਕਿੰਗ ਕਰਨ ਤੋਂ ਪਹਿਲਾਂ ਇਹ ਟੌਪਿਕ ਮੈਂ ਇਸ ਲਈ ਲੈ ਕੇ ਆਈ ਹਾਂ ਬਿਕੋਜ਼ ਇਹਦੇ ਵਿੱਚ ਜਿਹੜੀ ਟਰਮੀਨੋਲੋਜੀ ਯੂਜ਼ ਹੋਣੀ ਹੈ ਉਸ ਥਰੂ ਆਊਟ ਤੁਹਾਡੀ ਸਾਰੀ ਬੈਂਕਿੰਗ ਦੇ ਵਿੱਚ ਯੂਜ਼ ਹੋਣੀ ਆ। ਸੋ ਇਸ ਲਈ ਇੱਕ ਕਾਫੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ, ਇਹਨੂੰ ਪਲੀਜ਼ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਹੜੇ ਮੈਂ ਅੰਡਰਲਾਈਨ ਕਰਾਂਗੀ ਉਹੀ ਚੀਜ਼ਾਂ ਤੁਸੀਂ ਨੋਟ ਡਾਊਨ ਕਰਨੀਆਂ ਨੇ, ਐਕਸਟਰਾ ਕੁਛ ਵੀ ਨੋਟ ਡਾਊਨ ਨਹੀਂ ਕਰਨਾ ਬਿਕੋਜ਼ ਤੁਹਾਡਾ ਜਿਹੜਾ ਪੇਪਰ ਆਉਣਾ ਵਨ ਲਾਈਨਰ ਆਉਣਾ ਹੈ, ਰਾਈਟ। ਚਲੋ ਸਟਾਰਟ ਕਰਦੇ ਹਾਂ। ਔਰ ਪਲੀਜ਼ ਅਗਰ ਨਵੇਂ ਬੱਚੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੀਡੀਓਜ਼ ਤੋਂ ਬੈਨੀਫਿਟ ਹੋਏਗਾ ਤੇ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਤੇ ਨਾਲ ਅਗਰ ਚੈਨਲ ਨੂੰ ਸਪੋਰਟ ਕਰ ਸਕਦੇ ਹੋ ਤਾਂ ਜੁਆਇਨ ਕਰਕੇ ਸਪੋਰਟ ਵੀ ਜ਼ਰੂਰ ਸ਼ੋ ਕਰੋ। ਤੇ ਲੈਟਸ ਸਟਾਰਟ। ਸੋ ਸਭ ਤੋਂ ਪਹਿਲਾਂ ਕੀ ਹੈ ਮਨੀ। ਮਨੀ ਕੀ ਹੈ? ਮਨੀ ਇੱਕ ਮੀਡੀਅਮ ਆਫ ਐਕਸਚੇਂਜ ਹੈ ਜਿਹੜਾ ਅਗਲਾ ਬੰਦਾ ਜਦੋਂ ਤੋਂ ਅਸੀਂ ਕੋਈ ਵੀ ਚੀਜ਼ ਲੈਂਦੇ ਹਾਂ, ਕੋਈ ਬੈਨੀਫਿਟ ਲੈਂਦੇ ਹਾਂ, ਕੋਈ ਗੁੱਡਸ ਲੈਂਦੇ ਹਾਂ, ਕੋਈ ਸਰਵਿਸਿਜ਼ ਅਵੇਲ ਕਰਦੇ ਹਾਂ, ਸੋ ਉਹ ਅਸੈਪਟ ਕਰਦਾ ਹੈ ਸਾਡੇ ਤੋਂ ਇਨ ਦ ਫਾਰਮ ਆਫ ਪੇਮੈਂਟ। ਔਰ ਦੂਸਰੀ ਗੱਲ, ਇਹਦਾ ਸਭ ਤੋਂ ਵੱਡਾ ਮੇਨ ਕਰੈਕਟਰਿਸਟਿਕ ਫੀਚਰ ਕੀ ਹੈ ਕਿ ਇਹਦੀ ਸਟੋਰ ਵੈਲਿਊ ਹੁੰਦੀ ਹੈ। ਸਟੋਰ ਵੈਲਿਊ ਮਤਲਬ ਕਿ ਅਸੀਂ ਇਹਨੂੰ ਫਿਊਚਰ 'ਚ ਵੀ ਯੂਜ਼ ਕਰ ਸਕਦੇ ਹਾਂ। ਸੋ ਇਨ ਸ਼ਾਰਟ ਇੱਕ ਮਨੀ ਦੇ 3 ਇੰਗਰੀਡੀਐਂਟਸ ਹੁੰਦੇ ਨੇ। ਸਭ ਤੋਂ ਪਹਿਲਾਂ ਕਿ ਇੱਕ ਮੀਡੀਅਮ ਆਫ ਐਕਸਚੇਂਜ ਹੈ, ਦੂਸਰਾ ਇਟ ਇਜ਼ ਅ ਯੂਨਿਟ ਆਫ ਅਕਾਊਂਟ ਤੇ ਤੀਸਰਾ ਇਟ ਹੈਜ਼ ਅ ਸਟੋਰ ਆਫ ਅ ਵੈਲਿਊ। ਠੀਕ ਆ। ਦੈਨ ਉਸ ਤੋਂ ਬਾਅਦ ਹੈਗਾ ਐਵੋਲੂਸ਼ਨ ਆਫ ਮਨੀ, ਮਤਲਬ ਕਿ ਕਿਸ ਤਰ੍ਹਾਂ ਮਨੀ ਜਿਹੜੀ ਹੈ ਇਵੋਲਵ ਹੋਈ। ਇਹਦੇ ਵਿੱਚ ਬਸ ਇੰਨਾ ਤੁਸੀਂ ਯਾਦ ਰੱਖਣਾ ਕਿ ਪਹਿਲਾਂ ਬਾਰਟਰ ਸਿਸਟਮ ਹੁੰਦਾ ਸੀ। ਬਾਰਟਰ ਸਿਸਟਮ ਕੀ ਹੁੰਦਾ ਸੀਗਾ ਕਿ ਉਦੋਂ ਪੈਸਾ ਤਾਂ ਹੁੰਦਾ ਨਹੀਂ ਸੀਗਾ ਅਤੇ ਬਦਲੇ ਦੇ ਵਿੱਚ ਜਿਵੇਂ ਦਾਣੇ ਦੇ ਦਿੰਦੇ ਸੀਗੇ ਲੋਕੀ, ਠੀਕ ਹੈ, ਕਣਕ ਦੇ ਦਿੰਦੇ ਸੀ, ਚਾਵਲ ਦੇ ਦਿੰਦੇ ਸੀ ਔਰ ਉਹਦੇ ਤੋਂ ਮਤਲਬ ਜਿਹਦੇ ਤੋਂ ਕੋਈ ਸਮਾਨ ਖਰੀਦਣਾ ਉਹ ਤੋਂ ਖਰੀਦ ਲੈਂਦੇ ਸੀ। ਸੋ ਐਕਸਚੇਂਜ ਸਿਸਟਮ ਚੱਲਦਾ ਸੀਗਾ। ਦੈਨ ਉਸ ਤੋਂ ਬਾਅਦ ਐਕਸਚੇਂਜ ਸਿਸਟਮ ਤੋਂ ਬਾਅਦ ਜਾਂ ਬਾਰਟਰ ਸਿਸਟਮ ਤੋਂ ਬਾਅਦ ਹੌਲੀ ਹੌਲੀ ਕੀ ਹੈ ਇੱਕ ਮਤਲਬ ਇੱਕ ਜਿਵੇਂ ਕੌਡੀਆਂ ਡਿਵੈਲਪ ਹੋਈਆਂ, ਠੀਕ ਹੈ, ਕੌਡੀਆਂ ਹੁੰਦੀਆਂ ਸੀਗੀਆਂ ਉਹ ਦਿੰਦੇ ਸੀਗੇ ਅਤੇ ਬਦਲੇ ਦੇ ਵਿੱਚ ਗੁੱਡਸ ਲੈਂਦੇ ਸੀ। ਫਿਰ ਚਾਈਨਾ ਦੇ ਵਿੱਚ ਫਸਟ ਟਾਈਮ ਜਿਹੜੇ ਆ ਕਰੰਸੀ ਨੋਟਸ ਡਿਵੈਲਪ ਹੋਏ। ਦੈਨ ਉਸ ਤੋਂ ਬਾਅਦ ਫਿਰ ਗੋਲਡ ਕੋਇਨਸ, ਸਿਲਵਰ ਕੋਇਨਸ ਇਸ ਤਰ੍ਹਾਂ ਚੱਲੇ ਅਤੇ ਹੌਲੀ ਹੌਲੀ ਮਤਲਬ ਇਹਨੂੰ ਕੀ ਹੈ ਗਵਰਨਮੈਂਟ ਨੇ ਆਥੋਰਾਈਜ਼ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਗਵਰਨਮੈਂਟ ਦੀ ਅਥੋਰਿਟੀ ਮਿਲ ਗਈ ਅਤੇ ਫਿਰ ਆਪਾਂ ਇਹਨੂੰ ਫੀਅਟ ਮਨੀ ਬੋਲਣ ਲੱਗ ਗਏ। ਹੁਣ ਗੱਲ ਕਰਦੇ ਹਾਂ ਫਾਰਮਸ ਆਫ ਮਨੀ। ਸੋ ਸਭ ਤੋਂ ਪਹਿਲਾਂ ਫੀਅਟ ਮਨੀ। ਫੀਅਟ ਮਨੀ ਕੀ ਹੁੰਦੇ ਆ? ਨੋਟਸ ਤੇ ਕੋਇਨਸ ਵਿਚ ਹੈਵ ਦੀ ਅਥੋਰਿਟੀ ਆਫ ਗਵਰਨਮੈਂਟ, ਜਾਂ ਆਪਾਂ ਕਹਿ ਲੈਂਦੇ ਕਿ ਜਿਹਨੂੰ ਗਵਰਨਮੈਂਟ ਆਥੋਰਾਈਜ਼ ਕਰਦੀ ਹੈ ਵੀ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਸੋ ਕ੍ਰੈਡਿਟ ਮਨੀ ਔਰ ਫੀਅਟ ਮਨੀ ਲਗਭਗ ਸੇਮ ਹੈ। 4th ਨੰਬਰ 'ਤੇ ਜਿਹੜਾ ਲਿਖਿਆ ਕਿ ਜਿਹਦੀ ਓਨਲੀ ਸਿੰਬੋਲਿਕ ਵੈਲਿਊ ਹੁੰਦੀ ਹੈ। ਇਹਨੂੰ ਆਪਾਂ ਉਦੋਂ ਕੰਪੇਅਰ ਕਰਦੇ ਹਾਂ ਫੁੱਲ ਬੋਡੀਡ ਮਨੀ ਦੇ ਨਾਲ। ਜਦੋਂ ਆਪਾਂ ਕੰਪੇਅਰ ਕਰਾਂਗੇ ਇਹਨੂੰ ਤਾਂ ਫਿਰ ਆਪਾਂ ਇਹਨੂੰ ਕ੍ਰੈਡਿਟ ਮਨੀ ਬੋਲਾਂਗੇ, ਉਹ ਵੀ ਕੋਈ ਨਹੀਂ ਕਰਦੇ ਹਾਂ। ਸੋ ਫੀਅਟ ਮਨੀ ਤੁਸੀਂ ਯਾਦ ਰੱਖਣਾ ਹੈ ਕਿ ਜਿਹੜੇ ਨੋਟਸ ਐਂਡ ਕੋਇਨਸ ਵਿਚ ਆਰ ਆਥੋਰਾਈਜ਼ਡ ਬਾਈ ਦੀ ਗਵਰਨਮੈਂਟ। ਦੈਨ ਸੈਕਿੰਡ ਨੰਬਰ 'ਤੇ ਹੈਗਾ ਫਿਡੂਸ਼ਰੀ ਮਨੀ। ਫਿਡੂਸ਼ਰੀ ਮਨੀ ਹੁੰਦੀ ਹੈ ਮਨੀ ਵਿਦ ਬੈਕਅਪ ਆਫ ਟਰਸਟ, ਜਿਹੜੀ ਟਰਸਟ ਬੇਸਡ ਮਨੀ ਹੁੰਦੀ ਆ। ਲਾਈਕ ਜਿਵੇਂ ਚੈੱਕਸ ਹੁੰਦੇ ਆ, ਹੈ ਨਾ। ਹੁਣ ਚੈੱਕ ਆ ਉਹ ਬਾਊਂਸ ਵੀ ਹੋ ਸਕਦਾ ਬਟ ਉਹ ਕੀ ਆ ਟਰਸਟ ਬੇਸਡ ਹੈਗਾ ਆ। ਸੋ ਐਵੇਂ ਦੀ ਮਨੀ ਨੂੰ ਆਪਾਂ ਕੀ ਕਹਿੰਦੇ ਆ? ਫਿਡੂਸ਼ਰੀ ਮਨੀ। ਦੈਨ ਉਸ ਤੋਂ ਬਾਅਦ ਹੈਗਾ ਫੁੱਲ ਬੋਡੀਡ ਮਨੀ। ਫੁੱਲ ਬੋਡੀਡ ਮਨੀ ਕਿ ਜਿਹਦੇ ਵਿੱਚ ਮੈਟਲ ਦੀ ਵੈਲਿਊ ਮਨੀ ਦੇ ਇਕੁਅਲ ਹੁੰਦੀ ਆ, ਕਿ ਮੈਟਲ ਨੂੰ ਆਪਾਂ ਮੈਲਟ ਕਰਕੇ ਜਿਹੜਾ ਹੈ ਯੂਜ਼ ਕਰ ਸਕਦੇ ਹਾਂ। ਜਿਵੇਂ ਗੋਲਡ ਹੈ ਉਹਨੂੰ ਮੈਲਟ ਕਰਕੇ ਆਪਾਂ ਯੂਜ਼ ਕਰ ਸਕਦੇ ਹਾਂ, ਸਿਲਵਰ ਨੂੰ ਮੈਲਟ ਕਰਕੇ ਯੂਜ਼ ਕਰ ਸਕਦੇ ਹਾਂ, ਰਾਈਟ। ਸੋ ਮੈਟਲ ਦੀ ਵੈਲਿਊ ਮਨੀ ਦੀ ਵੈਲਿਊ ਦੇ ਬਰਾਬਰ ਹੁੰਦੀ ਹੈ। ਦੈਨ ਉਸ ਤੋਂ ਬਾਅਦ ਆਉਂਦਾ ਕ੍ਰੈਡਿਟ ਮਨੀ। ਕ੍ਰੈਡਿਟ ਮਨੀ ਜਦੋਂ ਆਪਾਂ ਫੁੱਲ ਬੋਡੀਡ ਮਨੀ ਦੇ ਨਾਲ ਇਹਨੂੰ ਕੰਪੇਅਰ ਕਰਦੇ ਹਾਂ ਅਤੇ ਕ੍ਰੈਡਿਟ ਮਨੀ ਜਿਹੜੀ ਉਹਦੀ ਸਿਰਫ ਸਿੰਬੋਲਿਕ ਵੈਲਿਊ ਹੁੰਦੀ ਹੈ ਕਿ ਮੈਟਲ ਵੈਲਿਊ ਜਿਹੜੀ ਹੈ ਉਹ ਮਨੀ ਵੈਲਿਊ ਦੇ ਇਕੁਅਲ ਨਹੀਂ ਹੁੰਦੀ। ਜਿਵੇਂ ਆਪਾਂ 1 ਰੁਪਏ ਅਗਰ ਸਿਲਵਰ ਦਾ ਯੂਜ਼ ਕਰਦੇ ਹਾਂ ਅਤੇ ਉਹਦੀ ਕੋਈ ਮਨੀ ਵੈਲਿਊ ਨਹੀਂ ਰਹੇਗੀ, ਠੀਕ ਹੈ। ਸੋ ਇਹਦੀ ਸਿਰਫ ਸਿੰਬੋਲਿਕ ਵੈਲਿਊ ਹੈ ਅੱਜ ਦੀ ਡੇਟ ਦੇ ਵਿੱਚ। ਸੋ ਦੀਜ਼ ਆਰ ਵੇਰੀਅਸ ਫਾਰਮਸ ਆਫ ਮਨੀ। ਸੋ ਇਹੋ ਹੀ ਕੁਛ ਲਿਖਿਆ ਹੋਇਆ ਕਿ ਪਹਿਲਾਂ ਜਿਹੜੇ ਸ਼ੈਲਸ ਜਿੱਦਾਂ ਕੌਡੀਆਂ ਜਿਹਨਾਂ ਨੂੰ ਆਪਾਂ ਬੋਲਦੇ ਹਾਂ ਉਹ ਯੂਜ਼ ਕਰਦੇ ਸੀ, ਫਿਰ ਹੌਲੀ ਹੌਲੀ ਗੋਲਡ ਸਿਲਵਰ ਸ਼ੁਰੂ ਹੋਏ, ਰਾਈਟ। ਸਾਰਾ ਨਹੀਂ ਲਿਖਣਾ, ਬਸ ਜੋ ਮੈਂ ਬੋਲ ਰਹੀ ਹਾਂ ਉਹਨੂੰ ਅੰਡਰਲਾਈਨ ਕਰ ਰਹੀ ਹਾਂ ਉਹੀ। ਦੈਨ ਸੌਂਗ ਡਾਇਨੈਸਟੀ ਰੂਲ ਆਇਆ ਚਾਈਨਾ ਦੇ ਵਿੱਚ 7th ਸੈਂਚੁਰੀ AD ਦੇ ਵਿੱਚ, ਅਤੇ ਪੇਪਰ ਮਨੀ ਜਿਹੜੀ ਸੀਗੀ ਉਹ ਐਗਜ਼ਿਸਟੈਂਸ ਦੇ ਵਿੱਚ ਆਈ ਜਿਹਨੂੰ ਜਿਓਜ਼ੀ ਬੋਲਿਆ ਜਾਂਦਾ ਸੀ। ਇਹ ਜਿਓਜ਼ੀ ਜਿਹੜੀ ਸੀਗੀ ਪ੍ਰੋਮਿਸਰੀ ਨੋਟਸ ਤੋਂ ਡਿਵੈਲਪ ਕੀਤੀ ਗਈ ਸੀਗੀ। ਪ੍ਰੋਮਿਸਰੀ ਨੋਟਸ ਕੀ ਹੁੰਦੇ? ਪ੍ਰੋਮਿਸਰੀ ਵਰਡ ਹੀ ਪ੍ਰੋਮਿਸ ਤੋਂ ਡਿਰਾਈਵਡ ਹੈ ਕਿ ਆਪਾਂ ਜਦੋਂ ਪ੍ਰੋਮਿਸ ਕਰਦੇ ਹਾਂ ਕਿਸੇ ਨੂੰ ਵੀ ਆਪਾਂ ਤੁਹਾਨੂੰ ਇੰਨੀ ਡੇਟ ਨੂੰ ਇੰਨੇ ਪੈਸੇ ਜਿਹੜੇ ਆ ਜੋ ਅਸੀਂ ਤੁਹਾਡੇ ਕੋਲ ਸਮਾਨ ਲਿਆ ਬਦਲੇ 'ਚ ਤੁਹਾਨੂੰ ਇੰਨੇ ਪੈਸੇ ਅਸੀਂ ਦੇ ਦਾਂਗੇ, ਰਾਈਟ। ਮਤਲਬ ਮੈਂ ਤੁਹਾਨੂੰ ਬਹੁਤ ਹੀ ਸਿੰਪਲ ਲੈਂਗੁਏਜ ਦੇ ਵਿੱਚ ਦੱਸ ਰਹੀ ਹਾਂ। ਦੈਨ ਉਸ ਤੋਂ ਬਾਅਦ ਹੈਗਾ 1661 ਦੇ ਵਿੱਚ ਫਸਟ ਬੈਂਕ ਨੋਟ ਜਿਹੜਾ ਸੀਗਾ ਉਹ ਯੂਰਪ ਨੇ ਇਸ਼ੂ ਕੀਤਾ, ਰਾਈਟ। ਔਰ ਇਸ ਤੋਂ ਪਹਿਲਾਂ ਅਸੀਂ ਜਿੱਦਾਂ ਹੁਣ ਆਪਾਂ US ਡਾਲਰ ਦੇ ਹਿਸਾਬ ਦੇ ਨਾਲ ਮਨੀ ਜਿਹੜੀ ਆਪਣੇ ਰੁਪੀ ਹੈ ਉਹਨੂੰ ਹੈ ਨਾ ਕਰਦੇ ਹਾਂ, ਕੀ ਉਹਨੂੰ ਕਹਿੰਦੇ ਇਕੁਏਟ ਕਰਦੇ ਹਾਂ। ਬਟ ਪਹਿਲਾਂ ਕੀ ਹੁੰਦਾ ਸੀ? ਪਹਿਲਾਂ ਗੋਲਡ ਸਟੈਂਡਰਡ ਹੁੰਦਾ ਸੀ। US ਡਾਲਰ ਤੋਂ ਪਹਿਲਾਂ ਗੋਲਡ ਦਾ ਇੱਕ ਸਟੈਂਡਰਡ ਬਣਾ ਲਿਆ ਜਾਂਦਾ ਸੀ। ਉਹਦੇ ਨਾਲ ਹਰ ਇੱਕ ਕੰਟਰੀ ਜਿਹੜੀ ਸੀਗੀ ਉਹ ਆਪਣੀ ਪੇਪਰ ਮਨੀ ਨੂੰ ਉਹਦੀ ਇਕੁਅਲੈਂਟ ਵੈਲਿਊ ਦੇ ਨਾਲ ਮੇਜਰ ਕਰਦੀ ਸੀਗੀ, ਰਾਈਟ। ਦੈਨ ਹੁਣ ਆਉਂਦਾ ਹੈ ਫੀਅਟ ਮਨੀ। ਫੀਅਟ ਮਨੀ ਮਤਲਬ ਜਿਹੜੀ ਇੱਕ ਲੀਗਲ ਟੈਂਡਰ ਹੈ, ਜਿਹਨੂੰ ਗਵਰਨਮੈਂਟ ਦੀ ਅਥੋਰਿਟੀ ਹੈ
ਇਹ ਮਤਲਬ ਉਹ ਬਿਲਕੁਲ ਵੀ ਅਸੀਂ ਉਸ ਫਾਰਮ ਦੇ ਵਿੱਚ ਮਨੀ ਦੀ ਉਸ ਫਾਰਮ ਦੇ ਵਿੱਚ ਅਸੀਂ ਕੋਈ ਵੀ ਚੀਜ਼ ਜਿਹੜੀ ਹੈ ਲੈ ਸਕਦੇ ਹਾਂ, ਕੋਈ ਵੀ ਚੀਜ਼ ਜਿਹੜੀ ਹੈ ਵੇਚ ਸਕਦੇ ਹਾਂ, ਰਾਈਟ। ਇਹਦੇ ਵਿੱਚ ਬੇਸਿਕਲੀ ਕੀ ਹੈ, ਗਵਰਨਮੈਂਟ ਗਾਰੰਟੀ ਕਰਦੀ ਹੈ, ਠੀਕ ਹੈ। ਸੋ ਗਵਰਨਮੈਂਟ ਦੀ ਗਾਰੰਟੀ ਨਹੀਂ ਹੁੰਦਾ ਨਾ, ਵਿੱਚ ਲਿਖਿਆ ਹੁੰਦਾ ਮੈਂ ਧਾਰਕ को इतने रुपए देने का वो करता हूँ, वचन देता हूँ, है ना। सो यही ਹੁੰਦਾ ਹੈ ਬੇਸਿਕਲੀ। ਦੈਨ ਨੀਅਰ ਮਨੀ ਕੀ ਹੈ, ਨੀਅਰ ਮਨੀ ਬੇਸਿਕਲੀ ਇਹਨੂੰ ਆਪਾਂ ਲਿਕੁਇਡਿਟੀ ਨਾਲ ਰਿਲੇਟ ਕਰਦੇ ਹਾਂ। ਲਿਕੁਇਡ ਐਸੈਟਸ ਉਹ ਐਸੈਟਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਬਹੁਤ ਹੀ ਆਸਾਨੀ ਦੇ ਨਾਲ, ਧਿਆਨ ਨਾਲ ਸੁਣਿਓ, ਬਹੁਤ ਹੀ ਆਸਾਨੀ ਦੇ ਨਾਲ ਉਹਨਾਂ ਨੂੰ ਆਪਾਂ ਕੈਸ਼ ਦੇ ਵਿੱਚ ਕਨਵਰਟ ਕਰ ਲੈਂਦੇ ਹਾਂ। ਜਿਵੇਂ ਗੋਲਡ ਹੋ ਗਿਆ, ਹੈ ਨਾ, ਗੋਲਡ ਸਾਡੇ ਕੋਲ ਪਿਆ ਸੀ, ਉਹਨੂੰ ਵੇਚਤਾ ਤੇ ਸਾਨੂੰ ਪੈਸਾ ਮਿਲ ਗਿਆ ਆਰਾਮ ਦੇ ਨਾਲ, ਠੀਕ ਹੈ। ATM ਦੇ ਵਿੱਚ ਗਏ ਅਸੀਂ, ATM ਦੇ ਵਿੱਚੋਂ ਅਸੀਂ ਪੈਸੇ ਕਢਾ ਲਏ ਆਰਾਮ ਨਾਲ। ਸ਼ੇਅਰਸ ਨੂੰ ਵੇਚ ਦਿੱਤਾ, ਪੈਸੇ ਆ ਗਏ। ਚੈੱਕ ਕਢਵਾ ਲਿਆ, ਪੈਸੇ ਆ ਗਏ। ਸੋ ATM ਹੋ ਗਿਆ, ਗੋਲਡ ਹੋ ਗਿਆ, ਸ਼ੇਅਰ ਹੋ ਗਿਆ, ਡਰਾਫਟਸ ਹੋ ਗਏ, ਚੈੱਕਸ ਹੋ ਗਏ, ਮਿਊਚੁਅਲ ਫੰਡਸ ਹੋ ਗਏ। ਇਹ ਸਾਰੇ ਕੀ ਹੈ, ਇਹ ਉਹ ਐਸੈਟਸ ਨੇ ਜਿਨ੍ਹਾਂ ਨੂੰ ਅਸੀਂ ਬੜੀ ਹੀ ਆਸਾਨੀ ਦੇ ਨਾਲ ਤੇ ਵਿਦਆਊਟ ਮੱਚ ਲਾਸ ਆਫ ਦੇਅਰ ਵੈਲਿਊ ਅਸੀਂ ਉਹਨਾਂ ਨੂੰ ਕੈਸ਼ ਦੇ ਵਿੱਚ ਕਨਵਰਟ ਕਰ ਲੈਂਦੇ ਹਾਂ। ਸੋ ਇਹਨੂੰ ਆਪਾਂ ਬੋਲਦੇ ਹਾਂ ਲਿਕੁਇਡ ਐਸੈਟਸ ਔਰ ਨੀਅਰ ਮਨੀ। ਬਹੁਤ ਇੰਪੋਰਟੈਂਟ ਟਰਮ ਹੈ। ਦੈਨ ਉਸ ਤੋਂ ਬਾਅਦ ਆਉਂਦਾ ਹੈ ਮਨੀ ਸਪਲਾਈ। ਵੈਰੀ ਵੈਰੀ ਇੰਪੋਰਟੈਂਟ, ਬਹੁਤ ਧਿਆਨ ਨਾਲ ਸੁਣਨ ਦੀ ਜ਼ਰੂਰਤ ਹੈ। ਮਨੀ ਸਪਲਾਈ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਟੋਟਲ ਸਟਾਕ ਆਫ ਮਨੀ ਕੀ ਹੁੰਦਾ ਹੈ। ਮਤਲਬ ਟੋਟਲ ਸਟਾਕ ਆਫ ਮਨੀ ਦਾ ਇਹਦੇ ਵਿੱਚ 3 ਚੀਜ਼ਾਂ ਆਉਂਦੀਆਂ ਨੇ, ਜਿਹਦੇ ਵਿੱਚ ਪੈਸਾ ਇੱਕ ਤੇ ਪਬਲਿਕ ਕੋਲ ਜਿਹੜਾ ਪਿਆ ਹੋਇਆ ਆ, ਦੂਸਰਾ ਜਿਹੜਾ ਸਪਲਾਇਰਸ ਕੋਲ ਪਿਆ ਹੋਇਆ ਆ। ਔਰ ਇਸ ਕੇਸ ਦੇ ਵਿੱਚ ਸਪਲਾਇਰਸ ਕੌਣ ਹੁੰਦੇ ਨੇ, ਗਵਰਨਮੈਂਟ ਤੇ RBI। ਸੋ ਉਹ ਸਾਰਾ ਪੈਸਾ ਜਿਹੜਾ ਪਬਲਿਕ ਕੋਲ ਵੀ ਹੈ, ਜਿਹੜਾ RBI ਕੋਲ ਵੀ ਹੈ ਤੇ ਜਿਹੜਾ ਗਵਰਨਮੈਂਟ ਕੋਲ ਵੀ ਹੈ, ਉਹਨੂੰ ਅਸੀਂ ਕੀ ਕਹਿੰਦੇ ਆ, ਟੋਟਲ ਸਟਾਕ ਆਫ ਮਨੀ। ਤੇ ਮਨੀ ਸਪਲਾਈ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਨੀ ਸਪਲਾਈ ਦੇ ਵਿੱਚ ਉਹ ਪੈਸਾ ਆਉਂਦਾ ਆ ਜਿਹੜਾ ਸਿਰਫ ਔਰ ਸਿਰਫ ਪਬਲਿਕ ਕੋਲ ਹੈ, ਠੀਕ ਹੈ। ਸੋ ਵੋਲਿਊਮ ਆਫ ਮਨੀ ਸਰਕੂਲੇਟਿੰਗ ਇਨ ਦਾ ਇਕੋਨਮੀ ਥਰੂ ਪਬਲਿਕ ਇਜ਼ ਨੋਨ ਐਜ਼ ਮਨੀ ਸਪਲਾਈ। ਹੁਣ ਇਹਦੇ ਵਿੱਚ ਪਬਲਿਕ ਕੀ ਹੈ, ਐਂਡ ਵਾਲੀ ਲਾਈਨ ਪੜ੍ਹੋ। ਬਾਈ ਪਬਲਿਕ ਵੀ ਰੈਫਰ ਟੂ ਦਾ ਹਾਊਸ ਹੋਲਡਸ ਹੋ ਗਏ, ਫਰਮਸ ਹੋ ਗਈਆਂ, ਲੋਕਲ ਅਥਾਰਟੀਜ਼ ਹੋ ਗਈਆਂ, ਕੰਪਨੀਜ਼ ਹੋ ਗਈਆਂ ਜਾਂ ਕਮਰਸ਼ੀਅਲ ਇੰਸਟੀਟਿਊਸ਼ਨਸ ਹੋ ਗਏ, ਇੰਡੀਵਿਜੂਅਲਸ ਹੋ ਗਏ, ਹੈ ਨਾ, ਸਾਡੇ ਤੁਹਾਡੇ ਵਰਗੇ ਬਿਜ਼ਨਸ ਐਂਟਰਪ੍ਰਾਈਜ਼ਸ ਹੋ ਗਈਆਂ, ਫਾਈਨੈਂਸ਼ੀਅਲ ਮਾਰਕੀਟ ਹੋ ਗਈ। ਸੋ ਇਹ ਕੀ ਹੈ, ਇਹ ਸਾਰੀ ਪਬਲਿਕ ਹੈ ਜਿਹਦੇ ਹੱਥ ਦੇ ਵਿੱਚ ਪੈਸਾ ਜਿਹੜਾ ਘੁੰਮਦਾ ਆ। ਮਤਲਬ ਕਿ ਮੈਂ ਕਿਸੇ ਤੋਂ ਕੋਈ ਚੀਜ਼ ਲਈ, ਉਹਨੂੰ ਪੈਸੇ ਦਿੱਤੇ, ਉਹਨੇ ਗਾਂ ਕਿਸੇ ਤੋਂ ਲਈ, ਉਹਨੇ ਉਹਨੂੰ ਪੈਸੇ ਦਿੱਤੇ। ਸੋ ਇਹ ਸਾਰੀ ਮਨੀ ਜਿਹੜੀ ਹੈ, ਮਨੀ ਕੀਪਸ ਔਨ ਚੇਂਜਿੰਗ ਹੈਂਡਸ, ਰਾਈਟ। ਸੋ ਇਹ ਸਾਰਾ ਮਨੀ ਜਿਹੜੀ ਸਰਕੂਲੇਟ ਹੁੰਦੀ ਹੈ ਇਕੋਨਮੀ ਦੇ ਵਿੱਚ, ਜਾਂ ਆਪਾਂ ਕਹਿ ਲਈਏ ਉਹ ਵੋਲਿਊਮ ਆਫ ਮਨੀ ਜਿਹੜਾ ਇਕੋਨਮੀ ਦੇ ਵਿੱਚ ਸਰਕੂਲੇਟ ਹੁੰਦਾ ਆ, ਉਹਨੂੰ ਆਪਾਂ ਮਨੀ ਸਪਲਾਈ ਕਹਿੰਦੇ ਆ। ਔਰ ਉਹ ਸਰਕੂਲੇਟ ਕਿਹਦੇ ਥਰੂ ਹੁੰਦਾ ਆ, ਪਬਲਿਕ ਦੇ ਥਰੂ ਹੁੰਦਾ। ਸੋ ਪਬਲਿਕ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ, ਗਵਰਨਮੈਂਟ ਤੇ RBI ਨੂੰ ਛੱਡ ਕੇ ਸਾਰਾ ਕੁਝ ਜਿਹੜਾ ਪਬਲਿਕ ਦੇ ਵਿੱਚ ਆਉਂਦਾ ਆ। ਸੋ ਇਹ ਕਾਫੀ ਇੰਪੋਰਟੈਂਟ ਪਾਰਟ ਹੈ। ਸੋ ਜਦੋਂ ਆਪਾਂ ਟੋਟਲ ਸਟਾਕ ਆਫ ਮਨੀ ਦੀ ਗੱਲ ਕਰਨੀ ਹੈ, ਉਹਦੇ ਵਿੱਚ RBI, ਗਵਰਨਮੈਂਟ ਤੇ ਪਬਲਿਕ ਕੋਲ ਜਿਹੜਾ ਪੈਸਾ ਉਹ ਆਉਂਦਾ ਹੈ। ਬਟ ਜਦੋਂ ਅਸੀਂ ਮਨੀ ਸਪਲਾਈ ਦੀ ਗੱਲ ਕਰਨੀ ਹੈ ਤੇ ਅਸੀਂ ਉਸ ਪੈਸੇ ਦੀ ਗੱਲ ਕਰ ਰਹੇ ਹਾਂ ਜਿਹੜਾ ਕਿ ਸਰਕੂਲੇਸ਼ਨ ਦੇ ਵਿੱਚ ਹੈ, ਯਾਨੀ ਕਿ ਜਿਹੜਾ ਸਿਰਫ ਔਰ ਸਿਰਫ ਪਬਲਿਕ ਦੇ ਕੋਲ ਹੈ। ਨੈਕਸਟ ਦੇਖਦੇ ਹਾਂ। ਸੋ ਵੈਰੀ ਵੈਰੀ ਇੰਪੋਰਟੈਂਟ, ਜਿੱਥੋਂ ਤੁਹਾਡਾ ਕੁਐਸਚਨ ਬਣਦਾ ਹੈ ਕਿ ਪਬਲਿਕ ਮਨੀ ਦੇ ਵਿੱਚ ਕਿਹੜਾ ਪੈਸਾ ਨਹੀਂ ਆਉਂਦਾ। ਸਭ ਤੋਂ ਪਹਿਲਾਂ ਕਿ ਜਿਹੜਾ ਗਵਰਨਮੈਂਟ ਦੇ ਕੋਲ ਹੈ ਉਹ ਨਹੀਂ ਆਏਗਾ, ਤੇ ਦੂਸਰਾ ਜਿਹੜਾ ਕਿ RBI ਦੇ ਕੋਲ ਹੈ ਇਨ ਦਾ ਫਾਰਮ ਆਫ ਕੈਸ਼ ਰਿਜ਼ਰਵ ਰੇਸ਼ੋ। ਆਪਾਂ ਪੜਾਂਗੇ ਕੈਸ਼ ਰਿਜ਼ਰਵ ਰੇਸ਼ੋ ਜਾਂ ਸਟੈਚੂਟਰੀ ਲਿਕੁਇਡਿਟੀ ਰੇਸ਼ੋ ਕੀ ਹੁੰਦੀ ਹੈ, ਵੈਸੇ ਤੁਸੀਂ ਕਾਫੀ ਜਾਣਿਆਂ ਨੇ ਪੜ੍ਹਿਆ ਹੀ ਹੋਊਗਾ, CRR SLR। ਸੋ ਇਸ ਫਾਰਮ ਦੇ ਵਿੱਚ ਜਿਹੜਾ ਪੈਸਾ RBI ਕੋਲ ਹੁੰਦਾ ਜਾਂ SLR ਦੀ ਫਾਰਮ ਦੇ ਵਿੱਚ ਜਿਹੜਾ ਪੈਸਾ ਕਮਰਸ਼ੀਅਲ ਬੈਂਕਸ ਦੇ ਕੋਲ ਹੁੰਦਾ ਹੈ, ਰਾਈਟ। ਸੋ 3 ਚੀਜ਼ਾਂ ਦਾ ਧਿਆਨ ਰੱਖਣਾ ਹੈ। RBI ਦੇ ਕੋਲ ਜਿਹੜਾ ਪੈਸਾ CRR ਦੀ ਫਾਰਮ ਦੇ ਵਿੱਚ ਹੁੰਦਾ ਹੈ, ਕੈਸ਼ ਰਿਜ਼ਰਵ ਰੇਸ਼ੋ, ਠੀਕ ਹੈ। ਕਮਰਸ਼ੀਅਲ ਬੈਂਕਸ ਦੇ ਕੋਲ ਜਿਹੜਾ ਪੈਸਾ SLR ਦੀ ਫਾਰਮ ਦੇ ਵਿੱਚ ਹੁੰਦਾ, ਸਟੈਚੂਟਰੀ ਲਿਕੁਇਡਿਟੀ ਰੇਸ਼ੋ। ਤੇ ਤੀਸਰਾ ਗਵਰਨਮੈਂਟ ਦੇ ਕੋਲ ਜਿਹੜਾ ਪੈਸਾ ਹੁੰਦਾ ਆ, ਉਹ ਪੈਸਾ ਪਬਲਿਕ ਮਨੀ ਦੇ ਵਿੱਚ ਨਹੀਂ ਆਉਂਦਾ, ਰਾਈਟ। ਸੋ 3 ਚੀਜ਼ਾਂ, ਗਵਰਨਮੈਂਟ ਦੇ ਕੋਲ ਜਿਹੜਾ ਪੈਸਾ ਹੈ, CRR ਦੀ ਫਾਰਮ 'ਚ RBI ਕੋਲ ਜਿਹੜਾ ਪੈਸਾ ਹੈ, ਤੇ SLR ਦੀ ਫਾਰਮ 'ਚ ਜਿਹੜਾ ਪੈਸਾ ਕਮਰਸ਼ੀਅਲ ਬੈਂਕਸ ਕੋਲ ਆਉਂਦਾ ਆ, ਉਹ ਪਬਲਿਕ ਮਨੀ ਦੇ ਵਿੱਚ ਨਹੀਂ ਆਉਂਦਾ। ਸੋ ਇਹਦਾ ਰੀਜ਼ਨ ਕੀ ਹੈ ਇਹਨੂੰ ਬਾਹਰ ਰੱਖਣ ਦਾ ਪਬਲਿਕ ਮਨੀ ਤੋਂ, ਕਿਉਂਕਿ ਇਹ ਵਾਲਾ ਪੈਸਾ ਜਿਹੜਾ ਆ ਇਹ ਸਰਕੂਲੇਸ਼ਨ ਤੋਂ ਬਾਹਰ ਹੈ। ਮਤਲਬ ਕਿ ਸਰਕੂਲੇਸ਼ਨ ਦਾ ਮਤਲਬ ਕਿ ਇਹ ਜਿਹੜੀ ਹੈ ਇਕੋਨਮੀ ਦੇ ਵਿੱਚ, ਇਹ ਉਹ ਵੋਲਿਊਮ ਆਫ ਮਨੀ ਹੈ ਜਿਹੜਾ ਇਕੋਨਮੀ ਦੇ ਵਿੱਚ ਸਰਕੂਲੇਟ ਨਹੀਂ ਹੋ ਰਿਹਾ, ਜਿਹੜਾ ਹੈਂਡਸ ਚੇਂਜ ਨਹੀਂ ਕਰ ਰਿਹਾ। ਸੋ ਦਸ ਵੀ ਕੈਨ ਕਨਕਲੂਡ ਦੈਟ ਮਨੀ ਇਨ ਸਰਕੂਲੇਸ਼ਨ ਇਜ਼ ਦਾ ਮਨੀ ਸਪਲਾਈ। ਸੋ ਮਨੀ ਇਨ ਸਰਕੂਲੇਸ਼ਨ ਹੀ ਕੀ ਹੈ, ਮਨੀ ਸਪਲਾਈ। ਸਰਕੂਲੇਸ਼ਨ ਦੇ ਵਿੱਚ ਜੋ ਮਨੀ, ਮਤਲਬ ਕਿ ਜੋ ਮਨੀ ਹੈਂਡਸ ਚੇਂਜ ਕਰ ਰਹੀ ਹੈ, ਉਹੀ ਮਨੀ ਜਿਹੜੀਆਂ ਨੂੰ ਆਪਾਂ ਮਨੀ ਸਪਲਾਈ ਬੋਲਦੇ ਹਾਂ। ਸੋ ਕਿਹੜੀਆਂ ਚੀਜ਼ਾਂ ਆਉਂਦੀਆਂ, ਵੈਰੀ ਵੈਰੀ ਇੰਪੋਰਟੈਂਟ, ਠੀਕ ਹੈ। ਪਲੀਜ਼ ਧਿਆਨ ਨਾਲ ਇਹਨੂੰ ਯਾਦ ਕਰ ਲਓ, ਖਾ ਪੀ ਜਾਓ ਇਹਨੂੰ।
ਕਰੰਸੀ ਨੋਟਸ ਤੇ ਕੋਇਨਸ ਮਨੀ ਸਪਲਾਈ ਦੇ ਵਿੱਚ ਆਉਂਦੇ ਨੇ। ਡਿਮਾਂਡ ਡਿਪੋਜ਼ਿਟਸ ਕੀ ਹੁੰਦੇ ਨੇ ਕਿ ਆਪਾਂ ਡਿਮਾਂਡ ਕੀਤੀ, ਸਾਨੂੰ ਜ਼ਰੂਰਤ ਹੈ, ਅਸੀਂ ਪੈਸੇ ਕਢਾ ਲਏ, ਸੋ ਔਨ ਡਿਮਾਂਡ ਯੂ ਗੈਟ ਮਨੀ, ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਡਿਮਾਂਡ ਡਿਪੋਜ਼ਿਟਸ। ਜਿਵੇਂ ਕਿ ਸੇਵਿੰਗ ਬੈਂਕ ਡਿਪੋਜ਼ਿਟਸ ਹੁੰਦੇ ਆ, ਉਹ ਵੀ ਮਨੀ ਸਪਲਾਈ ਦਾ ਪਾਰਟ ਹੈ। ਦੈਨ ਉਸ ਤੋਂ ਬਾਅਦ ਆਉਂਦੇ ਅਦਰ ਡਿਪੋਜ਼ਿਟਸ ਸੱਚ ਐਸ ਟਾਈਮ ਡਿਪੋਜ਼ਿਟਸ, ਟਰਮ ਡਿਪੋਜ਼ਿਟਸ, ਫਿਕਸਡ ਡਿਪੋਜ਼ਿਟਸ। ਟਾਈਮ ਡਿਪੋਜ਼ਿਟਸ ਕੀ ਹੁੰਦੇ ਆ, ਜਦੋਂ ਆਪਾਂ ਡਿਮਾਂਡ ਕਰਦੇ ਹਾਂ ਤੇ ਸਾਨੂੰ ਟਾਈਮ ਲੱਗਦਾ ਆ, ਇਹਦੇ ਵਿੱਚ ਇੱਕ ਟਰਮ ਹੁੰਦੀ ਹੈ, ਜਿਵੇਂ ਫਿਕਸਡ ਡਿਪੋਜ਼ਿਟ ਦੇ ਵਿੱਚ FD ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ। ਸੋ ਸਾਨੂੰ ਉਸੇ ਵੇਲੇ ਪੈਸੇ ਨਹੀਂ ਮਿਲਦੇ, ਡਿਮਾਂਡ ਆਪਾਂ ਕੀਤੀ ਹੈ ਬਟ ਇਹਨੂੰ ਟਾਈਮ ਲੱਗੇਗਾ ਸਾਨੂੰ ਪੈਸੇ ਮਿਲਣ 'ਤੇ, ਕਿਉਂਕਿ ਇਹਦੇ ਵਿੱਚ ਕੀ ਹੈ, ਇੱਕ ਟਰਮ ਫਿਕਸ ਕੀਤੀ ਹੋਈ ਹੈ। ਸੋ ਜੇਕਰ ਆਪਾਂ ਉਹ ਟਰਮ ਜਿਹੜੀ ਫਿਕਸ ਕੀਤੀ ਹੋਈ ਹੈ, ਜਿਹਨੂੰ ਆਪਾਂ ਮੈਚੋਰਿਟੀ ਬੋਲਦੇ ਹਾਂ, ਅਗਰ ਆਪਾਂ ਮੈਚੋਰਿਟੀ ਤੋਂ ਪਹਿਲਾਂ ਪੈਸੇ ਕਢਾਉਂਦੇ ਹਾਂ ਤਾਂ ਸਾਡੇ ਪੈਸੇ ਕੱਟੇ ਵੀ ਜਾਂਦੇ ਆ। ਔਰ ਇਹਦੇ ਵਿੱਚ ਜਿਹੜੇ ਟਾਈਮ ਡਿਪੋਜ਼ਿਟਸ ਹੁੰਦੇ, ਇਹਦੇ ਵਿੱਚ ਕੋਈ ATM ਜਾਂ ਚੈੱਕਸ ਆਪਾਂ ਨੂੰ ਇਸ਼ੂ ਨਹੀਂ ਹੁੰਦੇ, ਠੀਕ ਹੈ। ਬਟ ਇਹਦੇ ਵਿੱਚ ਹੁੰਦਾ ਕੀ ਹੈ ਕਿ ਸੇਵਿੰਗ ਜਿਹੜੀਆਂ ਡਿਪੋਜ਼ਿਟਸ ਹੁੰਦੀਆਂ ਸਾਡੀਆਂ, ਉਹਦੇ ਤੋਂ ਇੰਟਰਸਟ ਇਹਨਾਂ 'ਤੇ ਜ਼ਿਆਦਾ ਮਿਲਦਾ ਟਾਈਮ ਡਿਪੋਜ਼ਿਟਸ 'ਤੇ, ਰਾਈਟ। ਦੈਨ ਉਸ ਤੋਂ ਬਾਅਦ ਪੋਸਟ ਆਫਿਸ ਸੇਵਿੰਗ ਅਕਾਊਂਟਸ। ਦੈਨ ਕੈਸ਼ ਇਨ ਹੈਂਡ ਦੇ ਵਿੱਚ SLR ਨਹੀਂ ਆਊਗਾ, ਠੀਕ ਹੈ। SLR ਕਿੰਨਾ ਕੋਲ ਹੁੰਦਾ ਆ, ਕਮਰਸ਼ੀਅਲ ਬੈਂਕਸ ਦੇ ਕੋਲ, ਜਿਹੜਾ ਉਹਨਾਂ ਨੂੰ ਮੇਨਟੇਨ ਕਰਕੇ ਰੱਖਣਾ ਹੁੰਦਾ ਹੈ। ਐਂਡ ਡਿਪੋਜ਼ਿਟਸ ਆਫ ਬੈਂਕਸ ਇਨ ਅਦਰ ਬੈਂਕਸ, ਡਿਪੋਜ਼ਿਟਸ ਆਫ ਬੈਂਕ ਇਨ ਅਦਰ ਬੈਂਕਸ, ਮਤਲਬ CRR ਨੂੰ ਛੱਡ ਕੇ ਅਗਰ ਬੈਂਕਸ ਦਾ ਪੈਸਾ ਵੀ ਕਿਸੇ ਹੋਰ ਬੈਂਕ ਕੋਲ ਹੈ, ਚਾਹੇ RBI ਕੋਲ ਹੀ ਹੈ, ਸੋ ਉਸ ਕੇਸ ਦੇ ਵਿੱਚ ਉਹ ਵੀ ਮਨੀ ਸਰਕੂਲੇਸ਼ਨ ਦੇ ਵਿੱਚ ਆਉਂਦਾ। ਬਟ ਇਸ ਦੇ ਵਿੱਚ ਕੀ ਨਹੀਂ ਆਏਗਾ, CRR, ਕੈਸ਼ ਰਿਜ਼ਰਵ ਰੇਸ਼ੋ। ਤੁਹਾਨੂੰ ਪਤਾ ਇਹ ਤੇ ਨੋਰਮ ਹੁੰਦਾ ਹੈ, ਤੋੜਨਾ ਨਹੀਂ ਹੁੰਦਾ ਹੈ ਨਾ ਬੈਂਕਿੰਗ ਦਾ। ਸੋ ਇਸ ਕਰਕੇ SLR CRR ਤੋਂ ਬਿਨਾਂ ਤੇ ਗਵਰਨਮੈਂਟ ਕੋਲ ਜੋ ਪੈਸਾ ਹੈ ਉਸ ਤੋਂ ਬਿਨਾਂ ਜਿੰਨਾ ਵੀ ਪੈਸਾ ਆ ਉਹ ਮਨੀ ਸਪਲਾਈ ਦੇ ਵਿੱਚ ਆਉਂਦਾ ਆ। ਸੋ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ, ਇਹ ਬਹੁਤ ਇੰਪੋਰਟੈਂਟ ਆ, ਜੋ ਵੀ ਇਸ ਪੇਜ ਦੇ ਉੱਤੇ ਲਿਖਿਆ ਹੋਇਆ ਹੈ, ਐਵਰੀਥਿੰਗ ਫਸਟ ਤੋਂ ਲੈ ਕੇ ਐਂਡ ਤੱਕ, ਰਾਈਟ। ਸੋ ਇਨ ਸ਼ਾਰਟ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਮਨੀ ਹੁੰਦੀ ਹੈ ਉਹਦੇ ਦੋ ਕੰਪੋਨੈਂਟਸ ਹੁੰਦੇ, ਇੱਕ ਕਰੰਸੀ ਕੰਪੋਨੈਂਟਸ ਤੇ ਦੂਜਾ ਡਿਪੋਜ਼ਿਟ ਕੰਪੋਨੈਂਟਸ। ਕਰੰਸੀ ਕੰਪੋਨੈਂਟ ਦੇ ਵਿੱਚ ਕੋਇਨਸ ਤੇ ਨੋਟਸ ਆ ਜਾਂਦੇ ਜੋ ਸਰਕੂਲੇਸ਼ਨ ਦੇ ਵਿੱਚ ਹੁੰਦੇ ਨੇ, ਤੇ ਡਿਪੋਜ਼ਿਟ ਕੰਪੋਨੈਂਟਸ ਦੇ ਵਿੱਚ ਉਹ ਪੈਸਾ ਆ ਜਾਂਦਾ ਜੋ ਪਬਲਿਕ ਦਾ ਬੈਂਕਸ ਦੇ ਕੋਲ ਪਿਆ ਆ, ਜਿਹੜੀ ਪਬਲਿਕ ਆ ਉਹ ਚੈੱਕਸ ਦੇ ਥਰੂ ਕਢਾ ਸਕਦੀ ਹੈ, ATMs ਦੇ ਥਰੂ ਕਢਾ ਸਕਦੀ ਹੈ। ਬਟ ਇਹ ਜਿਹੜੇ ਡਿਪੋਜ਼ਿਟਸ ਹੁੰਦੇ ਨੇ, ਡਿਮਾਂਡ ਡਿਪੋਜ਼ਿਟ ਵੀ ਹੋ ਸਕਦੇ ਨੇ ਤੇ ਟਾਈਮ ਡਿਪੋਜ਼ਿਟ ਵੀ ਹੋ ਸਕਦੇ ਨੇ। ਡਿਮਾਂਡ ਡਿਪੋਜ਼ਿਟ ਮਤਲਬ ਆਪਾਂ ਡਿਮਾਂਡ ਕੀਤੀ ਤੇ ਉਸੇ ਵੇਲੇ ਨਿਕਲ ਗਏ, ਜਿਵੇਂ ATMs ਦੇ ਥਰੂ। ਐਂਡ ਟਾਈਮ ਡਿਪੋਜ਼ਿਟ ਕੇ ਮਤਲਬ ਡਿਮਾਂਡ ਕੀਤੀ ਹੈ ਬਟ ਇਹਨੂੰ ਟਾਈਮ ਲੱਗੇਗਾ। ਟਾਈਮ ਕਿਉਂ ਲੱਗੇਗਾ, ਕਿਉਂਕਿ ਇਹਨੂੰ ਆਪਾਂ ਲੌਂਗ ਟਰਮ ਲਈ ਇੱਕ ਟਰਮ ਜਿਹੜੀ ਆਪਾਂ ਇਹਦੇ ਲਈ ਫਿਕਸ ਕੀਤੀ ਹੋਈ ਹੈ ਕਿ ਆਪਾਂ ਇਹਨੂੰ 2 ਸਾਲ ਬਾਅਦ, 4 ਸਾਲ ਬਾਅਦ, 3 ਸਾਲ ਬਾਅਦ, 5 ਸਾਲ ਬਾਅਦ ਕਢਵਾਉਣਾ ਹੈ। ਜੇ ਆਪਾਂ ਪਹਿਲਾਂ ਕਢਾਉਂਦੇ ਹਾਂ ਤੇ ਮੈਚੋਰਿਟੀ ਤੋਂ ਪਹਿਲਾਂ ਤੇ ਸਾਡੇ ਫਿਰ ਪੈਸੇ ਉਹਦੇ ਵਿੱਚ ਕੱਟੇ ਜਾਂਦੇ। ਸੋ ਉਹੀ ਚੀਜ਼ ਲਿਖੀ ਹੋਈ ਹੈ। ਬਟ ਇਹਦੇ ਤੇ ਕੀ ਹੁੰਦਾ, ਟਾਈਮ ਡਿਪੋਜ਼ਿਟਸ ਤੇ ਕਿਉਂਕਿ ਇਹਨਾਂ ਦੀ ਟੈਨੋਰ ਜਿਹੜੀ ਹੈ ਲੰਬੀ ਹੁੰਦੀ ਹੈ, ਇਸ ਕਰਕੇ ਇਹਨਾਂ ਦੇ ਉੱਤੇ ਵਿਆਜ ਵੀ ਜ਼ਿਆਦਾ ਮਿਲਦਾ ਹੈ ਕਸਟਮਰ ਨੂੰ। ਔਰ ਇਹ ਵਿਆਜ ਜਿਹੜਾ ਆ ਇਹ ਬੈਂਕ ਟੂ ਬੈਂਕ ਵੇਰੀ ਵੀ ਕਰਦਾ ਹੈ। ਸੋ ਔਨ ਦਾ ਬੇਸਿਸ ਆਫ ਦੇਅਰ ਨੇਚਰ ਟਾਈਮ ਡਿਪੋਜ਼ਿਟਸ ਜਿਹੜੇ ਆ ਕਈ ਤਰ੍ਹਾਂ ਦੇ ਹੁੰਦੇ ਨੇ, ਜਿਵੇਂ ਫਿਕਸ ਡਿਪੋਜ਼ਿਟਸ ਵਿੱਚ ਜੇ ਮੰਨ ਲਓ ਆਪਾਂ ਲੱਖ ਰੁਪਏ ਜਾਂ 2 ਲੱਖ ਜਾਂ 3 ਲੱਖ ਆਪਾਂ ਜਮ੍ਹਾਂ ਕਰਾਤਾ ਤੇ ਆਪਾਂ ਕਿਹਾ ਕਿ 5 ਸਾਲ ਬਾਅਦ ਜਿੰਨਾ ਵਿਆਜ ਮਿਲ ਜਾਏਗਾ ਉਹਦੇ ਤੇ ਠੀਕ ਹੈ ਨਾ। ਦੈਨ ਉਸ ਤੋਂ ਬਾਅਦ ਰੈਕਰਿੰਗ ਡਿਪੋਜ਼ਿਟ ਦੇ ਵਿੱਚ ਜਨਰਲੀ ਜਿੱਦਾਂ ਜਿਹੜੇ ਸੈਲਰੀਜ਼ ਲੈਂਦੇ ਆ ਨਾ, ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੁੰਦੀ ਹੈ ਇਨਵੈਸਟ ਕਰਨ ਲਈ, ਕਿਉਂਕਿ ਇਹਦੇ ਵਿੱਚ ਬੈਂਕ ਨੇ ਆਪਣੇ ਆਪ ਹੀ ਤੁਹਾਡਾ ਮੰਨ ਲਓ ਤੁਸੀਂ ਕਿਹਾ ਕਿ ਮੇਰਾ 2000 ਕੱਟੀ ਜਾਓ, ਠੀਕ ਹੈ, ਰੈਕਰਿੰਗ ਡਿਪੋਜ਼ਿਟ ਤੇ RD 'ਚ ਪਾਈ ਜਾਓ, RD ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ 2000 ਤੁਹਾਡਾ ਹਰ ਮਹੀਨੇ ਕੱਟੀ ਜਾਣਾ। ਮੰਨ ਲਓ ਤੁਸੀਂ ਉਹਨਾਂ ਨੂੰ ਉਹਦਾ ਇੱਕ ਮੈਚੋਰਿਟੀ ਪੀਰੀਅਡ ਰੱਖ ਲਿਆ, ਜਿਵੇਂ ਇਹਦੇ 'ਚ ਮੈਚੋਰਿਟੀ ਪੀਰੀਅਡ 6 ਮਹੀਨੇ ਤੋਂ ਲੈ ਕੇ 10 ਸਾਲ ਤੱਕ ਦਾ ਹੈ ਨਾ। ਤੁਸੀਂ 6 ਮਹੀਨੇ ਬਾਅਦ ਉਹ ਪੈਸੇ ਜਿਹੜੇ ਆ ਕਢਾ ਲੈਣੇ ਆ। 6 ਮਹੀਨੇ ਬਾਅਦ ਉੱਦਾਂ ਤੁਹਾਨੂੰ ਅਗਰ 2-2000 ਤੁਸੀਂ ਸੇਵ ਕਰੋ ਬੈਂਕ ਦੇ ਵਿੱਚ, ਤੁਹਾਡਾ ਪਿਆ ਰਵੇ, ਤੇ ਸੇਵਿੰਗ ਬੈਂਕਸ ਦੇ ਵਿੱਚ, ਸੇਵਿੰਗ ਡਿਪੋਜ਼ਿਟਸ ਦੇ ਵਿੱਚ ਇੰਟਰਸਟ ਬਹੁਤ ਘੱਟ ਹੈ, ਠੀਕ ਹੈ। ਸੋ 12000 ਦੇ ਉੱਤੇ ਮੰਨ ਲਓ ਤੁਹਾਨੂੰ ਸਿਰਫ 500-600 ਰੁਪਇਆ ਵੱਧ ਤੋਂ ਵੱਧ ਪ੍ਰੋਫਿਟ ਆ ਜਾਊਗਾ ਜੇ ਤੁਸੀਂ ਉਹਨੂੰ ਪਿਆ ਰਹਿਣ ਦਿੰਦੇ ਹੋ। ਬਟ ਜੇ ਤੁਸੀਂ ਉਹਨੂੰ RD ਕਰਾਉਂਦੇ ਆ ਤੇ RD ਦੇ ਉੱਤੇ ਇੰਟਰਸਟ ਥੋੜ੍ਹਾ ਜਿਹਾ ਜ਼ਿਆਦਾ ਆ। ਸੋ ਜਿਹੜਾ 12000 ਦੀ ਜਗ੍ਹਾ ਹੋ ਸਕਦਾ ਤੁਹਾਨੂੰ 13000 ਮਿਲ ਜਾਏ, 13500 ਮਿਲ ਜੇ। ਸੋ ਇਹ ਵੇਰੀ ਕਰਦਾ ਬੈਂਕ ਟੂ ਬੈਂਕ। ਦੂਸਰੀ ਗੱਲ, ਇਹਦੇ ਵਿੱਚ ਕਈ ਤਰ੍ਹਾਂ ਦੇ ਹੋਰ ਡਿਪੋਜ਼ਿਟਸ ਹੁੰਦੇ ਨੇ, ਜਿਵੇਂ ਫਲੈਕਸੀਬਲ ਡਿਪੋਜ਼ਿਟਸ, ਮਲਟੀਪਲਾਇਰ FD, ਸਪੈਸ਼ਲ ਟਰਮ ਡਿਪੋਜ਼ਿਟਸ। ਜਦੋਂ ਤੁਸੀਂ ਬੈਂਕ ਦੇ ਵਿੱਚ ਜਾਓਗੇ ਤੁਹਾਨੂੰ ਆਪੇ ਪਤਾ ਲੱਗ ਜਾਣਾ। ਸੋ ਮੇਨ ਇਹ ਹੈ ਫਿਕਸਡ ਡਿਪੋਜ਼ਿਟਸ ਤੇ ਰੈਕਰਿੰਗ। ਫਿਕਸ ਦੇ ਵਿੱਚ ਆਪਾਂ ਇੱਕ ਫਿਕਸਡ ਅਮਾਊਂਟ ਕਰ ਦਿੰਦੇ ਹਾਂ ਤੇ ਉਹਨੂੰ ਮਤਲਬ ਫਿਕਸਡ ਟਰਮ ਹੁੰਦੀ ਹੈ ਉਹਦੀ, ਜਿੱਦਾਂ 5 ਸਾਲ ਵਾਸਤੇ। RD 'ਚ ਵੀ ਟਰਮ ਫਿਕਸ ਹੁੰਦੀ ਹੈ ਜਿਵੇਂ 6 ਮਹੀਨੇ, ਬਟ ਵੇਰੀ ਕਰਦੀ ਹੈ 6 ਮਹੀਨੇ ਤੋਂ ਲੈ ਕੇ 10 ਸਾਲ ਜਿਵੇਂ ਇਹਦੇ ਵਿੱਚ ਲਿਖਿਆ ਹੋਇਆ। ਬਟ ਇਹਦੇ ਵਿੱਚ ਕੀ ਹੈ ਕਿ ਮਹੀਨੇ ਦੇ ਮਹੀਨੇ ਤੁਹਾਡੀ ਜਿਹੜੀ ਹੈ ਪੈਸੇ ਉਹਦੇ ਵਿੱਚ ਆਪਣੇ ਆਪ ਡਿਡਕਟ ਹੋ ਕੇ ਜਾਈ ਜਾਣੇ, ਔਰ ਤੁਹਾਨੂੰ ਵਿਆਜ ਜਿਹੜਾ ਤੁਹਾਡਾ ਇਕੱਠਾ ਹੋਈ ਜਾਣਾ ਹੈ। ਸੋ ਡਿਮਾਂਡ ਡਿਪੋਜ਼ਿਟਸ ਕੀ ਹੈ ਕਿ ਸਾਨੂੰ ਜ਼ਰੂਰਤ ਪਈ, ਡਿਮਾਂਡ ਪਈ ਤੇ ਅਸੀਂ ਉਹਨੂੰ ਪੈਸੇ ਕਢਾ ਲਏ, ATM 'ਚ ਗਏ ਪੈਸੇ ਕਢਾ ਲਏ, ਔਰ ਇਹਦੇ ਵਿੱਚ ਅਸੀਂ ਜਿਹੜੀ ਹੈ ਟਰਾਂਸਫਰ ਵੀ ਕਰ ਸਕਦੇ ਆਪਣੀ ਓਨਰਸ਼ਿਪ ਕਿਸੇ ਦੂਸਰੇ ਬੰਦੇ ਨੂੰ ਵਾਇਆ ਚੈੱਕਸ, ਠੀਕ ਹੈ। ਕਿ ਚੈੱਕ ਦੇ ਥਰੂ ਮੰਨ ਲਓ ਤੂੰ ਪੈਸੇ ਕਢਾ ਲਾ ਹੈ ਨਾ, ਜਾਂ ਇਲੈਕਟ੍ਰੋਨਿਕ ਟਰਾਂਸਫਰ ਦੇ ਥਰੂ ਆਪਾਂ RTGS ਕਰ ਦਿੱਤੀ, ਨੈਫਟ ਕਰ ਦਿੱਤੀ, ਉਹ ਆਪਣੇ ਅਸੀਂ ਡਿਮਾਂਡ ਡਿਪੋਜ਼ਿਟਸ 'ਚੋਂ ਕਰਦੇ ਹਾਂ। ਇਹ 'ਤੇ ਕੋਈ ਵੀ ਫਿਕਸ ਟਰਮ ਜਾਂ ਮੈਚੋਰਿਟੀ ਨਹੀਂ ਹੁੰਦੀ। ਆਮ ਜਿਹੜੇ ਸਾਡੇ ਪੈਸੇ ਅਸੀਂ ਰੋਜ਼ ਵਰਤਦੇ ਹਾਂ, ਕਢਾਉਂਦੇ ਹਾਂ, ਉਹਨੂੰ ਆਪਾਂ ਡਿਮਾਂਡ ਡਿਪੋਜ਼ਿਟ ਕਹਿ ਦਿੰਦੇ ਹਾਂ। ਸੋ ਇਹਦੇ ਵਿੱਚ ਦੋ ਤਰ੍ਹਾਂ ਦੇ ਅਕਾਊਂਟਸ ਹੁੰਦੇ ਨੇ, ਡਿਪੋਜ਼ਿਟਸ ਹੁੰਦੇ ਨੇ। ਇੱਕ ਹੁੰਦਾ ਸੇਵਿੰਗ ਅਕਾਊਂਟ ਤੇ ਇੱਕ ਹੁੰਦਾ ਆ ਕਰੰਟ ਅਕਾਊਂਟ।
ਹੁਣ ਕਰੰਟ ਅਕਾਊਂਟ ਤੇ ਸੇਵਿੰਗ ਅਕਾਊਂਟ 'ਚ ਫ਼ਰਕ ਕੀ ਹੁੰਦਾ ਹੈ? ਕਰੰਟ ਅਕਾਊਂਟ ਬੇਸਿਕਲੀ ਜਿਹਨਾਂ ਕੋਲ ਬਿਜ਼ਨਸ ਹੁੰਦਾ, ਸਮਾਲ ਬਿਜ਼ਨਸਿਸ ਵਗੈਰਾ ਚਲਾਉਂਦੇ ਨੇ ਲੋਕੀ, ਉਹ ਮੇਨਟੇਨ ਕਰਕੇ ਰੱਖਦੇ ਨੇ ਕਰੰਟ ਅਕਾਊਂਟ। ਇਹਦੇ ਵਿੱਚ ਮਤਲਬ ਔਨ ਡਿਮਾਂਡ ਇਹਨਾਂ ਨੂੰ ਪੈਸਾ ਚਾਹੀਦਾ ਹੁੰਦਾ, ਬਾਰ-ਬਾਰ ਇਹਨਾਂ ਨੇ ਕਢਾਉਣਾ ਹੁੰਦਾ। ਐਂਡ ਕਰੰਟ ਅਕਾਊਂਟ ਦੇ ਉੱਤੇ ਜਦੋਂ ਤੁਸੀਂ ਪੈਸਾ ਰੱਖਦੇ ਹੋ ਤਾਂ ਤੁਹਾਨੂੰ ਕੋਈ ਵੀ ਵਿਆਜ ਜਿਹੜਾ ਨਹੀਂ ਮਿਲਦਾ। ਦੈਟ ਇਜ਼ ਦਾ ਮੇਨ ਡਿਫਰੈਂਸ, ਠੀਕ ਹੈ। ਸੇਵਿੰਗ ਅਕਾਊਂਟਸ ਦੇ ਵਿੱਚ ਜਿਵੇਂ ਤੁਹਾਨੂੰ ਸੇਵਿੰਗ ਡਿਪੋਜ਼ਿਟਸ ਦੇ ਉੱਤੇ ਜੋ ਵਿਆਜ ਹੁੰਦਾ ਹੈ ਉਹ ਮਿਲਦਾ ਆ, ਬਟ ਕਰੰਟ ਅਕਾਊਂਟ ਦੇ ਵਿੱਚ ਕੋਈ ਵੀ ਵਿਆਜ ਜਿਹੜਾ ਨਹੀਂ ਮਿਲਦਾ। ਦੂਸਰਾ, ਇਹਦੇ ਵਿੱਚ ਜਿਹੜਾ ਮਤਲਬ ਇਹ ਕਰੰਟ ਅਕਾਊਂਟ ਨੂੰ ਮੇਨਟੇਨ ਕਰਨ ਦੀ ਕੋਸਟ ਵੀ ਹਾਈ ਹੈ, ਬਿਕੋਜ਼ ਇਹਦੇ ਵਿੱਚ ਇੱਕ ਮਿਨੀਮਮ ਬੈਲੈਂਸ ਤੁਹਾਨੂੰ ਰੱਖਣਾ ਪੈਂਦਾ। ਅੱਜ ਕੱਲ੍ਹ ਤਾਂ ਸੇਵਿੰਗ ਅਕਾਊਂਟਸ ਦੇ ਵਿੱਚ ਵੀ ਰੱਖਣਾ ਪੈਂਦਾ ਹੈ ਨਾ। ਸੋ ਸੇਵਿੰਗ ਅਕਾਊਂਟਸ ਦੇ ਵਿੱਚ ਜਿਹੜਾ ਤੁਸੀਂ ਜਦੋਂ ਪੈਸਾ ਰੱਖਦੇ ਆ ਅਤੇ ਤੁਹਾਨੂੰ ਜਿਹੜਾ ਆ ਉਹਦੇ ਉੱਤੇ ਵਿਆਜ ਵੀ ਮਿਲਦਾ ਆ। ਸੋ ਇਹ ਮਿਨੀਮਮ ਬੈਨੀਫਿਟ ਜਿਹੜਾ ਤੁਹਾਨੂੰ ਮਿਲਦਾ ਹੈ। ਬਟ ਕਰੰਟ ਅਕਾਊਂਟ ਦੇ ਵਿੱਚ ਜਿਵੇਂ ਤੁਹਾਨੂੰ ਹੋਰ ਜੋ ਬਿਜ਼ਨਸਿਸ ਨੂੰ ਫੈਸਿਲਿਟੀਜ਼ ਮਿਲਦੀਆਂ, ਜਿਵੇਂ ਓਵਰਡਰਾਫਟ ਫੈਸਿਲਿਟੀਜ਼ ਵਗੈਰਾ, ਉਹ ਵੀ ਮਿਲ ਜਾਂਦੀਆਂ ਨੇ। ਬਟ ਇਹਨਾਂ ਦੋਵਾਂ ਦੇ ਵਿੱਚ ਬੈਨੀਫਿਟ ਕੀ ਹੈ ਕਿ ਦੋਵਾਂ ਦੇ ਕੇਸਿਸ ਦੇ ਵਿੱਚ ATMs ਵੀ ਅਵੇਲੇਬਲ ਹੁੰਦੇ ਨੇ ਅਤੇ ਚੈੱਕਸ ਵੀ ਅਵੇਲੇਬਲ ਹੁੰਦੇ ਨੇ। ਔਰ ਜਿਹੜਾ ਮੇਨ ਡਿਫਰੈਂਸ ਹੈ ਉਹ ਇਹੀ ਹੈ ਕਿ ਜਿਹੜਾ ਕਰੰਟ ਅਕਾਊਂਟ ਹੈ ਉਹਦੇ 'ਤੇ ਕੋਈ ਵੀ ਵਿਆਜ ਨਹੀਂ ਹੁੰਦਾ, ਔਰ ਸੇਵਿੰਗ ਅਕਾਊਂਟ ਜਿਹੜਾ ਹੁੰਦਾ ਉਹਦੇ 'ਤੇ ਵਿਆਜ ਮਿਲਦਾ ਆ, ਰਾਈਟ। ਬਟ ਇਹਦੇ 'ਤੇ ਜਿਹੜਾ ਕਰੰਟ ਅਕਾਊਂਟ ਦੇ ਵਿੱਚ ਕਿਉਂਕਿ ਬਿਜ਼ਨਸਿਸ ਨੂੰ ਹੋਰ ਬਹੁਤ ਜ਼ਿਆਦਾ ਬੈਨੀਫਿਟਸ ਮਿਲ ਜਾਂਦੇ ਨੇ, ਫੈਸਿਲਿਟੀਜ਼ ਦਿੰਦਾ ਆ ਬੈਂਕ ਇਹਦੇ ਵਿੱਚ ਅਕਾਊਂਟ ਕ੍ਰੀਏਟ ਕਰਨ ਲਈ। ਸੋ ਇਸ ਕਰਕੇ ਜਿਹੜੇ ਸਮਾਲ ਬਿਜ਼ਨਸਿਸ ਹੁੰਦੇ ਨੇ ਉਹ ਕਰੰਟ ਅਕਾਊਂਟ ਕ੍ਰੀਏਟ ਕਰਦੇ ਨੇ। ਕੌਨਸੈਪਟਸ ਆਫ ਮਨੀ ਸਪਲਾਈ ਬਹੁਤ ਧਿਆਨ ਦੇ ਨਾਲ ਤੁਸੀਂ ਸੁਣਨਾ ਇੱਥੋਂ। ਮੋਨੀਟਰੀ ਐਗਰੀਗੇਟਸ ਇਹਨਾਂ ਨੂੰ ਆਪਾਂ ਬੋਲਦੇ, ਜਿਹੜੇ M1 M2 M3 M4 ਹੁੰਦੇ ਆ ਨਾ, ਮੋਨੀਟਰੀ ਐਗਰੀਗੇਟਸ। ਹੁਣ ਤੁਸੀਂ ਇੱਥੋਂ ਤੱਕ ਸਮਝਿਆ ਕਿ ਜਿਹੜੇ ਮਨੀ ਦੇ ਕੰਪੋਨੈਂਟ ਪਬਲਿਕ ਦੇ ਹੱਥਾਂ ਦੇ ਵਿੱਚ ਹੁੰਦੇ ਨੇ, ਮਨੀ ਸਰਕੂਲੇਸ਼ਨ ਹੁੰਦੀ ਹੈ, ਉਹ ਦੋ ਤਰੀਕੇ ਦੇ ਹੁੰਦੇ ਨੇ, ਇੱਕ ਕਰੰਸੀ ਕੰਪੋਨੈਂਟ ਅਤੇ ਦੂਜਾ ਡਿਮਾਂਡ ਡਿਪੋਜ਼ਿਟਸ, ਹੈ ਨਾ। ਹਜੇ ਆਪਾਂ ਟਾਈਮ ਡਿਪੋਜ਼ਿਟਸ ਦੀ ਗੱਲ ਨਹੀਂ ਕਰਨੀ। ਹੁਣ ਡਿਮਾਂਡ ਡਿਪੋਜ਼ਿਟਸ ਆਪਾਂ ਪੜ੍ਹਿਆ ਕਿ ਜਿਹੜਾ ਪੈਸਾ ਔਨ ਡਿਮਾਂਡ ਹੋਈ ਅਤੇ ਆਪਾਂ ਪੈਸਾ ਕਢਾ ਲਿਆ, ਔਨ ਡਿਮਾਂਡ ਉਸੇ ਵੇਲੇ ਕਢਾ ਲਿਆ। ਅਤੇ ਕਰੰਸੀ ਕੰਪੋਨੈਂਟਸ ਮਤਲਬ ਕਿ ਜੋ ਪੈਸਾ ਸਾਡੇ ਕੋਲ ਨੋਟਸ ਦੀ ਫੋਰਮ ਦੇ ਵਿੱਚ ਹੈ, ਸਿੱਕਿਆਂ ਦੀ ਫੋਰਮਸ ਦੇ ਵਿੱਚ ਹੈ, ਉਹ ਵਾਲਾ ਪੈਸਾ, ਔਰ ਉਹ ਹੱਥ ਚੇਂਜ ਕਰ ਰਿਹਾ, ਸਰਕੂਲੇਟ ਹੋ ਰਿਹਾ ਇਕੋਨਮੀ ਦੇ ਵਿੱਚ। ਹੁਣ ਜਦੋਂ ਆਪਾਂ ਸਿਰਫ ਇਹ ਦੋ ਕੰਪੋਨੈਂਟਸ ਦੀ ਗੱਲ ਕਰਨੀ ਹੈ ਨਾ, ਮਤਲਬ ਕਿ ਜਿਹੜੀ ਕਰੰਸੀ ਕੰਪੋਨੈਂਟ ਹੈ ਅਤੇ ਜਿਹੜਾ ਡਿਮਾਂਡ ਡਿਪੋਜ਼ਿਟ ਹੈ, ਕਿ ਮਤਲਬ ATM ਵਗੈਰਾ ਤੁਸੀਂ ਪੈਸੇ ਇਮੀਡੀਏਟਲੀ ਕਢਾ ਲਏ, ਚੈੱਕ ਤੋਂ ਕਢਾ ਲਏ। ਸੋ ਉਹ ਸਾਰਾ ਇਹ ਦੋਵੇਂ ਚੀਜ਼ਾਂ ਮਿਲਾ ਕੇ M1 ਬਣਦਾ ਹੈ। M1 ਮਤਲਬ ਮਨੀ ਐਗਰੀਗੇਟ, ਜਿਹਨੂੰ ਆਪਾਂ ਨੈਰੋ ਮਨੀ ਬੋਲਦੇ ਹਾਂ। ਸੋ ਅਗੇਨ ਮੈਂ ਰਿਪੀਟ ਕਰਦੀ ਹਾਂ, ਨੈਰੋ ਮਨੀ ਮਤਲਬ ਸਿਰਫ ਔਰ ਸਿਰਫ ਕਰੰਸੀ ਜਿਹੜੀ ਸਰਕੂਲੇਸ਼ਨ 'ਚ ਹੈ, ਯਾਨੀ ਕਿ ਕੋਇਨਸ ਅਤੇ ਨੋਟਸ। ਅਤੇ ਦੂਸਰਾ ਜਿਹੜੇ ਡਿਮਾਂਡ ਡਿਪੋਜ਼ਿਟਸ ਹੈ, ਮਤਲਬ ਆਪਾਂ ਨੂੰ ਪੈਸੇ ਦੀ ਜ਼ਰੂਰਤ ਪਈ, ਅਸੀਂ ਉਸੇ ਵੇਲੇ ਕਢਾ ਲਈ। ਇਸੇ ਕਰਕੇ ਹੀ ਇਹਨੂੰ ਨੈਰੋ ਮਨੀ ਬੋਲਦੇ ਆ, ਬਿਕੋਜ਼ ਇਹਦੇ ਵਿੱਚ ਆਪਾਂ ਟਾਈਮ ਡਿਪੋਜ਼ਿਟਸ ਜਿਹੜੇ ਇਹਨਾਂ ਨੂੰ ਇਨਕਲੂਡ ਨਹੀਂ ਕਰਦੇ ਹਾਂ, ਰਾਈਟ। ਹੁਣ ਆਪਾਂ ਜਦੋਂ RBI ਦੀ ਗੱਲ ਕਰਨੀ ਹੈ, ਆਪਾਂ ਸਿਰਫ M1 ਅਤੇ M3 ਯਾਦ ਰੱਖਣਾ ਹੈ, ਯਾਨੀ ਕਿ ਨੈਰੋ ਮਨੀ ਅਤੇ ਬਰੋਡ ਮਨੀ। ਨੈਰੋ ਮਨੀ ਆਪਾਂ ਗੱਲ ਕੀਤੀ ਵੀ ਜਿਹਦੇ ਵਿੱਚ ਕਰੰਸੀ ਇਨ ਸਰਕੂਲੇਸ਼ਨ ਪਲੱਸ ਡਿਮਾਂਡ ਡਿਪੋਜ਼ਿਟਸ ਹੁੰਦੇ ਆ। ਅਤੇ M2 ਦੇ ਵਿੱਚ ਕੀ ਹੁੰਦਾ, ਜਦੋਂ ਡਿਮਾਂਡ ਡਿਪੋਜ਼ਿਟਸ ਅਤੇ ਕਰੰਸੀ ਸਰਕੂਲੇਸ਼ਨ ਦੇ ਵਿੱਚ ਅਸੀਂ ਪੋਸਟ ਆਫਿਸ ਸੇਵਿੰਗਸ ਵੀ ਇਨਕਲੂਡ ਕਰ ਦਿੰਦੇ ਹਾਂ। ਇਹ ਆਪਾਂ ਕਿਉਂ ਕਰਦੇ ਹਾਂ? ਕਿਉਂਕਿ ਪਹਿਲਾਂ ਇਨੀਸ਼ੀਅਲੀ ਲੋਕੀ ਪੋਸਟ ਆਫਿਸ ਸੇਵਿੰਗਸ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਇਨਵੈਸਟ ਕਰਦੇ ਹੁੰਦੇ ਸੀਗੇ। ਵਿਦ ਦਾ ਪੈਸੇਜ ਆਫ ਟਾਈਮ ਇਹ ਚੀਜ਼ ਨਾ ਘੱਟ ਗਈ ਹੈ, ਇਸ ਕਰਕੇ M2 ਦੀ ਹੁਣ ਇੰਨੀ ਰੈਲੀਵੈਂਸੀ ਨਹੀਂ ਰਹਿ ਗਈ। ਇਸੇ ਤਰ੍ਹਾਂ ਹੀ M4 ਦੀ ਇੰਨੀ ਰੈਲੀਵੈਂਸੀ ਨਹੀਂ ਰਹਿ ਗਈ, ਕਿਉਂਕਿ M3 ਦੇ ਵਿੱਚ ਬਰੋਡ ਮਨੀ ਆ ਜਾਂਦੀ। ਬਰੋਡ ਮਨੀ ਦੇ ਵਿੱਚ ਡਿਮਾਂਡ ਡਿਪੋਜ਼ਿਟਸ ਅਤੇ ਕਰੰਸੀ ਸਰਕੂਲੇਸ਼ਨ ਤੇ ਰਹਿਣਾ ਪਲੱਸ ਟਾਈਮ ਡਿਪੋਜ਼ਿਟਸ ਵੀ ਆ ਜਾਂਦੇ ਨੇ, ਠੀਕ ਹੈ। ਸੋ ਟਾਈਮ ਡਿਪੋਜ਼ਿਟਸ ਮਤਲਬ ਆਪਾਂ ਹੁਣੇ ਗੱਲ ਕੀਤੀ ਕਿ ਜਿਨ੍ਹਾਂ ਦਾ ਇੱਕ ਟੈਨਿਓਰ ਹੁੰਦਾ ਹੈ, ਫਿਕਸ ਮੈਚਿਓਰਿਟੀ ਡੇਟ ਹੁੰਦੀ ਹੈ, ਇਸ ਲਈ ਲੌਂਗ ਟਰਮ ਲਈ ਪੈਸਾ ਜਿਹੜਾ ਬੈਂਕ ਕੋਲ ਤੁਹਾਡਾ ਪਿਆ ਰਹਿੰਦਾ ਆ। ਸੋ ਜਦੋਂ ਆਪਾਂ ਨੈਰੋ ਮਨੀ ਦੇ ਵਿੱਚ ਟਾਈਮ ਡਿਪੋਜ਼ਿਟਸ ਵੀ ਐਡ ਕਰ ਦਿੰਦੇ ਹਾਂ, ਯਾਨੀ ਕਿ M1 ਦੇ ਵਿੱਚ ਜਦੋਂ ਅਸੀਂ ਟਾਈਮ ਡਿਪੋਜ਼ਿਟਸ ਐਡ ਕਰ ਦਿੰਦੇ ਹਾਂ, ਉਹ ਸਾਡੇ ਕੋਲ M3 ਬਣ ਜਾਂਦਾ, ਯਾਨੀ ਕਿ ਬਰੋਡ ਮਨੀ ਬਣ ਜਾਂਦਾ। ਹੁਣ ਜਦੋਂ M3 ਦੇ ਵਿੱਚ ਯਾਨੀ ਕਿ ਕਰੰਸੀ ਇਨ ਸਰਕੂਲੇਸ਼ਨ ਪਲੱਸ ਡਿਮਾਂਡ ਡਿਪੋਜ਼ਿਟਸ ਪਲੱਸ ਟਾਈਮ ਡਿਪੋਜ਼ਿਟਸ ਦੇ ਵਿੱਚ ਜਦੋਂ ਅਸੀਂ ਪੋਸਟ ਆਫਿਸ ਸੇਵਿੰਗ ਸਰਟੀਫਿਕੇਟਸ ਵੀ ਐਡ ਕਰ ਦਿੰਦੇ ਹਾਂ, ਅਤੇ ਉਹ ਸਾਡੀ ਬਣ ਜਾਂਦੀ ਆ M4 ਐਗਰੀਗੇਟ। ਸੋ ਕਿਉਂਕਿ ਪੋਸਟ ਆਫਿਸ ਜਿਹੜੀ ਸੇਵਿੰਗਸ ਹੈ ਉਹ ਹੁਣ ਉਹਨਾਂ ਦੀ ਅੱਜ ਦੇ ਟਾਈਮ 'ਚ ਇੰਨੀ ਰੈਲੀਵੈਂਸੀ ਨਹੀਂ ਰਹੀ ਹੈ, ਇਸ ਕਰਕੇ M2 ਅਤੇ M4 ਦੀ ਵੀ ਇੰਨੀ ਰੈਲੀਵੈਂਸੀ ਜਿਹੜੀ ਹੈ ਅੱਜ ਦੀ ਡੇਟ 'ਚ ਨਹੀਂ ਹੈਗੀ। ਸੋ ਇਸ ਕਰਕੇ RBI ਸਿਰਫ ਨੈਰੋ ਮਨੀ ਅਤੇ ਬਰੋਡ ਮਨੀ ਯਾਨੀ ਕਿ M1, ਯਾਨੀ ਕਿ M1 ਦਾ ਮਤਲਬ ਕਰੰਸੀ ਇਨ ਸਰਕੂਲੇਸ਼ਨ ਪਲੱਸ ਡਿਮਾਂਡ ਡਿਪੋਜ਼ਿਟਸ, ਅਤੇ M3 ਯਾਨੀ ਕਿ ਬਰੋਡ ਮਨੀ ਯਾਨੀ ਕਿ ਕਰੰਸੀ ਇਨ ਸਰਕੂਲੇਸ਼ਨ ਪਲੱਸ ਡਿਮਾਂਡ ਡਿਪੋਜ਼ਿਟਸ ਪਲੱਸ ਟਾਈਮ ਡਿਪੋਜ਼ਿਟਸ ਹੀ ਜਿਹੜੇ ਹੈ ਉਹ ਯੂਜ਼ ਕਰਦਾ, ਜੋ ਵੀ ਆਪਣੇ ਇੰਡੀਕੇਟਰਸ ਹੁੰਦੇ ਨੇ ਮਨੀ ਸਪਲਾਈ ਦੇ, ਉਹਨੂੰ ਮੇਜਰ ਕਰਨ ਵਾਸਤੇ, ਰਾਈਟ। ਸੋ ਦੈਟ ਵਾਜ਼ ਆਲ ਅਬਾਊਟ ਮਨੀ ਸਪਲਾਈ। ਇਹ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਇਹਨੂੰ ਧਿਆਨ ਦੇ ਨਾਲ ਅਗਰ ਇੱਕ ਵਾਰ ਨਹੀਂ ਸਮਝ ਆਇਆ ਦੁਬਾਰਾ ਸੁਣੋ, ਮੈਂ ਫਿਰ ਦੁਬਾਰਾ ਰਿਪੀਟ ਕਰ ਦਿੰਦੀ ਹਾਂ। M1, M2, M3, M4 ਦੋ ਚੀਜ਼ਾਂ ਤੁਹਾਨੂੰ ਯਾਦ ਰੱਖਣੀਆਂ, M1 ਅਤੇ M3, ਹੈ ਨਾ। ਆਪਾਂ ਗੱਲ ਕੀਤੀ ਕਿ ਕਰੰਸੀ ਜਦੋਂ ਸਰਕੂਲੇਟ ਹੁੰਦੀ ਹੈ ਅਤੇ ਦੋ ਚੀਜ਼ਾਂ ਦੀ ਆਪਾਂ ਗੱਲ ਕਰਦੇ ਹਾਂ, ਇੱਕ ਕਰੰਸੀ ਜਿਹੜੀ ਨੋਟਸ
ਤੇ ਕੋਇਨਸ ਦੀ ਫਾਰਮ ਦੇ ਵਿੱਚ ਹੁੰਦੀ ਹੈ, ਤੇ ਦੂਸਰਾ ਡਿਮਾਂਡ ਡਿਪੋਜ਼ਿਟ ਜਿਹੜੇ ਅਸੀਂ ਪੈਸੇ ਉਸੇ ਵੇਲੇ ਕਢਾ ਲੈਂਦੇ ਹਾਂ। ਠੀਕ ਹੈ, ਇਹਨਾਂ ਦੋਵਾਂ ਨੂੰ ਆਪਾਂ ਨੈਰੋ ਮਨੀ ਕਹਿੰਦੇ ਆ। ਪਰ ਜਦੋਂ ਇਹਦੇ ਵਿੱਚ ਆਪਾਂ ਟਾਈਮ ਡਿਪੋਜ਼ਿਟਸ ਯਾਨੀ ਕਿ FDs ਵਗੈਰਾ ਇਨਕਲੂਡ ਕਰ ਦਿੰਦੇ ਹਾਂ, ਤੇ ਉਹ ਸਾਡੀ ਬਰੋਡ ਮਨੀ ਬਣ ਜਾਂਦੀ ਯਾਨੀ ਕਿ M3। ਤੇ ਜਦੋਂ M1 ਦੇ ਵਿੱਚ ਅਸੀਂ ਪੋਸਟ ਆਫਿਸ ਸੇਵਿੰਗਸ ਇਨਕਲੂਡ ਕਰਦੇ ਹਾਂ ਤੇ M2 ਬਣ ਗਿਆ। ਤੇ ਜਦੋਂ M3 ਦੇ ਵਿੱਚ ਬਰੋਡ ਮਨੀ ਦੇ ਵਿੱਚ ਪੋਸਟ ਆਫਿਸ ਸੇਵਿੰਗ ਸਰਟੀਫਿਕੇਟਸ ਵਗੈਰਾ ਜਾਂ ਸੇਵਿੰਗਸ ਸ਼ੋ ਕਰ ਦਿੱਤੀਆਂ ਤੇ ਉਹ M4 ਬਣ ਗਿਆ। ਸੋ ਇੰਨੀ ਕਹਾਣੀ ਹੈ ਬਸ। ਹੁਣ ਗੱਲ ਕਰਦੇ ਹਾਂ ਰਿਜ਼ਰਵ ਮਨੀ ਦੀ। ਇਹਨੂੰ ਆਪਾਂ M0 ਵੀ ਬੋਲ ਦਿੰਦੇ ਹਾਂ, ਮਤਲਬ M0 ਦੇ ਨਾਲ ਡਿਨੋਟ ਕਰਦੇ ਹਾਂ, M0 ਬੋਲ ਦਿੰਦੇ ਹਾਂ। ਸੋ ਇਹ ਹਾਈ ਪਾਵਰਡ ਮਨੀ ਹੁੰਦੀ ਹੈ, ਇਹਨੂੰ ਹਾਈ ਪਾਵਰਡ ਮਨੀ ਬੋਲਦੇ ਆ ਰਿਜ਼ਰਵ ਮਨੀ ਨੂੰ, ਜਾਂ ਮੋਨੀਟਰੀ ਬੇਸ ਵੀ ਬੋਲਦੇ ਆ, ਬਿਕੋਜ਼ ਇਹ ਉਹ ਸਾਰਾ ਪੈਸਾ ਹੁੰਦਾ ਜਿਹੜਾ ਇਕੋਨਮੀ ਦੇ ਵਿੱਚ ਕੈਸ਼ ਦੀ ਫਾਰਮ 'ਚ ਹੁੰਦਾ। ਹੁਣ ਇਹਦੇ ਵਿੱਚ ਉਹ ਪੈਸਾ ਵੀ ਆ ਜਾਂਦਾ ਜਿਹੜਾ ਪੈਸਾ CRR ਦੀ ਫਾਰਮ ਦੇ ਵਿੱਚ ਬੈਂਕਾਂ ਦਾ RBI ਕੋਲ ਪਿਆ ਆ। ਜਿਵੇਂ CRR ਜਿਹਨੂੰ ਆਪਾਂ ਕੈਸ਼ ਰਿਜ਼ਰਵ ਰੇਸ਼ੋ ਬੋਲ ਦਿੰਦੇ ਹਾਂ, 4% ਜਿਹੜਾ ਬੈਂਕਾਂ ਦਾ RBI ਦੇ ਕੋਲ ਹੁੰਦਾ। ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਬਹੁਤ ਇੰਪੋਰਟੈਂਟ ਹੈ, ਨੋਟ ਕਰਕੇ ਰੱਖ ਲੈਣਾ। ਠੀਕ ਹੈ, ਜਿਹੜੀ SLR ਜਾਂ CRR ਹੁੰਦਾ ਹੈ ਨਾ, ਸਟੈਚੂਟਰੀ ਲਿਕੁਇਡਿਟੀ ਰੇਸ਼ੋ ਹੁੰਦੀ ਹੈ, ਕਿ ਜਿਹੜਾ ਪੈਸਾ ਲਿਕੁਇਡ ਫਾਰਮ ਦੇ ਵਿੱਚ ਬੈਂਕਸ ਆਪਣੇ ਕੋਲ ਰੱਖਦੇ ਆ। ਐਟ ਪ੍ਰੈਜ਼ੈਂਟ ਇਹਦੀ ਮੇਰੇ ਖਿਆਲ 18% ਹੈ, ਅਤੇ ਜਿਹੜੀ CRR ਹੁੰਦੀ ਹੈ ਉਹ 4% ਹੈ। ਔਰ ਇਹ ਜਿਹੜਾ CRR ਹੁੰਦਾ ਕੈਸ਼ ਰਿਜ਼ਰਵ ਰੇਸ਼ੋ, ਜਿਹੜਾ ਪੈਸਾ ਬੈਂਕਾਂ ਨੇ RBI ਦੇ ਕੋਲ ਰੱਖਣਾ ਹੁੰਦਾ। ਠੀਕ ਹੈ, ਸੋ SLR ਮਤਲਬ ਜਿਹੜਾ ਬੈਂਕਾਂ ਨੇ ਕੁਛ ਪਰਸੈਂਟੇਜ ਆਪਣੇ ਕੋਲ ਰੱਖਣਾ ਹੁੰਦਾ ਹੈ ਆਫ ਨੈਟ। ਹਾਂ, ਇਹ ਇੰਪੋਰਟੈਂਟ ਹੈ, ਨੈਟ ਡਿਮਾਂਡ ਐਂਡ ਟਾਈਮ ਲਾਇਬਿਲਿਟੀਜ਼ ਦਾ ਟੋਟਲ ਬੈਂਕ ਵਰਥ ਕਿੰਨੀ ਹੈ, ਕਿਸੇ ਵੀ ਬੈਂਕ ਦੀ ਟੋਟਲ ਵਰਥ ਕਿੰਨੀ ਹੈ, ਉਹਦਾ ਪਰਸੈਂਟੇਜ ਨਹੀਂ ਹੁੰਦਾ ਇਹ 18% ਜਾਂ 4% ਜਦੋਂ ਆਪਾਂ SLR ਅਤੇ CRR ਦੀ ਗੱਲ ਕਰਦੇ ਹਾਂ। ਇਹ ਨੈਟ ਡਿਮਾਂਡ ਅਤੇ ਟਾਈਮ ਲਾਇਬਿਲਿਟੀਜ਼ ਦਾ 4% ਅਤੇ 18% ਹੁੰਦਾ ਆ। ਹੁਣ ਲਾਇਬਿਲਿਟੀ ਕੀ ਹੁੰਦਾ? ਲਾਇਬਿਲਿਟੀ ਦਾ ਵਰਡ ਦਾ ਮਤਲਬ ਹੁੰਦਾ ਕਿ ਜਦੋਂ ਆਪਾਂ ਕਿਸੇ ਦਾ ਪੈਸਾ ਵਿਦ ਵਿਆਜ ਉਹਨੂੰ ਦੇਣਾ ਹੁੰਦਾ ਆ, ਉਹਨੂੰ ਆਪਾਂ ਬੋਲ ਦਿੰਦੇ ਹਾਂ ਲਾਇਬਿਲਿਟੀ। ਅਤੇ ਜਦੋਂ ਆਪਾਂ ਨੈਟ ਡਿਮਾਂਡ ਅਤੇ ਨੈਟ ਟਾਈਮ ਲਾਇਬਿਲਿਟੀ ਦੀ ਗੱਲ ਕਰਦੇ ਹਾਂ, ਤਾਂ ਦੈਟ ਮੀਨਸ ਕਿ ਕਿੰਨਾ ਪੈਸਾ ਜਿਹੜਾ ਲੋਕਾਂ ਨੇ ਰੋਜ਼ ਦੇ ਰੋਜ਼ ਬੈਂਕ 'ਚੋਂ ਕਢਾਉਣਾ ਹੈ, ਵਰਤਣਾ ਹੈ, ਅਤੇ ਕਿੰਨਾ ਪੈਸਾ ਜਿਹੜਾ ਲੋਕਾਂ ਦੀ ਲੌਂਗ ਟਰਮ ਉਹਨਾਂ ਨੇ FDs ਦੇ ਵਿੱਚ ਇਨਵੈਸਟ ਕੀਤਾ ਹੋਇਆ, ਅਤੇ ਕੁਛ ਸਾਲਾਂ ਬਾਅਦ ਬੈਂਕਾਂ ਨੇ ਉਹਨਾਂ ਨੂੰ ਵਿਦ ਵਿਆਜ ਵਾਪਸ ਦੇਣਾ ਹੈ। ਸੋ ਇਹ ਸਾਰਾ ਪੈਸਾ ਜਿਹੜਾ ਲੋਕਾਂ ਦਾ ਪਿਆ ਹੋਇਆ ਹੈ, ਮਤਲਬ ਬੈਂਕ ਜਿਹੜੇ ਆ ਉਹਦੇ ਲਈ ਲਾਇਬਲ ਨੇ ਲੋਕਾਂ ਨੂੰ ਦੇਣ ਵਾਸਤੇ, ਉਹ ਸਾਰੇ ਪੈਸੇ ਦਾ ਜਦੋਂ 4% ਉਹ ਬੈਂਕ ਜਿਹੜੇ ਆ RBI ਕੋਲ ਰੱਖਦੇ ਆ, ਉਹਨੂੰ ਆਪਾਂ CRR ਬੋਲਦੇ ਹਾਂ, ਕੈਸ਼ ਰਿਜ਼ਰਵ ਰੇਸ਼ੋ। ਅਤੇ ਜਦੋਂ ਉਹਦਾ 18% ਆਪਣੇ ਕੋਲ ਰੱਖਦੇ ਨੇ, ਉਹ ਸਾਰੇ ਪੈਸੇ ਦਾ, ਆਪਣੀ ਨੈਟਵਰਥ ਦਾ ਨਹੀਂ, ਇਹ ਇੰਪੋਰਟੈਂਟ ਆ ਯਾਦ ਰੱਖਣਾ। ਠੀਕ ਹੈ, ਨੈਟ ਡਿਮਾਂਡ ਅਤੇ ਟਾਈਮ ਲਾਇਬਿਲਿਟੀ ਦਾ 18% ਤੋਂ ਆਪਣੇ ਕੋਲ ਰੱਖਦੇ ਆ, ਤਾਂ ਉਹਨੂੰ ਆਪਾਂ ਸਟੈਚੂਟਰੀ ਲਿਕੁਇਡਿਟੀ ਰੇਸ਼ੋ ਕਹਿੰਦੇ ਹਾਂ। ਬਸ ਇੰਨਾ ਹੀ ਫਰਕ ਹੈ। ਸੋ ਕਦੀ ਵੀ ਇਹ ਚੀਜ਼ ਨਾਲ ਕਨਫਿਊਜ਼ਨ ਨਹੀਂ ਹੋਣੀ ਕਿ ਬੈਂਕ ਦੀ ਟੋਟਲ ਵਰਥ ਦਾ 4% ਜਿਹੜਾ ਆ ਉਹ RBI ਕੋਲ ਰੱਖਦੇ ਆ, ਤੈਨੂੰ CRR ਕਹਿੰਦੇ ਆ, ਨਹੀਂ। ਠੀਕ ਹੈ, ਟੋਟਲ ਨੈਟ ਡਿਮਾਂਡ ਅਤੇ ਟਾਈਮ ਲਾਇਬਿਲਿਟੀ ਦਾ ਮਤਲਬ ਕਿੰਨਾ ਲੋਕਾਂ ਦਾ ਪੈਸਾ ਬੈਂਕ ਨੇ ਰੋਜ਼ ਦੇ ਰੋਜ਼ ਦੇਣਾ, ਅਤੇ ਕਿੰਨਾ ਜਿਹੜਾ ਕੁਛ ਫਿਕਸ ਟਰਮ ਦੇ ਬਾਅਦ ਦੇਣਾ, ਉਹਦਾ ਸਾਰਾ ਦਾ ਸਾਰਾ ਜਿਹੜਾ ਸਾਰੇ ਲੋਕਾਂ ਦਾ ਮਿਲਾ ਕੇ ਉਹਦਾ 4% ਉਹਨੂੰ CRR ਬੋਲਦੇ ਆ, ਅਤੇ ਉਹਦਾ 18% ਜਿਹੜਾ ਬੈਂਕ ਨੇ ਆਪਣੇ ਕੋਲ ਰੱਖਣਾ ਉਹਨੂੰ SLR ਬੋਲਦੇ ਆ। ਸੋ ਹੁਣ ਬੈਕ ਵਾਪਸ ਇੱਥੇ ਆਉਂਦੇ ਆ ਰਿਜ਼ਰਵ ਮਨੀ 'ਤੇ। ਸੋ ਰਿਜ਼ਰਵ ਮਨੀ ਦੇ ਵਿੱਚ ਉਹ ਸਾਰਾ ਪੈਸਾ ਆ ਜਾਂਦਾ ਜੋ ਕੈਸ਼ ਦੀ ਫਾਰਮ 'ਚ ਆ। ਹੁਣ ਇਹਦੇ ਵਿੱਚ CRR ਵੀ ਆ ਜਾਂਦਾ। ਸੋ ਕਿਹੜੇ ਕਿਹੜੇ ਕੰਪੋਨੈਂਟਸ ਨੇ? ਕਰੰਸੀ ਵਿਦ ਦ ਪਬਲਿਕ, ਅਦਰ ਡਿਪੋਜ਼ਿਟਸ ਵਿਦ ਦ RBI, ਕੈਸ਼ ਰਿਜ਼ਰਵਸ ਆਫ ਬੈਂਕ ਹੈਲਡ ਵਿਦ ਦੈਮਸੈਲਸ ਜਿੱਦਾਂ SLR ਹੋ ਗਿਆ। ਠੀਕ ਹੈ, ਦੈਨ ਉਸ ਤੋਂ ਬਾਅਦ ਕੈਸ਼ ਰਿਜ਼ਰਵਸ ਆਫ ਬੈਂਕ ਹੈਲਡ ਵਿਦ RBI ਜਿਹਨੂੰ ਆਪਾਂ CRR ਬੋਲਦੇ ਹਾਂ। ਸੋ ਇਹ ਕਾਹਦਾ ਹੁੰਦਾ ਆ? ਆਫ ਨੈਟ ਡਿਮਾਂਡ ਐਂਡ ਟਾਈਮ ਲਾਇਬਿਲਿਟੀਜ਼, ਨਾ ਕਿ ਬੈਂਕ ਵਰਥ ਦਾ ਹੁੰਦਾ ਆ। ਠੀਕ ਹੈ, ਜਿਹੜਾ ਪੈਸਾ ਲੋਕਾਂ ਨੇ ਰੋਜ਼ ਵਰਤਣਾ ਹੈ ਜਾਂ ਜਿਹੜਾ ਪੈਸਾ ਲੋਕਾਂ ਨੇ ਕੁਛ ਫਿਕਸ ਟੈਨਿਓਰ ਬਾਅਦ ਲੈਣਾ ਆ, ਉਹ ਸਾਰੇ ਦਾ ਟੋਟਲ 4% ਜਿਹੜਾ CRR ਹੁੰਦਾ ਆ, ਅਤੇ 18% ਜਿਹੜਾ ਅੱਜ ਦੀ ਡੇਟ 'ਚ ਇਹ ਵੇਰੀ ਕਰਦੀ ਰਹਿੰਦੀ ਹੈ SLR CRR। ਠੀਕ ਹੈ, ਸੋ ਜਿਹੜਾ 18% SLR ਬੈਂਕ ਨੇ ਆਪਣੇ ਕੋਲ ਰੱਖਣਾ ਹੈ। ਸੋ ਉਹ ਵੀ ਜਿਹੜਾ ਰਿਜ਼ਰਵ ਮਨੀ ਦਾ ਪਾਰਟ ਹੈ, CRR ਵੀ ਅਤੇ SLR ਵੀ। ਸੋ ਕੈਸ਼ ਰਿਜ਼ਰਵਸ ਜਿਹੜੇ ਦੋ ਤਰ੍ਹਾਂ ਦੇ ਹੁੰਦੇ, ਇੱਕ ਹੁੰਦਾ ਰਿਕੁਆਇਰਡ ਰਿਜ਼ਰਵਸ ਅਤੇ ਇੱਕ ਹੁੰਦਾ ਐਕਸੈਸ ਰਿਜ਼ਰਵਸ। ਰਿਕੁਆਇਰਡ ਰਿਜ਼ਰਵਸ ਮਤਲਬ ਜਿਵੇਂ 4% ਹੈ ਉਹਨਾਂ ਨੇ RBI ਨੂੰ ਦੇਣਾ ਹੀ ਦੇਣਾ, ਉਹਦੇ ਉੱਪਰ ਜਿਹੜਾ ਹੈਗਾ ਉਹ ਐਕਸੈਸ ਰਿਜ਼ਰਵ ਹੈ। ਠੀਕ ਆ, ਸੋ ਅਗੇਨ ਉਹੀ ਚੀਜ਼ ਲਿਖੀ ਹੈ ਕਿ ਜਿਹੜੇ ਰਿਜ਼ਰਵਸ RBI ਕੋਲ ਰੱਖਣੇ ਹੁੰਦੇ ਬੈਂਕਸ ਨੇ ਆਪਣੇ, ਉਹਨੂੰ ਆਪਾਂ ਬੋਲ ਦਿੰਦੇ ਹਾਂ ਰਿਕੁਆਇਰਡ ਰਿਜ਼ਰਵਸ, ਅਤੇ ਉਹਦੇ ਐਕਸੈਸ 'ਚ ਜੇ ਉਹਦੇ ਵੱਧ 'ਚ ਪਏ ਹੋਏ ਆ, ਅਤੇ ਉਹਨੂੰ ਆਪਾਂ ਐਕਸੈਸ ਰਿਜ਼ਰਵ ਬੋਲਦੇ ਹਾਂ। ਸੋ ਉਹ ਬੈਂਕ ਜਿਹੜੇ ਆ ਉਹ ਆਪਣੀਆਂ ਨੀਡਸ ਨੂੰ ਪੂਰਾ ਕਰਨ ਲਈ ਵਰਤਦੇ ਨੇ। ਦੈਨ ਵੈਲਿਊ ਆਫ ਮਨੀ। ਵੈਲਿਊ ਆਫ ਮਨੀ ਦਾ ਮਤਲਬ ਪਰਚੇਜ਼ਿੰਗ ਪਾਵਰ ਕਿੰਨੀ ਹੈ ਮਨੀ ਦੀ, ਕਿ ਕਿੰਨੇ ਇੱਕ ਮਤਲਬ ਆਪਾਂ 1 ਰੁਪਏ ਦੇ ਵਿੱਚ ਕਿੰਨੇ ਗੁੱਡਸ ਜਿਹੜੇ ਆ ਉਹ ਖਰੀਦ ਸਕਦੇ ਹਾਂ। 100 ਰੁਪਏ ਦੇ ਵਿੱਚ ਆਪਾਂ ਕਿੰਨੇ ਗੁੱਡਸ ਖਰੀਦ ਸਕਦੇ ਹਾਂ, ਉਹਨੂੰ ਕਹਿ ਦਿੰਦੇ ਹਾਂ ਵੈਲਿਊ ਆਫ ਮਨੀ।
ਰਾਈਟ। ਦੈਨ ਉਸ ਤੋਂ ਬਾਅਦ ਹੈਗੇ RBI ਟੂਲਸ। RBI ਟੂਲਸ ਦੇ ਵਿੱਚ ਸਭ ਤੋਂ ਪਹਿਲਾਂ ਇਹਦੇ ਵਿੱਚ ਮਾੜਾ ਜਿਹਾ ਇੱਕ ਪੁਆਇੰਟ ਲਿਖਿਆ ਹੋਇਆ ਕਿ ਕੋਇਨਸ ਜਿਹੜੇ ਮਿਨਿਸਟਰੀ ਆਫ ਫਾਈਨਾਂਸ ਮਿੰਟ ਕਰਦੀ ਆ, ਬਟ ਉਹਨੂੰ ਸਪਲਾਈ ਕੌਣ ਕਰਦਾ ਹੈ? RBI ਹੀ ਸਪਲਾਈ ਕਰਦੀ ਆ। ਹੁਣ ਮਨੀ ਸਪਲਾਈ ਨੂੰ ਕੰਟਰੋਲ ਕਰਨ ਵਾਸਤੇ ਜਿਹੜਾ ਆ ਉਹ RBI ਨੇ ਕੁਛ ਟੂਲਸ ਰੱਖੇ ਹੋਏ ਆ। ਮਨੀ ਸਪਲਾਈ ਦਾ ਮਤਲਬ ਕਿ ਜ਼ਿਆਦਾ ਪੈਸਾ ਜਿਹੜਾ ਵਾ ਜੇ ਉਹ ਹੱਥਾਂ 'ਚ ਲੋਕਾਂ ਦੇ ਆ ਜਾਏ ਤਾਂ ਉਹ ਵੀ ਨਹੀਂ ਚੰਗਾ, ਜੇ ਘੱਟ ਆ ਤਾਂ ਫਿਰ ਉਹ ਵੀ ਨਹੀਂ ਚੰਗਾ। ਸੋ RBI ਨੇ ਇਸੇ ਚੀਜ਼ ਨੂੰ ਮੈਨੇਜ ਕਰਨਾ ਹੁੰਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ RBI ਮਨੀ ਸਪਲਾਈ ਨੂੰ ਕਿੱਦਾਂ ਕੰਟਰੋਲ ਕਰਦਾ ਆ। ਦੇਖੋ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਦੱਸ ਦਿੰਦੀ ਹਾਂ ਵੀ ਜੇ ਜ਼ਿਆਦਾ ਪੈਸਾ ਹੋਊਗਾ ਮਾਰਕੀਟ ਦੇ ਵਿੱਚ, ਜ਼ਿਆਦਾ ਲੋਕਾਂ ਦੇ ਹੱਥ 'ਚ ਪੈਸਾ ਆ ਜਾਏਗਾ ਅਤੇ ਪੈਸਾ ਹੱਥ 'ਚ ਲੋਕਾਂ ਦੇ ਆਉਣ ਨਾਲ ਕੀ ਹੋਣਾ, ਲੋਕਾਂ ਦੀ ਡਿਮਾਂਡ ਵਧੇਗੀ, ਹੈ ਨਾ। ਉਹ ਆਪਾਂ ਕਹਿ ਨਹੀਂ ਦਿੰਦੇ ਕਿ ਆਪਾਂ ਮਤਲਬ ਆਪਣੀ ਚਾਦਰ ਵੇਖ ਕੇ ਕਦੀ ਨਹੀਂ ਪੈਰ ਪਸਾਰਦੇ। ਆਪਾਂ ਹਮੇਸ਼ਾ ਸਾਨੂੰ ਹੁੰਦਾ ਕਿ ਮਤਲਬ ਜੇ ਸਾਡੇ ਕੋਲ ਜ਼ਿਆਦਾ ਪੈਸੇ ਆ ਗਏ ਨਾ, ਜੇ ਸਾਡੀ 5000 ਮੰਨ ਲਓ ਸਾਡੀ ਤਨਖਾਹ ਹੈ ਅੱਜ ਦੀ ਡੇਟ ਦੇ ਵਿੱਚ, ਅਤੇ ਅਸੀਂ ਉਨਾ ਹੀ ਖਰਚਾ ਕਰਾਂਗੇ ਕਿ ਜਿੰਨਾ ਮਤਲਬ 5000 ਦੇ ਵਿੱਚ ਸਾਡਾ ਪੂਰਾ ਪੈ ਜਾਂਦਾ ਹੈ। ਬਟ ਜੇ ਅੱਜ ਸਾਡੀ ਤਨਖਾਹ 10000 ਹੋ ਜਾਏ ਨਾ, ਤਾਂ ਸਾਨੂੰ 10000 ਵੀ ਥੋੜ੍ਹਾ ਲੱਗਣ ਲੱਗ ਜਾਣਾ। ਜੇ 20000 ਹੋ ਜਾਏ ਫਿਰ 2 ਦਿਨਾਂ ਨੂੰ, ਅਤੇ ਸਾਨੂੰ 20000 ਵੀ ਥੋੜ੍ਹਾ ਲੱਗਣ ਲੱਗ ਜਾਣਾ, ਕਿਉਂਕਿ ਜਿੰਨਾ ਪੈਸਾ ਸਾਡੇ ਕੋਲ ਆਉਂਦਾ ਸਾਡੀਆਂ ਇੱਛਾਵਾਂ ਵੱਧ ਜਾਂਦੀਆਂ ਨੇ, ਸਾਡੀਆਂ ਡਿਮਾਂਡਸ ਵੱਧ ਜਾਂਦੀਆਂ ਨੇ, ਹੈ ਨਾ। ਕਿ ਅਸੀਂ ਮਤਲਬ ਪਹਿਲਾਂ ਅਸੀਂ ਸਾਈਕਲ ਲਿਆ, ਫਿਰ ਸਕੂਟਰ ਲੈ ਲਿਆ, ਫਿਰ ਸਕੂਟਰ ਤੋਂ ਫਿਰ ਕਾਰ ਲੈ ਲਈ, ਹੈ ਨਾ, ਕਾਰ ਤੋਂ ਫਿਰ ਜੈਟ ਪਲੇਨ ਲੈ ਲਿਆ। ਸੋ ਇੱਛਾਵਾਂ ਦਾ ਤਾਂ ਕੋਈ ਅੰਤ ਨਹੀਂ ਹੈਗਾ। ਸੋ ਡਿਮਾਂਡਸ ਜਿਹੜੀਆਂ ਵੱਧਦੀਆਂ ਜਾਂਦੀਆਂ। ਸੋ ਇਸੇ ਕਰਕੇ ਜਿੰਨਾ ਪੈਸਾ ਲੋਕਾਂ ਦੇ ਹੱਥਾਂ 'ਚ ਆਏਗਾ ਉਨੀ ਡਿਮਾਂਡ ਕ੍ਰੀਏਟ ਹੋਏਗੀ, ਅਤੇ ਕੰਪਨੀਜ਼ ਉਨੀਆਂ ਹੀ ਪ੍ਰੋਡਕਸ਼ਨ ਕਰਨਗੀਆਂ, ਉਨੀ ਹੀ ਜ਼ਿਆਦਾ ਪ੍ਰੋਡਕਸ਼ਨ ਹੋਏਗੀ ਅਤੇ ਲੋਕਾਂ ਨੂੰ ਇੱਕ ਤਾਂ ਇੰਪਲੋਇਮੈਂਟ ਵੀ ਮਿਲੇਗੀ। ਬਟ ਉਹਦੇ ਨਾਲ ਕੀ ਹੋਏਗਾ ਕਿ ਉਹਨੂੰ ਕਹਿੰਦੇ ਆ, ਇੱਕ ਟਾਈਮ ਇਹੋ ਜਿਹਾ ਆਏਗਾ ਕਿ ਜਿੱਥੇ ਪ੍ਰੋਡਕਸ਼ਨ ਜਿਹੜੀ ਆ ਸਟੈਗਨੈਂਟ ਹੋ ਜਾਏਗੀ ਔਰ ਪ੍ਰਾਈਸਿਸ ਜਿਹੜੇ ਆ ਵਧਣੇ ਸ਼ੁਰੂ ਕਰ ਦੇਣਗੇ। ਸੋ ਉਸ ਕੇਸ ਦੇ ਵਿੱਚ ਸਟੈਗਫਲੇਸ਼ਨ ਵੀ ਹੋ ਜਾਂਦੀ ਆ, ਔਰ ਜੇ ਲਗਾਤਾਰ ਪ੍ਰਾਈਸਿਸ ਵੱਧਦੇ ਜਾਂਦੇ ਆ, ਠੀਕ ਹੈ। ਸੋ ਉਸ ਕੇਸ ਦੇ ਵਿੱਚ ਇਨਫਲੇਸ਼ਨ ਵੀ ਆ ਜਾਂਦੀ ਹੈ, ਔਰ ਇਨਫਲੇਸ਼ਨ ਦੇ ਤਾਂ ਫਿਰ ਅੱਗੋਂ ਕਿੰਨੇ ਹੀ ਕਾਰਨ ਹੈਗੇ। ਆਪਾਂ ਇਹਦੇ 'ਤੇ ਇੱਕ ਵੱਖਰਾ ਇਕੋਨਮੀ ਦਾ ਮੈਂ ਟੌਪਿਕ ਬਣਾ ਚੁੱਕੀ ਹਾਂ ਇਨਫਲੇਸ਼ਨ 'ਤੇ, ਉਹਦੇ 'ਤੇ ਸਾਰਾ ਕੁਛ ਹੈ ਮੈਂ ਸਮਝਾਇਆ ਹੋਇਆ ਜੋ ਮੈਂ ਇਹਦੇ 'ਚ ਬੋਲ ਰਹੀ ਹਾਂ, ਰਾਈਟ। ਤੁਸੀਂ ਉਹ ਇਨਫਲੇਸ਼ਨ ਵਾਲਾ ਟੌਪਿਕ ਅਗਰ ਪੜ੍ਹਨਾ ਹੈ ਤਾਂ ਤੁਸੀਂ ਪੜ੍ਹ ਸਕਦੇ ਹੋ ਕਿ ਕਿੱਦਾਂ ਜਿਹੜੀ ਆ ਡਿਮਾਂਡ ਕ੍ਰੀਏਟ ਹੁੰਦੀ ਆ, ਕਿੱਦਾਂ ਜਿਹੜੇ ਆ ਪਿੱਛੋਂ ਜਿੱਦਾਂ ਸਪਲਾਈ ਸ਼ੌਕ ਕੀ ਹੁੰਦਾ ਆ, ਰਾਈਟ। ਡਿਮਾਂਡ ਪੁੱਲ ਇਨਫਲੇਸ਼ਨ, ਕਾਸਟ ਪੁਸ਼ ਇਨਫਲੇਸ਼ਨ, ਉਹ ਸਾਰਾ ਕੁਛ ਉਹਦੇ ਵਿੱਚ ਐਕਸਪਲੇਨ ਕੀਤਾ ਹੋਇਆ। ਉਹਨੂੰ ਮੈਂ ਹੁਣ ਇਹਦੇ 'ਚ ਦੁਬਾਰਾ ਨਹੀਂ ਬੋਲਾਂਗੀ। ਸੋ ਇਹ ਸਾਰਾ ਕੀ ਹੈ, ਮਨੀ ਸਪਲਾਈ ਮਤਲਬ ਜ਼ਿਆਦਾ ਪੈਸਾ ਵੀ ਮਾਰਕੀਟ 'ਚ ਨਹੀਂ ਜਾਣ ਦੇਣਾ, ਅਤੇ ਜ਼ਿਆਦਾ ਮਤਲਬ ਇਹ ਨਹੀਂ ਕਿ ਘੱਟ ਵੀ ਨਹੀਂ ਰਹਿਣ ਦੇਣਾ, ਠੀਕ ਹੈ। ਸੋ ਇਹ ਚੀਜ਼ ਨੂੰ ਬੈਲੈਂਸ ਬਣਾ ਕੇ ਰੱਖਣਾ ਉਹਨੂੰ ਆਪਾਂ ਮਨੀ ਸਪਲਾਈ ਕਹਿ ਦਿੰਦੇ ਹਾਂ, ਮਤਲਬ ਕ੍ਰੈਡਿਟ ਕੰਟਰੋਲ ਕਰਨਾ ਕਿਸ ਤਰ੍ਹਾਂ। ਸੋ ਇਹਦੇ ਲਈ RBI ਕੋਲ ਕੁਆਂਟੀਟੇਟਿਵ ਮੈਥਡ ਵੀ ਨੇ ਅਤੇ ਕੁਆਲੀਟੇਟਿਵ ਮੈਥਡ ਨੇ। ਕੁਆਲੀਟੇਟਿਵ ਦੇ ਵਿੱਚ ਤਾਂ ਸਿਰਫ ਤੁਹਾਨੂੰ ਉਹਦੀਆਂ ਟਰਮਸ ਪੁੱਛ ਸਕਦੇ ਆ, ਔਰ ਇਹਦੇ ਵਿੱਚ ਇਹ ਵੀ ਪੁੱਛ ਸਕਦੇ ਆ, ਜ਼ਰੂਰੀ ਨਹੀਂ ਕਿ ਟਰਮਸ ਉਹਦੇ 'ਚ ਨਹੀਂ ਪੁੱਛਣਗੇ, ਇਹ ਵੀ ਪੁੱਛ ਸਕਦੇ ਆ ਕਿ ਵਿਚ ਆਫ ਦਾ ਫੋਲੋਇੰਗ ਆਰ ਕੁਆਲੀਟੇਟਿਵ ਕੰਟਰੋਲ ਆਫ ਮਨੀ ਸਪਲਾਈ, ਵਿਚ ਆਫ ਦਾ ਫੋਲੋਇੰਗ ਆਰ ਕੁਆਂਟੀਟੇਟਿਵ ਕੰਟਰੋਲ ਆਫ ਮਨੀ ਸਪਲਾਈ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੁਆਂਟੀਟੇਟਿਵ, ਹੁਣ ਇਹਦੇ ਵਿੱਚ ਅਗਰ ਤੁਹਾਨੂੰ ਸਮਝ ਹੋਏਗੀ ਤਾਂ ਫਿਰ ਤਾਂ ਤੁਸੀਂ ਆਰਾਮ ਦੇ ਨਾਲ ਲਾ ਲਓਗੇ, ਨਹੀਂ ਤਾਂ ਤੁਸੀਂ ਯਾਦ ਕਰੋ ਤਾਂ ਫਿਰ ਤੁਹਾਡਾ ਕੁਐਸਚਨ ਗਲਤ ਵੀ ਹੋ ਸਕਦਾ ਹੈ ਨਾ। ਸੋ ਕੁਆਂਟੀਟੇਟਿਵ ਆ ਪਹਿਲਾਂ ਡਿਸਕਸ ਕਰਾਂਗੇ, ਜਿਹਦੇ ਵਿੱਚ ਆ ਸਾਰੇ SLR CRR ਵਗੈਰਾ ਆ ਜਾਂਦੇ ਨੇ, ਅਤੇ ਕੁਆਲੀਟੇਟਿਵ ਅਸੀਂ ਉਸ ਤੋਂ ਬਾਅਦ ਨਾਲ ਹੀ ਡਿਸਕਸ ਕਰਦੇ ਹਾਂ। ਹੁਣ ਜੇ ਤੁਸੀਂ ਰੱਟਾ ਮਾਰਨਾ ਤਾਂ ਇਹ ਸਲਾਈਡ ਤੁਹਾਡੇ ਲਈ ਹੈ, ਠੀਕ ਹੈ। ਕੁਆਂਟੀਟੇਟਿਵ ਇੰਸਟਰੂਮੈਂਟਸ ਦੇ ਵਿੱਚ ਆਉਂਦੇ ਆ ਕੈਸ਼ ਰਿਜ਼ਰਵ ਰੇਸ਼ੋ, ਸਟੈਚੂਟਰੀ ਲਿਕੁਇਡਿਟੀ ਰੇਸ਼ੋ, ਬੈਂਕ ਰੇਟ, ਰੈਪੋ ਰੇਟ, ਰਿਵਰਸ ਰੈਪੋ ਰੇਟ, ਓਪਨ ਮਾਰਕੀਟ ਆਪਰੇਸ਼ਨਸ। ਔਰ ਕੁਆਲੀਟੇਟਿਵ ਇੰਸਟਰੂਮੈਂਟਸ ਦੇ ਵਿੱਚ ਆਉਂਦੇ ਨੇ ਫਿਕਸਡ ਮਾਰਜਿਨ ਰਿਕੁਆਇਰਮੈਂਟਸ, ਕੰਜ਼ਿਊਮਰ ਕ੍ਰੈਡਿਟ ਰੈਗੂਲੇਸ਼ਨਸ, ਕ੍ਰੈਡਿਟ ਰਾਸ਼ਨਿੰਗ, ਮੋਰਲ ਸੁਏਜਨ, ਕੰਟਰੋਲ ਥਰੂ ਡਾਇਰੈਕਟਿਵਸ, ਡਾਇਰੈਕਟ ਐਕਸ਼ਨਸ, ਇਹ ਸਾਰੇ ਕੁਆਲੀਟੇਟਿਵ 'ਚ ਆਉਂਦੇ ਨੇ। ਹੁਣ ਜੇ ਤੁਸੀਂ ਸਮਝਣਾ ਤਾਂ ਫਿਰ ਆ ਜਾਓ ਨੈਕਸਟ ਸਲਾਈਡ 'ਤੇ। ਸੋ ਸਭ ਤੋਂ ਪਹਿਲਾਂ ਕੈਸ਼ ਰਿਜ਼ਰਵ ਰੇਸ਼ੋ ਆਪਾਂ ਇਹਨੂੰ ਡਿਸਕਸ ਕਰ ਲਿਆ ਕਿ ਨੈਟ ਜੋ ਵੀ ਡਿਮਾਂਡ ਐਂਡ ਟਾਈਮ ਲਾਇਬਿਲਿਟੀਜ਼ ਦਾ 4% ਹੈ, ਅੱਜ ਦੀ ਡੇਟ 'ਚ ਹੈਗਾ 4%, ਜੋ ਬੈਂਕਸ ਆਪਣਾ ਕਮਰਸ਼ੀਅਲ ਬੈਂਕਸ RBI ਦੇ ਕੋਲ ਰੱਖਦੇ ਨੇ, ਉਹਨੂੰ ਆਪਾਂ ਕੈਸ਼ ਰਿਜ਼ਰਵ ਰੇਸ਼ੋ ਕਹਿੰਦੇ ਹਾਂ। ਜਿਵੇਂ ਕਿ ਆਪਾਂ ਕਿਹਾ ਕਿ ਇਹਨੂੰ ਮਨੀ ਸਪਲਾਈ ਨੂੰ ਕਿਸ ਤਰ੍ਹਾਂ ਉਹਨੂੰ ਕਰਦਾ ਹੈ ਕੰਟਰੋਲ। ਸੋ ਇਹਦੇ ਵਿੱਚ ਉਹੀ ਐਗਜ਼ਾਮਪਲ ਦਿੱਤੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਦੋਂ ਜ਼ਿਆਦਾ ਪੈਸਾ ਹੁੰਦਾ ਅਤੇ ਉਹਨੂੰ ਫਿਰ ਸਖ਼ਤ ਕਰਦੀ ਆ RBI ਮਾਰਕੀਟ ਦੇ ਵਿੱਚ, ਠੀਕ ਹੈ। ਔਰ ਜਦੋਂ ਘੱਟ ਪੈਸਾ ਹੁੰਦਾ ਤਾਂ ਉਹਨੂੰ ਪੂਲ ਕਰਦੀ ਹੈ, ਸੁੱਟਦੀ ਆ ਜਾਂ ਕਹਿ ਲਓ, ਹੈ ਨਾ। ਸੋ ਇਸੇ ਤਰ੍ਹਾਂ ਹੀ ਜੇ ਮੰਨ ਲਓ ਇਹਦੇ ਵਿੱਚ ਐਗਜ਼ਾਮਪਲ ਦਿੱਤੀ, ਲਿਖਣ ਦੀ ਜ਼ਰੂਰਤ ਨਹੀਂ ਹੈ, ਬਸ ਸਮਝ ਲਓ ਕਿ ਜੇ CRR 10% ਹੈ ਨਾ, ਅਤੇ ਬੈਂਕਸ ਕੋਲ ਮੰਨ ਲਓ ਟੋਟਲ ਉਹਨਾਂ ਦਾ ਜੋ ਵੀ ਡਿਮਾਂਡ ਨੈਟ ਡਿਮਾਂਡ ਅਤੇ ਟਾਈਮ ਲਾਇਬਿਲਿਟੀਜ਼ 1000 ਰੁਪਏ ਦਾ ਉਹਨਾਂ ਕੋਲ ਡਿਪੋਜ਼ਿਟਸ ਨੇ, ਅਤੇ ਉਹਦੇ ਵਿੱਚ 10% ਅਗਰ CRR ਹੈਗੀ ਹੈ, ਦੈਟ ਮੀਨਸ ਕਿ 100 ਰੁਪਇਆ ਉਹ RBI ਕੋਲ ਰੱਖਣਗੇ ਐਜ਼ ਅ ਰਿਜ਼ਰਵ, ਹੈ ਨਾ। ਅਤੇ 900 ਰੁਪਇਆ ਜਿਹੜਾ ਆ ਉਹ ਹੁਣ ਮਾਰਕੀਟ ਦੇ ਵਿੱਚ ਉਹ ਬਾਕੀ ਮਤਲਬ ਜਿੱਦਾਂ ਉਹਨਾਂ ਤੋਂ ਕੋਈ ਵੀ ਆਪਣੇ ਵਰਗੇ ਸਾਡੇ ਵਰਗੇ ਬੰਦੇ ਵੀ ਜਾਂ ਕੋਈ ਇੰਡਸਟਰੀਜ਼ ਜਾਂ ਕੋਈ ਵੀ ਉਹਨਾਂ ਤੋਂ ਜਿਹੜਾ ਆ ਲੋਨ ਕਰਵਾ ਸਕਦਾ ਹੈ ਨਾ, ਯਾਨੀ ਕਿ ਉਹ 900 ਰੁਪਇਆ ਹੁਣ ਲੋਨ ਵਾਸਤੇ ਅਵੇਲੇਬਲ ਹੈ। ਮੰਨ ਲਓ ਕੱਲ੍ਹ ਨੂੰ ਜਿਹੜਾ ਹੈ ਕੰਡੀਸ਼ਨਸ ਇੱਦਾਂ ਦੀਆਂ ਆ ਗਈਆਂ, ਇਨਫਲੇਸ਼ਨ ਹੋ ਗਈ, ਕੁਛ ਹੋ ਗਿਆ, ਸੋ RBI ਨੇ ਉਹ CRR 10% ਤੋਂ ਵਧਾ ਕੇ 20% ਕਰਤੀ। ਜਦੋਂ 20% ਕਰਤੀ, ਦੈਟ ਮੀਨਸ ਕਿ ਉਹ 1000 ਰੁਪਏ ਦੇ ਅਗੇਂਸਟ ਹੁਣ 200 ਰੁਪਇਆ ਜਿਹੜਾ ਉਹਨਾਂ ਨੂੰ ਕੈਸ਼ ਰਿਜ਼ਰਵ ਰੇਸ਼ੋ ਦੇ ਵਿੱਚ ਉਹ ਰਿਜ਼ਰਵਸ ਦੇ ਵਿੱਚ ਰੱਖਣਾ ਪਊਗਾ, CRR ਦੇ ਵਿੱਚ 200 ਰੁਪਇਆ। ਹੁਣ ਲੋਨ ਵਾਸਤੇ ਜਿੱਥੇ ਪਹਿਲਾਂ 900 ਰੁਪਇਆ ਅਵੇਲੇਬਲ ਸੀਗਾ,
ਹੁਣ ਉੱਥੇ 800 ਰੁਪਇਆ ਰਹਿ ਗਿਆ, ਯਾਨੀ ਕਿ ਸਾਡੇ ਲੋਕਾਂ ਵਾਸਤੇ ਹੁਣ ਉਹ ਪੈਸਾ ਸਿਰਫ 800 ਰਹਿ ਗਿਆ, ਜਿਹੜਾ ਪਹਿਲਾਂ 900 ਸੀਗਾ। ਸੋ ਇਸ ਤਰ੍ਹਾਂ ਹੁੰਦਾ। ਜੇ ਮੰਨ ਲਓ ਮਾਰਕੀਟ ਦੇ ਵਿੱਚ ਪੈਸਾ ਸੁੱਟਣਾ ਆ, ਸੋ ਉਸ ਕੇਸ ਦੇ ਵਿੱਚ CRR ਰਿਡਿਊਸ ਕਰਤਾ, ਜਿੱਦਾਂ ਪਹਿਲਾਂ 10% ਸੀ ਅਤੇ ਉਹਨੂੰ 5% ਕਰਤਾ, ਹੈ ਨਾ। ਪਹਿਲਾਂ 900 ਰੁਪਇਆ ਅਵੇਲੇਬਲ ਸੀਗਾ ਅਤੇ ਹੁਣ ਸਾਡੇ ਕੋਲ 950 ਰੁਪਇਆ, ਯਾਨੀ ਕਿ 50 ਰੁਪਏ ਉਹ ਸਿਰਫ ਆਪਣੇ ਕੋਲ ਰਿਜ਼ਰਵਸ ਦੇ ਵਿੱਚ ਰੱਖੂਗਾ, 950 ਰੁਪਇਆ ਸਾਡੇ ਵਾਸਤੇ ਅਵੇਲੇਬਲ ਹੈ। ਸੋ ਇਸ ਤਰ੍ਹਾਂ ਇਹ ਸਿਸਟਮ ਜਿਹੜਾ ਚੱਲਦਾ ਹੈ, ਇਹਨੂੰ ਆਪਾਂ ਕਹਿ ਦਿੰਦੇ ਹਾਂ ਕੈਸ਼ ਰਿਜ਼ਰਵ ਰੇਸ਼ੋ, ਜਿਹੜੀ ਕਿ ਐਟ ਪ੍ਰੈਜ਼ੈਂਟ ਹੈ ਬਿਲਕੁਲ ਠੀਕ ਲਿਖੀ ਹੋਈ ਹੈ, ਐਟ ਪ੍ਰੈਜ਼ੈਂਟ 4% ਹੈ। ਸੋ ਇਹ ਸਿਰਫ ਐਗਜ਼ਾਮਪਲ ਲਿਖੀ ਹੋਈ ਹੈ, ਇੰਨੀ ਨਹੀਂ ਹੁੰਦੀ, 10% ਤਾਂ ਹੁੰਦੀ ਨਹੀਂ, ਜਾਂ ਤਾਂ 3.35 ਹੋ ਜੂਗੀ, 3.75 ਹੋ ਜੂਗੀ, ਇੰਨੀ ਕੀ ਘੱਟਦੀ ਹੁੰਦੀ ਹੈ, ਇਸ ਤੋਂ ਜ਼ਿਆਦਾ ਨਹੀਂ ਘੱਟਦੀ ਹੁੰਦੀ, ਠੀਕ ਹੈ। ਜਾਂ 4.5% ਹੋ ਜੂਗੀ, ਵਧਣੀ ਹੋਏਗੀ ਤੇ। ਸੋ ਇੱਥੇ ਕੀ ਫਲਕਚੁਏਟ ਕਰਦੀ ਰਹਿੰਦੀ ਹੈ ਇਹਦੇ ਆਸ-ਪਾਸ ਹੀ। ਦੈਨ SLR ਔਰ ਸਟੈਚੂਟਰੀ ਲਿਕੁਇਡਿਟੀ ਰੇਸ਼ੋ, ਜਿਵੇਂ ਉਹਦੇ ਵਿੱਚ CRR 'ਚ ਬੈਂਕਸ RBI ਦੇ ਕੋਲ ਰੱਖਦੇ ਨੇ ਆਫ ਦੇਅਰ ਨੈਟ ਡਿਮਾਂਡ ਐਂਡ ਟਾਈਮ ਲਾਇਬਿਲਿਟੀਜ਼ ਦਾ ਕੁਛ ਪਰਸੈਂਟੇਜ, ਜਿਵੇਂ 4%। SLR ਦੇ ਵਿੱਚ ਉਹ ਕੁਛ ਪਰਸੈਂਟ ਜਿਹੜਾ ਹੈ, ਜਿਵੇਂ ਐਟ ਪ੍ਰੈਜ਼ੈਂਟ 18% ਹੈ, ਉਹ ਆਪਣੇ ਕੋਲ ਰੱਖਦੇ ਇਨ ਦਾ ਹਾਈਲੀ ਲਿਕੁਇਡ ਗਵਰਨਮੈਂਟ ਸਿਕਿਉਰਿਟੀਜ਼ ਫਾਰਮਸ ਦੇ ਵਿੱਚ, ਠੀਕ ਹੈ। ਔਰ ਇਹ ਵੀ ਸੇਮ ਉਸੇ ਕਰਕੇ ਹੀ ਹੁੰਦਾ ਹੈ ਕਿ ਘੱਟ ਤੋਂ ਘੱਟ ਪੈਸਾ ਜਿਹੜਾ ਆ, ਜਿੰਨੀ ਜ਼ਿਆਦਾ SLR ਹੋਊਗੀ, ਦੈਟ ਮੀਨਸ ਕਿ ਉਨਾ ਹੀ ਘੱਟ ਪੈਸਾ ਜਿਹੜਾ ਆ ਉਹ ਮਾਰਕੀਟ ਦੇ ਵਿੱਚ ਅਵੇਲੇਬਲ ਹੋਊਗਾ ਲੋਕਾਂ ਨੂੰ ਦੇਣ ਵਾਸਤੇ ਇਨ ਦਾ ਫਾਰਮ ਆਫ ਲੋਨਸ ਵਗੈਰਾ। ਅਤੇ ਜੇਕਰ ਘੱਟ ਹੈ ਮਤਲਬ SLR ਜਿਹੜੀ ਹੈ, ਠੀਕ ਹੈ, ਦੈਟ ਮੀਨਸ ਕਿ ਜ਼ਿਆਦਾ ਪੈਸਾ ਜਿਹੜਾ ਆ ਮਾਰਕੀਟ ਦੇ ਵਿੱਚ ਅਵੇਲੇਬਲ ਹੈ। ਦੈਨ ਆਉਂਦਾ ਬੈਂਕ ਰੇਟ। ਬੈਂਕ ਰੇਟ ਨੂੰ ਆਪਾਂ ਡਿਸਕਾਊਂਟ ਰੇਟ ਵੀ ਕਹਿ ਦਿੰਦੇ ਹਾਂ। ਇਹਦੇ 'ਤੇ ਸੈਂਟਰਲ ਬੈਂਕ ਜਿਹੜਾ ਆ ਉਹ ਲੋਨ ਪ੍ਰੋਵਾਈਡ ਕਰਦਾ ਆ ਇਸ ਰੇਟ ਦੇ ਉੱਤੇ ਕਮਰਸ਼ੀਅਲ ਬੈਂਕਸ ਨੂੰ। ਸੋ ਇਹ ਕੀ ਹੈ, ਇਹ ਐਟ ਪ੍ਰੈਜ਼ੈਂਟ 4.25 ਹੈ। ਸੋ ਇਹ ਵੀ ਕ੍ਰੈਡਿਟ ਕੰਟਰੋਲ ਦਾ ਹੀ ਇੱਕ ਤਰੀਕਾ ਜਿਹੜਾ RBI ਵਰਤਦਾ ਆ, ਠੀਕ ਹੈ। ਦੈਨ ਉਸ ਤੋਂ ਬਾਅਦ ਹੈਗਾ ਲਿਕੁਇਡ ਐਡਜਸਟਮੈਂਟ ਫੈਸਿਲਿਟੀ। ਲਿਕੁਇਡ ਐਡਜਸਟਮੈਂਟ ਫੈਸਿਲਿਟੀ ਜਿਹੜੀ ਹੈ, ਇਹਦੇ ਵਿੱਚ ਉਹ ਦੋਵੇਂ ਚੀਜ਼ਾਂ ਆਉਂਦੀਆਂ ਨੇ, ਕਿਹੜੀਆਂ ਰੈਪੋ ਰੇਟ ਵੀ ਅਤੇ ਰਿਵਰਸ ਰੈਪੋ ਰੇਟ ਵੀ। ਜਿਹੜੀ ਲਿਕੁਇਡ ਐਡਜਸਟਮੈਂਟ ਫੈਸਿਲਿਟੀ ਹੈ, ਇਹ ਜਿਹੜੀਆਂ ਡੇਲੀ ਬੇਸਿਸ ਦੇ ਉੱਤੇ ਜੋ ਵੀ ਲਿਕੁਇਡਿਟੀ ਫਲਕਚੁਏਸ਼ਨਸ ਹੁੰਦੀਆਂ ਨੇ ਬੈਂਕਸ ਫੇਸ ਕਰਦੇ, ਜਿੱਦਾਂ ਮੰਨ ਲਓ ਉਹਨਾਂ ਕੋਲ ਅਗਰ ਪੈਸਾ ਡੈਫਿਸਿਟ ਦੇ ਵਿੱਚ ਆ, ਉਹਨਾਂ ਦੀ CRR ਜਾਂ SLR ਦੀ ਰਿਕੁਆਇਰਮੈਂਟ ਪੂਰੀ ਨਹੀਂ ਹੋ ਰਹੀ, ਉਸ ਕੇਸ ਦੇ ਵਿੱਚ ਜਿਹੜਾ ਹੈ ਉਹ RBI ਕੋਲ ਲੋਨ ਲੈਣਗੀਆਂ। ਜੇ ਐਕਸੈਸ ਦੇ ਵਿੱਚ ਹੈ ਅਤੇ ਉਹ ਮਤਲਬ CRR ਅਤੇ SLR ਤੋਂ ਪੈਸਾ ਜ਼ਿਆਦਾ, ਜਿਹਨੂੰ ਆਪਾਂ ਐਕਸੈਸ ਰਿਜ਼ਰਵਸ ਬੋਲ ਦਿੰਦੇ ਹਾਂ, ਠੀਕ ਹੈ। ਅਤੇ ਫਿਰ ਉਹ ਇਨ ਕੇਸ ਡਿਮਾਂਡ ਜਿਹੜੀ ਹੈ ਉਹ ਮਾਰਕੀਟ ਦੇ ਵਿੱਚ ਨਾ ਵਧੇ, ਇਸ ਲਈ ਉਹ ਐਕਸੈਸ ਪੈਸਾ ਜਿਹੜਾ ਆ ਉਹ RBI ਕੋਲ ਪੂਲ ਕਰ ਸਕਦੀਆਂ। ਸੋ RBI ਦੇ ਕੋਲ ਜਦੋਂ ਪੂਲ ਕਰਨਗੀਆਂ, ਯਾਨੀ ਕਿ ਉਸ ਕੇਸ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ RBI ਨੇ ਉਹ ਰੀਪਰਚੇਜ਼ ਐਗਰੀਮੈਂਟ ਕਰ ਲਿਆ, ਜਿਹਨੂੰ ਰਿਵਰਸ ਰੈਪੋ ਰੇਟ ਆਪਾਂ ਕਹਿ ਦਿੰਦੇ ਹਾਂ, ਠੀਕ ਹੈ। ਉਹਦੇ 'ਤੇ ਮਤਲਬ RBI ਜਿਹੜਾ ਕਮਰਸ਼ੀਅਲ ਬੈਂਕਸ ਕੋਲੋਂ ਲੋਨ ਲੈ ਦਿੰਦਾ ਆ। ਸੋ ਇਸ ਤਰ੍ਹਾਂ ਇਹ ਚੀਜ਼ ਜਿਹੜੀ ਆ ਫਲਕਚੁਏਸ਼ਨ ਕਰਦੀ ਹੈ। ਬਟ ਇਹਦੇ ਵਿੱਚ ਜਿਹੜੇ ਕੋਲੇਟਰਲਸ ਦੀ ਜ਼ਰੂਰਤ ਪੈਂਦੀ, ਜਿਹਨੂੰ ਆਪਾਂ ਗਵਰਨਮੈਂਟ ਸਿਕਿਉਰਿਟੀਜ਼ ਜਿਹੜੀਆਂ ਹੁੰਦੀਆਂ ਨੇ ਉਹ ਐਜ਼ ਅ ਕੋਲੇਟਰਲ ਵਰਤਦੇ ਨੇ ਕਮਰਸ਼ੀਅਲ ਬੈਂਕਸ, ਠੀਕ ਹੈ। ਕੋਲੇਟਰਲਸ ਮਤਲਬ ਕਿ ਜਿੱਦਾਂ ਆਪਾਂ ਆਪਣੀ ਲੈਂਗੁਏਜ ਦੇ ਵਿੱਚ ਵਰਤੀਏ, ਜਿੱਦਾਂ ਆਪਾਂ ਕੋਈ ਚੀਜ਼ ਗਹਿਣੇ ਰੱਖਦੇ ਹਾਂ ਨਾਲ, ਜਿੱਦਾਂ ਪ੍ਰੋਪਰਟੀ ਵਗੈਰਾ ਹੈ ਨਾ, ਗਿਰਵੀ ਰੱਖ ਦਿੰਦੇ ਹਾਂ। ਸੋ ਉਸ ਕੇਸ ਦੇ ਵਿੱਚ ਜਦੋਂ RBI ਦੇ ਕੋਲ ਇਹ ਲੋਨ ਲੈਂਦੇ ਨੇ ਇਸ ਤਰ੍ਹਾਂ ਲਿਕੁਇਡ ਐਡਜਸਟਮੈਂਟ ਫੈਸਿਲਿਟੀ ਦੇ ਅੰਡਰ ਆਪਣੀਆਂ ਲਿਕੁਇਡਿਟੀ ਮਿਸਮੈਚਸ ਨੂੰ ਪੂਰਾ ਕਰਨ ਵਾਸਤੇ, ਉਸ ਕੇਸ ਦੇ ਵਿੱਚ ਇਹ ਕੋਲੇਟਰਲਸ ਵਰਤਦੇ ਨੇ ਐਜ਼ ਗਵਰਨਮੈਂਟ ਸਿਕਿਉਰਿਟੀਜ਼ ਨੂੰ। ਔਰ ਇਹਦੇ ਵਿੱਚ ਲਿਕੁਇਡ ਐਡਜਸਟਮੈਂਟ ਫੈਸਿਲਿਟੀਜ਼ ਦੇ ਵਿੱਚ RBI ਜਿਹੜਾ ਲੋਨ ਦਿੰਦੀ ਹੈ, ਇਹ ਜਾਂ ਲਿਕੁਇਡ ਐਡਜਸਟਮੈਂਟ ਫੈਸਿਲਿਟੀ ਜਿਹੜੀ ਪ੍ਰੋਵਾਈਡ ਕਰਦੀ ਹੈ, ਇਹ ਕਮਰਸ਼ੀਅਲ ਬੈਂਕਸ ਨੂੰ ਹੀ ਪ੍ਰੋਵਾਈਡ ਕਰਦੀ ਹੈ। ਇਹਦੇ ਵਿੱਚ ਰੀਜਨਲ ਰੂਰਲ ਬੈਂਕਸ ਐਕਸਕਲੂਡਿੰਗ ਹੁੰਦੇ ਨੇ, ਮਤਲਬ ਰੀਜਨਲ ਰੂਰਲ ਬੈਂਕਸ ਜਿਹੜੇ ਆ ਉਹਨਾਂ ਨੂੰ ਨਹੀਂ ਪ੍ਰੋਵਾਈਡ ਕਰਦੀ। ਅਤੇ ਨਾਲ ਦੇ ਨਾਲ ਪ੍ਰਾਇਮਰੀ ਡੀਲਰਸ ਜਿਹੜੇ ਹੁੰਦੇ ਨੇ ਉਹ ਵੀ ਲਿਕੁਇਡ ਐਡਜਸਟਮੈਂਟ ਫੈਸਿਲਿਟੀਜ਼ ਦੇ ਅੰਡਰ ਐਲੀਜੀਬਲ ਹੁੰਦੇ ਨੇ। ਔਰ ਇਹ ਪ੍ਰਾਇਮਰੀ ਡੀਲਰਸ ਕੌਣ ਹੁੰਦੇ ਨੇ? ਇਹ ਬੇਸਿਕਲੀ RBI ਦੇ ਨਾਲ ਹੀ ਰਜਿਸਟਰਡ ਕੰਪਨੀਜ਼ ਹੁੰਦੀਆਂ ਨੇ, ਜਿਹੜੀਆਂ ਕਿ ਗਵਰਨਮੈਂਟ ਸਿਕਿਉਰਿਟੀਜ਼ ਨੂੰ ਸੈਲ ਵੀ ਕਰ ਸਕਦੀਆਂ ਨੇ ਅਤੇ ਖਰੀਦ ਵੀ ਸਕਦੀਆਂ ਨੇ, ਠੀਕ ਹੈ। ਸੋ ਇਸ ਕਰਕੇ ਇਹ ਇੱਕ ਤਰ੍ਹਾਂ ਦੀ ਮਾਰਕੀਟ ਕ੍ਰੀਏਟ ਕਰ ਦਿੰਦੀਆਂ ਨੇ ਗਵਰਨਮੈਂਟ ਸਿਕਿਉਰਿਟੀਜ਼ ਲਈ। ਸੋ ਜਿਵੇਂ ਕਾਫੀ ਕੰਪਨੀਜ਼ ਹੋ ਗਏ, ਬੈਂਕਸ ਹੋ ਗਏ, NBFC ਜਿਹੜੀਆਂ ਨੋਨ ਬੈਂਕਿੰਗ ਫਾਈਨੈਂਸ ਕੰਪਨੀਜ਼ ਹੁੰਦੀਆਂ ਨੇ, ਉਹ ਵੀ ਪ੍ਰਾਇਮਰੀ ਡੀਲਰਸ ਵਾਂਗ ਐਕਟ ਕਰਦੀਆਂ ਨੇ। ਸੋ ਮੇਨਲੀ ਇਹ ਰਜਿਸਟਰਡ ਕੰਪਨੀਜ਼ ਹੁੰਦੀਆਂ ਨੇ ਵਿਦ RBI which are authorized to sell and buy government securities, ਠੀਕ ਹੈ। ਸੋ ਪ੍ਰਾਇਮਰੀ ਡੀਲਰਸ ਵੀ ਇਹਦੇ ਲਈ ਐਲੀਜੀਬਲ ਹੁੰਦੇ ਨੇ। ਦੈਨ ਉਸ ਤੋਂ ਬਾਅਦ ਆਉਂਦਾ ਇਹਦੇ ਵਿੱਚ ਰੈਪੋਜ਼ ਔਰ ਰੀਪਰਚੇਜ਼ ਐਗਰੀਮੈਂਟ ਇਜ਼ ਐਨ ਇੰਸਟਰੂਮੈਂਟ ਵਿਚ ਅਲਾਉਜ਼ ਬੈਂਕ ਟੂ ਬੋਰੋ। ਮਤਲਬ ਰੀਪਰਚੇਜ਼ ਦੇ ਵਿੱਚ, ਰੈਪੋ ਦੇ ਵਿੱਚ ਕੀ ਹੈ, ਬੈਂਕ ਜਿਹੜੇ ਹੈ ਉਹ ਕੋਲੇਟਰਲ ਗਵਰਨਮੈਂਟ ਸਿਕਿਉਰਿਟੀਜ਼ ਨੂੰ ਐਜ਼ ਅ ਕੋਲੇਟਰਲ ਰੱਖ ਕੇ ਜਾਂ ਗਿਰਵੀ ਰੱਖ ਕੇ RBI ਦੇ ਕੋਲੋਂ ਇਸ ਵੇਲੇ ਜੋ 4% ਰੇਟ ਚੱਲ ਰਿਹਾ ਰੈਪੋ ਰੇਟ, ਉਹਦੇ 'ਤੇ ਲੋਨ ਜਿਹੜਾ ਆ ਉਹ ਲੈ ਲੈਂਦੇ ਆ, ਠੀਕ ਹੈ, ਆਪਣੀ ਲਿਕੁਇਡਿਟੀ ਨੂੰ ਐਡਜਸਟ ਕਰਨ ਵਾਸਤੇ। So it allows banks to borrow money from RBI to manage short-term needs of liquidity against selling of government securities with an agreement to repurchase the same government securities at predetermined rate and date. The rate at which RBI lends to the bank is called repo rate.
ਸੋ ਇਸੇ ਤਰ੍ਹਾਂ ਰਿਵਰਸ ਰੈਪੋ ਤੇ ਕੀ ਹੈ ਕਿ ਜਿਹੜਾ ਐਕਸੈਸ ਪੈਸਾ ਹੁੰਦਾ ਹੈ ਜਦੋਂ ਬੈਂਕਸ ਦੇ ਕੋਲ ਆਉਂਦਾ ਹੈ CRR ਤੇ SLRs ਤੋਂ ਜ਼ਿਆਦਾ ਪੈਸਾ ਹੁੰਦਾ ਤੇ ਉਹ ਆਪਣਾ ਪੂਲ ਕਰ ਦਿੰਦੇ ਨੇ ਕਿਹਦੇ ਕੋਲ ਪੂਲ ਕਹਿ ਦਿੰਦੇ ਪਾਰਕ ਕਰ ਦਿੰਦੇ ਨੇ RBI ਦੇ ਕੋਲ, ਠੀਕ ਹੈ, ਜਿਹਨੂੰ ਆਪਾਂ ਰਿਵਰਸ ਰੈਪੋ ਕਹਿ ਦਿੰਦੇ ਹਾਂ। ਸੋ ਇਹਨੂੰ ਆਪਾਂ ਬੋਲ ਦਿੰਦੇ ਹਾਂ ਕਿ ਜਦੋਂ RBI ਕਮਰਸ਼ੀਅਲ ਬੈਂਕਸ ਦੇ ਕੋਲ ਪੈਸਾ ਲੈਂਦਾ ਹੈ ਅਗੇਂਸਟ ਗਵਰਨਮੈਂਟ ਸਿਕਿਉਰਿਟੀਜ਼, ਉਹਨੂੰ ਆਪਾਂ ਕਹਿ ਦਿੰਦੇ ਹਾਂ ਰਿਵਰਸ ਰੈਪੋ, ਜਿਹੜਾ ਇਸ ਵੇਲੇ 3.35% ਹੈ ਮਤਲਬ ਐਟ ਪ੍ਰੈਜ਼ੈਂਟ ਡੇਟ ਤੇ, ਰਾਈਟ। ਸੋ ਇਨ ਸ਼ਾਰਟ ਆਪਾਂ ਇਹੀ ਹੁਣ ਪੜ੍ਹਿਆ ਕਿ ਰੈਪੋ ਰੇਟ ਜਿਹੜਾ ਆ ਉਹ ਕੀ ਕਰਦਾ, ਉਹ ਇੰਜੈਕਟ ਕਰਦਾ ਮਨੀ ਸਿਸਟਮ ਦੇ ਵਿੱਚ। ਰੈਪੋ ਰੇਟ 'ਚ ਕੀ ਹੈ, RBI ਕੋਲੋਂ ਪੈਸਾ ਲਿਆ ਜਾ ਰਿਹਾ, ਠੀਕ ਹੈ। ਸੋ ਇਹ ਬੇਸਿਕਲੀ ਇਹ ਨਹੀਂ ਹੁੰਦਾ ਕਿ ਕਮਰਸ਼ੀਅਲ ਬੈਂਕਸ ਅਨਲਿਮਿਟਿਡ ਜਿੰਨਾ ਮਰਜ਼ੀ ਪੈਸਾ ਲੈ ਲੈਣ RBI ਕੋਲ ਰੈਪੋ ਰੇਟ ਦੇ ਅੰਡਰ, ਇੱਦਾਂ ਨਹੀਂ ਹੁੰਦਾ। ਇਹ ਸਿਰਫ ਔਰ ਸਿਰਫ ਕੁਛ ਆਪਣੀ ਜੋ ਇਹਨਾਂ ਦੀ ਮਤਲਬ ਨੈਟ ਡਿਮਾਂਡ ਤੇ ਟਾਈਮ ਲਾਇਬਿਲਿਟੀਜ਼ ਹੁੰਦੀਆਂ ਉਹਨਾਂ ਦੇ ਕੁਛ ਲਿਮਿਟਿਡ ਪਰਸੈਂਟ ਹੀ ਲੈ ਸਕਦਾ ਹੈ। ਬੇਸਿਕਲੀ ਇਹ ਤੇ ਕਰਦੇ ਹੀ ਵੈਸੇ ਇਹ ਜੋ ਇਹਨਾਂ ਦਾ CRR SLR ਰਿਕੁਆਇਰਮੈਂਟਸ ਹੁੰਦੀਆਂ ਨੇ, ਠੀਕ ਹੈ, ਉਹਨਾਂ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਆਵੇ ਇਸ ਕਰਕੇ। ਤੇ ਜੇ ਇਨ ਕੇਸ ਜ਼ਿਆਦਾ ਪੈਸਾ ਆ ਉਹਦੇ ਤੋਂ ਤੇ ਫਿਰ ਉਹ ਪਾਰਕ ਕਰ ਦਿੰਦੇ ਨੇ RBI ਕੋਲ ਤਾਂ ਕਿ ਮਾਰਕੀਟ ਦੇ ਵਿੱਚ ਪੈਸਾ ਜਿਹੜਾ ਜ਼ਿਆਦਾ ਨਾ ਜਾਵੇ। ਸੋ ਰੈਪੋ ਜਿਹੜਾ ਹੈ ਇਹ ਇੰਜੈਕਟ ਕਰਦਾ ਮਨੀ ਇਨਟੂ ਦਾ ਸਿਸਟਮ ਤੇ ਰਿਵਰਸ ਰੈਪੋ ਰੇਟ ਕੀ ਕਰਦਾ ਹੈ, ਟੇਕਸ ਮਨੀ ਆਊਟ ਆਫ ਦਾ ਸਿਸਟਮ। ਸੋ ਇਹ ਇੰਪੋਰਟੈਂਟ ਹੈ, ਯਾਦ ਰੱਖਣਾ ਹੈ। ਸੋ RBI ਰੈਪੋ ਰੇਟ ਨੂੰ ਕਦੋਂ ਵਧਾਉਂਦਾ ਆ, ਡਿਊਰਿੰਗ ਦਾ ਟਾਈਮ ਆਫ ਇਨਫਲੇਸ਼ਨ ਦੇ ਟਾਈਮ ਤੇ ਵਧਾ ਦਿੰਦਾ ਤਾਂ ਕਿ ਡਿਮਾਂਡ ਜਿਹੜੀ ਉਹ ਡਿਕਰੀਜ਼ ਹੋ ਜੇ। ਰੈਪੋ ਰੇਟ ਵਧਾ ਦੇਗਾ, ਰੇਟ ਆਫ ਇੰਟਰਸਟ ਜਿਹੜਾ ਵਧਾ ਦੇਗਾ ਤੇ ਬੈਂਕਸ ਜਿਹੜੇ ਆ ਉਹ ਫਿਰ ਉਸ ਤੋਂ ਬਾਅਦ ਉਹ ਆਪਣਾ ਵੀ ਇੰਟਰਸਟ ਵਧਾ ਦਿੰਦੇ ਨੇ, ਜਿਹੜੇ ਲੋਨਸ ਵਗੈਰਾ ਦਿੰਦੇ ਨੇ, ਤੇ ਲੋਕੀ ਫਿਰ ਘੱਟ ਪੈਸਾ ਜਿਹੜਾ ਆ ਉਹ ਮਤਲਬ ਲੋਨ ਚੁੱਕਦੇ ਨੇ। ਘੱਟ ਜਦੋਂ ਚੁੱਕਣਗੇ ਲੋਕਾਂ ਦੇ ਹੱਥ 'ਚ ਪੈਸਾ ਘੱਟ ਜਾਏਗਾ ਤੇ ਓਬਵੀਅਸਲੀ ਉਹਨਾਂ ਦੀ ਡਿਮਾਂਡ ਜਿਹੜੀ ਉਹ ਵੀ ਡਿਕਰੀਜ਼ ਹੋ ਜਾਏਗੀ। ਡਿਮਾਂਡ ਡਿਕਰੀਜ਼ ਹੋਏਗੀ ਤੇ ਇਨਫਲੇਸ਼ਨ ਤੇ ਵੀ ਕੰਟਰੋਲ ਆਏਗਾ। ਸੋ ਰੈਪੋ ਰੇਟ ਦੇ ਕੇਸਿਸ ਦੇ ਵਿੱਚ ਰੈਪੋ ਰੇਟ ਨੂੰ ਆਪਾਂ ਵਧਾਉਂਦੇ ਹਾਂ ਤਾਂ ਕਿ ਇਨਫਲੇਸ਼ਨ ਦੇ ਉੱਤੇ ਕੰਟਰੋਲ ਪਾਇਆ ਜਾ ਸਕੇ। ਤੇ ਜਦੋਂ ਥੋੜ੍ਹੀ ਜਿਹੀ ਇਨਫਲੇਸ਼ਨ ਚਾਹੀਦੀ ਹੁੰਦੀ ਹੈ ਯਾਨੀ ਕਿ ਡੀਫਲੇਸ਼ਨ ਹੋਈ ਹੁੰਦੀ ਹੈ ਇਕੋਨਮੀ ਦੇ ਵਿੱਚ, ਸੋ ਉਸ ਕੇਸ ਦੇ ਵਿੱਚ ਜਿਹੜਾ ਆ ਰੈਪੋ ਰੇਟ ਨੂੰ ਆਪਾਂ ਡਿਕਰੀਜ਼ ਕਰ ਦਿੰਦੇ ਹਾਂ, ਰਾਈਟ, ਤਾਂ ਕਿ ਪੈਸਾ ਜਿਹੜਾ ਹੈ ਮਾਰਕੀਟ ਦੇ ਵਿੱਚ ਸੁੱਟਿਆ ਜਾ ਸਕੇ। ਮਾਰਜਨਲ ਸਟੈਂਡਿੰਗ ਫੈਸਿਲਿਟੀ ਜਿਹੜੀ ਹੈ 2011-12 ਦੇ ਵਿੱਚ RBI ਨੇ ਅਨਾਊਂਸ ਕੀਤਾ ਸੀਗਾ। ਇਹ ਇੱਕ ਪੀਨਲ ਰੇਟ ਹੈ ਜਿਹਦੇ ਤੇ ਬੈਂਕਸ ਜਿਹੜੇ ਆ RBI ਕੋਲੋਂ ਬੋਰੋ ਕਰ ਸਕਦੇ ਨੇ ਮਨੀ ਓਵਰ ਐਂਡ ਅਬਵ ਜਿੰਨਾ ਪੈਸਾ ਉਹ ਲਿਕੁਇਡ ਐਡਜਸਟਮੈਂਟ ਫੈਸਿਲਿਟੀ ਯਾਨੀ ਕਿ ਰੈਪੋ ਰੇਟ ਦੇ ਥਰੂ ਜਿੰਨਾ ਪੈਸਾ ਉਹ ਲੈ ਸਕਦੇ ਨੇ, ਉਸ ਤੋਂ ਉੱਪਰ ਜੇ ਉਹ ਲੈਣਾ ਚਾਹਣ ਤੇ ਉਹ ਮਾਰਜਨਲ ਸਟੈਂਡਿੰਗ ਫੈਸਿਲਿਟੀ ਦੇ ਅੰਡਰ ਲੈ ਸਕਦੇ ਨੇ। ਬਟ ਇਹਦੇ ਤੇ ਕੀ ਆ ਕਿ ਇਹਦੇ ਤੇ ਜਿਹੜਾ ਇੰਟਰਸਟ ਹੈ 1% ਰੈਪੋ ਰੇਟ ਤੋਂ ਜ਼ਿਆਦਾ ਹੁੰਦਾ ਆ। ਸੋ MSF ਇਜ਼ ਅ ਪੀਨਲ ਰੇਟ ਐਂਡ ਇਜ਼ ਆਲਵੇਜ਼ ਫਿਕਸਡ ਐਟ ਹਾਇਰ ਰੇਟ ਦੈਨ ਰੈਪੋ ਰੇਟ। ਇਹ ਇੰਪੋਰਟੈਂਟ ਹੈ, ਤੁਸੀਂ ਯਾਦ ਰੱਖਣਾ ਆ, ਠੀਕ ਹੈ। ਸੋ ਰਿਵਰਸ ਦਾ ਤੇ ਇਹਦੇ ਵਿੱਚ ਕੁਛ ਲੈਣ ਦੇਣਾ ਨਹੀਂ ਹੈਗਾ ਬਿਕੋਜ਼ ਰਿਵਰਸ 'ਚ ਤੇ ਆਪਾਂ RBI ਜਿਹੜੀ ਉਹ ਕਮਰਸ਼ੀਅਲ ਬੈਂਕਸ ਤੋਂ ਪੈਸਾ ਲੈਂਦੀ ਹੈ। ਬਟ ਇਸ ਕੇਸ ਦੇ ਵਿੱਚ ਰੈਪੋ ਰੇਟ 'ਚ ਜਦੋਂ ਕਮਰਸ਼ੀਅਲ ਬੈਂਕਸ RBI ਕੋਲ ਲੈਂਦੇ ਨੇ ਬਟ ਉਹਨਾਂ ਦੀ ਲਿਕੁਇਡ ਐਡਜਸਟਮੈਂਟ ਨਹੀਂ ਹੋ ਸਕਦੀ ਪੂਰੀ, ਸੋ ਉਸ ਕੇਸ ਦੇ ਵਿੱਚ ਉਹ ਜ਼ਿਆਦਾ ਪੈਸਾ ਚੁੱਕਣ ਲਈ ਇਹ ਰੂਟ ਜਿਹੜਾ ਅਪਣਾਉਂਦੇ ਨੇ ਮਾਰਜਨਲ ਸਟੈਂਡਿੰਗ ਫੈਸਿਲਿਟੀ, ਜਿਹਦੇ ਵਿੱਚ ਇੰਟਰਸਟ ਜਿਹੜਾ ਹੈ ਰੈਪੋ ਰੇਟ ਤੋਂ ਹਾਇਰ ਹੁੰਦਾ ਆ। ਦੈਨ ਉਸ ਤੋਂ ਬਾਅਦ ਓਪਨ ਮਾਰਕੀਟ ਆਪਰੇਸ਼ਨਸ। ਸੋ ਓਪਨ ਮਾਰਕੀਟ ਆਪਰੇਸ਼ਨਸ ਦੇ ਵਿੱਚ ਜਿਹੜਾ ਸੇਲ ਐਂਡ ਪਰਚੇਜ਼ ਹੁੰਦੀ ਹੈ ਗਵਰਨਮੈਂਟ ਸਿਕਿਉਰਿਟੀਜ਼ ਦੀ। ਸੋ ਇਹਨਾਂ ਨੂੰ ਗਵਰਨਮੈਂਟ ਸਿਕਿਉਰਿਟੀਜ਼ ਆਪਾਂ ਕਿਉਂ ਕਹਿੰਦੇ ਆ, ਕਿਉਂਕਿ ਗਵਰਨਮੈਂਟ ਨੇ ਗਾਰੰਟੀ ਕੀਤਾ ਹੁੰਦਾ ਹੈ ਇਹਨਾਂ ਨੂੰ, ਠੀਕ ਹੈ, ਗਵਰਨਮੈਂਟ ਦੀ ਗਾਰੰਟੀ ਹੁੰਦੀ ਹੈ ਇਹਦੇ ਵਿੱਚ। ਸੋ ਸਿਕਿਉਰ ਹੁੰਦਾ ਆ ਬਿਕੋਜ਼ ਇਟ ਇਜ਼ ਗਾਰੰਟੀਡ ਬਾਈ ਦੀ ਗਵਰਨਮੈਂਟ, ਰਾਈਟ। ਸੋ ਇੱਕ ਤਰ੍ਹਾਂ ਦੇ ਮਤਲਬ ਜਿਵੇਂ ਬੌਂਡਸ ਹੁੰਦੇ ਨੇ, ਸਿਕਿਉਰਿਟੀਜ਼ ਹੁੰਦੀਆਂ ਨੇ, ਤੁਸੀਂ ਇਹਦੇ 'ਚ ਪੈਸਾ ਇਨਵੈਸਟ ਕਰੋ ਤੇ ਤੁਹਾਨੂੰ ਕੀ ਹੈ ਗਵਰਨਮੈਂਟ ਵੱਲੋਂ ਇੱਕ ਸਿਕਿਉਰਿਟੀ ਹੁੰਦੀ ਹੈ ਕਿ ਤੁਹਾਨੂੰ ਇੰਨਾ ਵਿਆਜ ਇੱਥੇ ਮਿਲੇਗਾ, ਇੰਨਾ ਪੈਸਾ ਤੁਹਾਨੂੰ ਇਹਦੇ 'ਤੇ ਮਿਲੇਗਾ ਹੀ ਮਿਲੇਗਾ। ਸੋ ਇਸ ਕੇਸ ਦੇ ਵਿੱਚ ਜਦੋਂ ਇਹ ਓਪਨ ਮਾਰਕੀਟ ਆਪਰੇਸ਼ਨਸ ਵੀ ਡਿਮਾਂਡ ਨੂੰ ਕ੍ਰੀਏਟ ਕਰਨ ਵਾਸਤੇ ਜਾਂ ਡਿਮਾਂਡ ਨੂੰ ਰਿਡਿਊਸ ਕਰਨ ਵਾਸਤੇ ਹੀ ਜਿਹੜੀ RBI ਹੈ ਉਹ ਯੂਜ਼ ਕਰਦੀ ਹੈ। ਰੀਸੈਂਟਲੀ ਆਪਰੇਸ਼ਨ ਟਵਿਸਟ ਜਿਹੜਾ ਸੀ ਜਿਹਦੇ ਵਿੱਚ 10,000 ਕਰੋੜ ਦੀ ਓਪਨ ਮਾਰਕੀਟ ਆਪਰੇਸ਼ਨਸ ਕੰਡਕਟ ਕੀਤੇ ਗਏ ਸੀਗੇ। ਸੋ ਇਹ ਵੀ ਇੰਪੋਰਟੈਂਟ ਹੈ, ਨਿਊਜ਼ 'ਚ ਰਿਹਾ ਕਾਫੀ ਅਤੇ ਤੁਸੀਂ ਨੋਟ ਕਰ ਲੈਣਾ। ਅਤੇ ਦੂਸਰੀ ਗੱਲ ਇਹਦੇ ਵਿੱਚ ਵੀ ਉਸੇ ਤਰ੍ਹਾਂ ਹੁੰਦਾ ਕਿ ਜਿੱਦਾਂ ਸਿਕਿਉਰਿਟੀਜ਼ ਜਦੋਂ RBI ਸੈੱਲ ਕਰੂਗਾ ਤੇ ਬਦਲੇ 'ਚ ਪੈਸਾ ਹੀ ਮਿਲੇਗਾ ਨਾ ਉਹਨੂੰ। ਦੈਟ ਮੀਨਸ ਕਿ ਪੈਸਾ ਉਹਨੇ ਮਾਰਕੀਟ 'ਚੋਂ ਲੈ ਲਿਆ, ਸੱਕ ਕਰ ਲਿਆ ਸਾਰਾ ਦਾ ਸਾਰਾ। ਅਤੇ ਦੈਨ ਉਨ ਕੇਸ ਮਤਲਬ ਕਿ ਜਦੋਂ ਸੱਕ ਕਰ ਲਿਆ ਅਤੇ ਪੈਸਾ ਮਾਰਕੀਟ 'ਚ ਘੱਟ ਹੈ, ਬੈਂਕਾਂ ਦੇ ਕੋਲ ਵੀ ਘੱਟ ਹੈ ਨਾ, ਬੈਂਕ ਜਿਹੜੇ ਹੁਣ ਘੱਟ ਲੋਕਾਂ ਨੂੰ ਲੋਨ ਪ੍ਰੋਵਾਈਡ ਕਰਨਗੇ। ਸੋ ਇਸੇ ਤਰ੍ਹਾਂ ਦੈਨ ਔਨ ਦਾ ਕੰਟਰੇਰੀ ਕਿ ਜੇਕਰ ਬਾਏ ਕਰੇਗਾ ਮਾਰਕੀਟ ਦੇ ਵਿੱਚੋਂ ਗਵਰਨਮੈਂਟ ਸਿਕਿਉਰਿਟੀਜ਼ ਬਾਏ ਕਰੇਗਾ, ਸੋ ਉਸ ਕੇਸ ਦੇ ਵਿੱਚ ਪੈਸਾ ਫਿਰ ਸੁੱਟੇਗਾ, ਠੀਕ ਹੈ, ਬੈਂਕਸ ਦੇ ਕੋਲ ਪੈਸਾ ਆਏਗਾ, ਬੈਂਕਸ ਫਿਰ ਜ਼ਿਆਦਾ ਲੋਨਸ ਦੇਣਗੇ, ਹੈ ਨਾ, ਲੋਕਾਂ ਦੇ ਵਿੱਚ ਡਿਮਾਂਡ ਵਧੇਗੀ। ਸੋ ਇਸ ਤਰ੍ਹਾਂ ਇਹ ਕ੍ਰੈਡਿਟ ਕੰਟਰੋਲ ਜਿਹੜਾ ਚੱਲਦਾ ਆ। ਹੁਣ ਆ ਗਿਆ ਕੁਆਲੀਟੇਟਿਵ ਮੇਜਰਸ RBI ਦੇ। ਆਪਾਂ ਹੁਣ ਤੱਕ ਕੁਆਂਟੀਟੇਟਿਵ ਪੜ੍ਹ ਲਏ ਸੀਗੇ, CRR SLR ਵਗੈਰਾ ਸਾਰਾ ਕੁਛ, MSF ਲਿਕੁਇਡ ਐਡਜਸਟਮੈਂਟ ਫੈਸਿਲਿਟੀ। ਹੁਣ ਕੁਆਲੀਟੇਟਿਵ ਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਫਿਕਸਿੰਗ ਮਾਰਜਨ ਰਿਕੁਆਇਰਮੈਂਟਸ। ਇਹਦੇ ਵਿੱਚ ਫਿਕਸਿੰਗ ਮਾਰਜਨ ਦੇ ਵਿੱਚ ਕੀ ਹੁੰਦਾ ਕਿ ਮਾਰਜਨ ਫਿਕਸ ਕਰ ਦਿੰਦੇ ਆ। ਜਿੱਦਾਂ ਮੰਨ ਲਓ ਕਿ ਤੁਹਾਡਾ ਜਿੱਦਾਂ ਕੁਛ ਲੋਨ ਦਾ ਇੱਕ ਪਾਰਟ ਜਿਹੜਾ ਅਮਾਊਂਟ ਜਿਹੜਾ ਉਹ ਬੈਂਕ ਫਾਈਨਾਂਸ ਨਹੀਂ ਕਰਦਾ ਉਹਨੂੰ,
ਇਹਦਾ ਸਿੰਪਲ ਮੈਂ ਤੁਹਾਨੂੰ ਲੈਂਗੁਏਜ ਦੱਸ ਦਿੰਦੀ। ਮੰਨ ਲਓ ਤੁਹਾਡਾ 1 ਕਰੋੜ ਦਾ ਘਰ ਹੈ, ਠੀਕ ਹੈ, ਤੁਸੀਂ ਉਹਨੂੰ ਗਿਰਵੀ ਰੱਖ ਕੇ ਤੇ ਉਹਦੇ 'ਤੇ ਲੋਨ ਲਿਆ। ਹੁਣ ਤੁਹਾਡੇ ਘਰ ਦੀ ਕੀਮਤ 1 ਕਰੋੜ ਹੈ, ਪਰ RBI ਨੇ ਤੁਹਾਨੂੰ ਲੋਨ ਕਿੰਨਾ ਦਿੱਤਾ? 80 ਲੱਖ। ਸੋ 20% ਦਾ ਇਹਦੇ ਵਿੱਚ ਉਹਨੇ ਮਾਰਜਿਨ ਰੱਖ ਲਿਆ। ਸੋ ਇਨ ਕੇਸ ਜਿਹੜੀਆਂ ਕੰਡੀਸ਼ਨਸ ਨੇ ਮਾਰਕੀਟ ਦੀਆਂ ਉਹ ਸਸਟੇਨੇਬਲ ਨਹੀਂ ਹੈਗੀਆਂ, ਸੁਟੇਬਲ ਨਹੀਂ ਹੈਗੀਆਂ, ਮੰਨ ਲਓ ਕੋਵਿਡ ਦਾ ਦੌਰ ਚੱਲ ਰਿਹਾ, ਸੋ ਉਸ ਕੇਸ ਦੇ ਵਿੱਚ RBI ਕਰੇਗਾ ਇਸ ਮਾਰਜਿਨ ਨੂੰ ਵਧਾ ਦੇਗਾ। ਜਿੱਥੇ ਉਹਨੇ ਪਹਿਲਾਂ ਤੁਹਾਨੂੰ 80 ਲੱਖ ਦਿੱਤਾ ਸੀ, ਜੇ ਹੁਣ ਤੁਸੀਂ ਉਹਨੂੰ ਗਿਰਵੀ ਰੱਖ ਦਿਓ ਆਪਣੇ ਘਰ ਨੂੰ, 1 ਕਰੋੜ ਦਾ ਤੁਹਾਡੀ ਘਰ ਦੀ ਕੀਮਤ ਹੈ, ਤਾਂ ਉਹ ਤੁਹਾਨੂੰ ਮੰਨ ਲਓ 60 ਲੱਖ ਰੁਪਇਆ ਦਿੰਦਾ ਹੈ, ਯਾਨੀ ਕਿ 40% ਦਾ ਮਾਰਜਿਨ ਉਹਨੇ ਵਿੱਚ ਵਧਾ ਦਿੱਤਾ। ਹੁਣ ਇਹ 40% ਜਿਹੜਾ ਉਹਨੇ ਵਧਾਇਆ ਹੈ, ਇਹ ਤੁਹਾਨੂੰ ਦੇਣ ਦੀ ਬਜਾਏ ਇਹ ਕੀ ਕਰੂਗਾ? ਇਹ ਨੀਡੀ ਸੈਕਟਰਸ ਨੂੰ ਦਊਗਾ ਉਹ ਵਾਲਾ ਪੈਸਾ, ਠੀਕ ਹੈ। ਸੋ ਮਾਰਜਿਨ ਰਿਕੁਆਇਰਮੈਂਟਸ ਇਹੀ ਹੁੰਦੀਆਂ ਕਿ ਫਿਕਸ ਕਰਨਾ ਮਾਰਜਿਨ ਨੂੰ, ਠੀਕ ਹੈ, ਕਿ ਜਿੱਥੇ ਜ਼ਰੂਰਤ ਹੈ ਉੱਥੇ ਪੈਸਾ ਦਿੱਤਾ ਜਾਵੇ, ਨਾ ਕਿ ਉੱਥੇ ਦਿੱਤਾ ਜਾਵੇ ਜਿੱਥੇ ਜ਼ਰੂਰਤ ਹਜੇ ਨਹੀਂ ਹੈ। ਦੈਨ ਉਸ ਤੋਂ ਬਾਅਦ ਆਉਂਦਾ ਕੰਜ਼ਿਊਮਰ ਕ੍ਰੈਡਿਟ ਰੈਗੂਲੇਸ਼ਨ। ਇਹਦੇ ਵਿੱਚ ਹੈਗਾ ਕਿ ਕੰਜ਼ਿਊਮਰ ਕੌਣ ਦਾ? ਜੋ ਗੁੱਡਸ ਨੂੰ ਕੰਜ਼ਿਊਮ ਕਰਦਾ ਹੈ, ਠੀਕ ਹੈ। ਸੋ ਉਹਨਾਂ ਦੇ ਕ੍ਰੈਡਿਟ ਨੂੰ ਕਿਸ ਤਰ੍ਹਾਂ ਰੈਗੂਲੇਟ ਕਰਨਾ, ਕਿ ਜਿੱਦਾਂ ਮੰਨ ਲਓ ਇਹ ਮੇਨਲੀ ਜਿੱਦਾਂ ਹਾਇਰ ਪਰਚੇਜ਼ ਐਗਰੀਮੈਂਟਸ ਹੁੰਦਾ ਆ, ਉਸ ਕੇਸ ਦੇ ਵਿੱਚ ਹੁੰਦਾ ਕਿ ਜਿੱਦਾਂ ਮੰਨ ਲਓ ਕਿਸੇ ਨੇ ਕੋਈ ਗੱਡੀ ਲਈ, ਕਿਸੇ ਨੇ ਕੋਈ ਲੋਨ ਲਿਆ, ਸੋ ਉਹਦੇ ਵਿੱਚ ਉਹਨੂੰ ਇੱਕ ਜਿਹੜੀ ਪੇਮੈਂਟ ਐਡਵਾਂਸ ਦੇ ਵਿੱਚ ਦੇਣੀ ਪੈਂਦੀ, ਜਿਹਨੂੰ ਆਪਾਂ ਡਾਊਨ ਪੇਮੈਂਟ ਕਹਿੰਦੇ ਆ, ਉਹਨੂੰ ਫਿਕਸ ਕਰ ਦਿੱਤਾ ਜਾਂਦਾ, ਠੀਕ ਹੈ, ਉਹਨੂੰ ਵਧਾਇਆ ਘਟਾਇਆ ਨਹੀਂ ਜਾਂਦਾ। ਦੈਨ ਉਸ ਤੋਂ ਬਾਅਦ ਪਬਲਿਸਿਟੀ ਦੇ ਵਿੱਚ ਕੀ ਹੈ ਕਿ ਇਹ ਸਿਲੈਕਟਿਵ ਕੰਟਰੋਲ ਮੈਥਡ ਹੈਗਾ ਕ੍ਰੈਡਿਟ ਕੰਟਰੋਲ ਦਾ। ਇਹਦੇ ਵਿੱਚ ਕੀ ਹੈ ਕਿ RBI ਮੰਥਲੀ ਬੇਸਿਸ 'ਤੇ ਜਾਂ ਕੁਆਰਟਰਲੀ ਬੇਸਿਸ 'ਤੇ ਰਿਪੋਰਟਸ ਜਿਹੜੀਆਂ ਪਬਲਿਸ਼ ਕਰਦਾ, ਜਿਹਦੇ ਵਿੱਚ ਵਟ ਇਜ਼ ਗੁੱਡ ਫॉर ਇਕੋਨਮੀ, ਵਟ ਇਜ਼ ਬੈਡ ਫॉर ਇਕੋਨਮੀ, ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹਦੇ ਵਿੱਚ ਮੈਂਸ਼ਨ ਕਰਦਾ। ਜਿਵੇਂ ਇੱਕ ਰਿਪੋਰਟ RBI ਰਿਲੀਜ਼ ਕਰਦਾ ਫਾਈਨੈਂਸ਼ੀਅਲ ਸਟੈਬਿਲਿਟੀ ਰਿਪੋਰਟ, ਹੈ ਨਾ। ਸੋ ਇੱਦਾਂ ਦੀਆਂ ਚੀਜ਼ਾਂ ਇਹਦੇ ਵਿੱਚ ਹੁੰਦੀਆਂ ਨੇ। ਦੈਨ ਕ੍ਰੈਡਿਟ ਰੈਸ਼ਨਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ ਵਿੱਚ ਜਿਵੇਂ ਕਮਰਸ਼ੀਅਲ ਬੈਂਕਸ ਨੇ, ਉਹਨਾਂ ਦੇ ਉੱਤੇ ਲਿਮਿਟ ਲਗਾ ਦਿੱਤੀ ਜਾਂਦੀ ਹੈ ਵੀ ਤੁਸੀਂ ਇੰਨਾ ਹੀ ਕ੍ਰੈਡਿਟ ਜਿਹੜਾ ਆ ਉਹ ਸਪਲਾਈ ਕਰਨਾ ਹੈ ਲੋਕਾਂ ਨੂੰ ਜਾਂ ਫਲਾਣੀ ਇੰਡਸਟਰੀਜ਼ ਨੂੰ। ਇਸ ਤੋਂ ਵੱਧ ਮਤਲਬ ਇੱਕ ਲਿਮਿਟ ਜਿਹੜੀ ਸੈੱਟ ਕਰ ਦਿੱਤੀ ਜਾਂਦੀ ਹੈ, ਇਸ ਤੋਂ ਵੱਧ ਤੁਸੀਂ ਕ੍ਰੈਡਿਟ ਜਿਹੜਾ ਨਹੀਂ ਦੇ ਸਕਦੇ, ਤਾਂ ਕਿ ਜਿਹੜੇ ਅਨਵਾਂਟਡ ਸੈਕਟਰਸ ਹੈਗੇ ਨੇ ਉਹਨਾਂ ਨੂੰ ਜ਼ਿਆਦਾ ਪੈਸਾ ਨਾ ਜਾ ਸਕੇ। ਦੈਨ ਮੋਰਲ ਸੁਏਜਨ ਕੰਟਰੋਲ ਥਰੂ ਡਾਇਰੈਕਟ ਐਕਸ਼ਨ, ਇਹ ਲਗਭਗ ਇੱਕੋ ਜਿਹੀ ਹੈ। ਮੋਰਲ ਸੁਏਜਨ ਦੇ ਵਿੱਚ ਕੀ ਹੁੰਦਾ ਕਿ ਜਿੱਦਾਂ ਮੋਨੀਟਰੀ ਪੋਲਿਸੀ ਦੇ ਥਰੂ ਸੈਂਟਰਲ ਬੈਂਕ ਜਿਹੜਾ ਦੱਸਦਾ ਹੈ ਕਮਰਸ਼ੀਅਲ ਬੈਂਕਸ ਨੂੰ ਕਿ ਕੀ ਉਹਨਾਂ ਤੋਂ ਐਕਸਪੈਕਟੇਸ਼ਨਸ ਕੀਤੀਆਂ ਜਾ ਰਹੀਆਂ, ਕਿਸ ਤਰ੍ਹਾਂ ਉਹ ਆਪਣਾ ਕ੍ਰੈਡਿਟ ਕੰਟਰੋਲ ਕਰ ਸਕਦੇ ਆ। ਦੈਨ ਕੰਟਰੋਲ ਥਰੂ ਡਾਇਰੈਕਟਿਵਸ, ਇਹਦੇ ਵਿੱਚ ਗਾਈਡਲਾਈਨਸ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਕ੍ਰੈਡਿਟ ਕੰਟਰੋਲ ਵਾਸਤੇ ਕਮਰਸ਼ੀਅਲ ਬੈਂਕਸ ਨੂੰ ਕਿਹਾ ਜਾਂਦਾ ਹੈ। ਡਾਇਰੈਕਟ ਐਕਸ਼ਨ ਦੇ ਵਿੱਚ ਹੁੰਦਾ ਕਿ ਜਿਹੜੇ ਕਮਰਸ਼ੀਅਲ ਬੈਂਕਸ, ਜਿਵੇਂ RBI ਗਾਈਡਲਾਈਨਸ ਦਿੰਦਾ ਵੀ ਤੁਸੀਂ ਇੱਦਾਂ ਪਰਟੀਕੂਲਰ ਸੈਕਟਰ ਵਾਸਤੇ ਇੰਨੀ ਲਿਮਿਟ ਹੀ ਰੱਖਣੀ ਹੈ ਲੋਨ ਦੀ। ਜੇ ਮੰਨ ਲਓ ਕੋਈ ਬੈਂਕ ਉਹਨੂੰ ਨਹੀਂ ਫੋਲੋ ਕਰ ਰਿਹਾ ਜਾਂ ਕਿਸੇ ਵੀ ਉਹਦੀ ਪ੍ਰੋਵੀਜ਼ਨ ਨੂੰ ਫੋਲੋ ਨਹੀਂ ਕਰ ਰਿਹਾ, ਡਾਇਰੈਕਟਿਵਸ ਨੂੰ ਫੋਲੋ ਨਹੀਂ ਕਰ ਰਿਹਾ, ਤੇ ਪੀਨਲ ਐਕਸ਼ਨ ਲਿਆ ਜਾਂਦਾ, ਉਹਨਾਂ ਦੇ ਉੱਤੇ ਫਾਈਨ ਜਿਹੜਾ ਇੰਪੋਜ਼ ਕੀਤਾ ਜਾਂਦਾ। ਹੁਣ ਆਉਂਦਾ ਮੋਨੀਟਰੀ ਪੋਲਿਸੀ ਐਗਰੀਮੈਂਟ। ਇਹ 2015 ਦੇ ਵਿੱਚ RBI ਤੇ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਸਾਈਨ ਹੋਇਆ ਸੀਗਾ ਔਨ ਦਾ ਰਿਕਮੈਂਡੇਸ਼ਨਸ ਆਫ ਉਸ ਟਾਈਮ ਜੋ ਡਿਪਟੀ ਗਵਰਨਰ ਸੀ ਉਰਜਿਤ ਪਟੇਲ। ਇਸ ਵੇਲੇ ਡਿਪਟੀ ਗਵਰਨਰ ਨੇ RBI ਦੇ T ਰਵੀ ਸ਼ੰਕਰ, ਰਾਈਟ। ਸੋ ਉਸ ਵੇਲੇ ਉਰਜਿਤ ਪਟੇਲ ਸੀਗੇ ਔਰ ਉਹਨਾਂ ਦੀ ਰਿਕਮੈਂਡੇਸ਼ਨਸ ਦੇ ਉੱਤੇ ਜਿਹੜਾ ਮੋਨੀਟਰੀ ਪੋਲਿਸੀ ਫਰੇਮਵਰਕ ਐਗਰੀਮੈਂਟ ਸੀਗਾ ਸਾਈਨ ਹੋਇਆ ਗਵਰਨਮੈਂਟ ਆਫ ਇੰਡੀਆ ਐਂਡ RBI। ਇਹਦੇ ਵਿੱਚ ਮੇਨਲੀ ਗੱਲ ਕੀਤੀ ਗਈ ਪ੍ਰਾਈਸ ਸਟੇਬਿਲਿਟੀ ਦੀ, ਵਾਈਲ ਕੀਪਿੰਗ ਇਨ ਮਾਈਂਡ ਦਾ ਆਬਜੈਕਟਿਵ ਆਫ ਗਰੋਥ। ਬਟ ਇਹਦੇ ਵਿੱਚ ਮੇਨ ਜਿਹੜਾ ਹੈਗਾ ਇਨਫਲੇਸ਼ਨ ਨੂੰ ਕੰਟਰੋਲ ਕਰਨ ਦਾ ਸੀਗਾ ਕਿ ਇਨਫਲੇਸ਼ਨ ਰੇਟ ਆਫ ਇਨਫਲੇਸ਼ਨ ਆ ਉਹਨੂੰ ਆਪਾਂ ਇੱਕ ਬੈਂਡ ਦੇ ਵਿੱਚ ਰੱਖਣਾ ਵੀ ਇਸ ਤੋਂ ਵਧਣੀ ਨਹੀਂ ਚਾਹੀਦੀ, ਇਸ ਤੋਂ ਘਟਣੀ ਨਹੀਂ ਚਾਹੀਦੀ। ਇਹਦੇ ਵਿੱਚ ਇਹਨਾਂ ਨੇ ਸੈੱਟ ਕੀਤਾ ਕਿ ਜਨਵਰੀ 2016 ਤੱਕ 6% ਤੋਂ ਘੱਟ ਇਹਨੂੰ ਲੈ ਕੇ ਆਉਣਾ ਆ। ਦੈਨ ਉਸ ਤੋਂ ਬਾਅਦ 2016-17 ਤੱਕ ਆਪਾਂ ਇਹਨੂੰ 4% ਤੇ +-2 ਯਾਨੀ ਕਿ 4 ਤੋਂ 6 ਵੀ ਹੋ ਸਕਦੀ ਆ, 4 ਤੋਂ 2 ਵੀ ਹੋ ਸਕਦੀ ਆ, ਵੱਧ ਵੀ ਸਕਦੀ ਹੈ, ਘੱਟ ਵੀ ਸਕਦੀ ਹੈ। ਤੇ ਅਗਲੇ ਜਿੰਨੇ ਵੀ ਸਾਲ ਆਉਣਗੇ ਇਸੇ ਹੀ ਬੈਂਡ ਦੇ ਵਿੱਚ ਜਿਹੜਾ ਆ, ਇਸੇ ਬੈਂਡ ਰੇਂਜ ਦੇ ਵਿੱਚ ਇਨਫਲੇਸ਼ਨ ਰੇਟ ਰੱਖਣਾ ਆ। ਹੁਣ ਇਹਦੇ ਵਿੱਚ ਸੈਂਟਰਲ ਬੈਂਕ ਜਿਹੜਾ ਉਹਨੂੰ ਮੰਨਿਆ ਜਾਊਗਾ ਕਿ ਉਹ ਆਪਣਾ ਟਾਰਗੇਟ ਮਿਸ ਕਰ ਗਿਆ ਜੇਕਰ ਇਨਫਲੇਸ਼ਨ ਜਿਹੜੀ ਆ ਉਹ 6% ਤੋਂ ਜਾਂ ਤੇ ਮਤਲਬ ਵੱਧ ਜਾਂਦੀ ਹੈ ਤੇ ਜਾਂ 2% ਤੋਂ ਘੱਟ ਜਾਂਦੀ ਹੈ। ਮਤਲਬ 6 ਤੋਂ ਮੰਨ ਲਓ 7 ਹੋ ਗਿਆ, 8 ਹੋ ਗਿਆ ਤੇ 2 ਤੋਂ ਮੰਨ ਲਓ ਹੋਰ 2 ਹੋ ਗਿਆ, 2 ਤੋਂ ਘੱਟ ਹੋ ਗਈ। ਸੋ ਉਸ ਕੇਸ ਦੇ ਵਿੱਚ ਮੰਨਿਆ ਜਾਊਗਾ ਕਿ RBI ਨੇ ਆਪਣਾ ਟਾਰਗੇਟ ਮਿਸ ਕਰ ਦਿੱਤਾ। ਬਟ ਇੱਕ ਕਿੰਨੇ ਚਿਰ ਵਾਸਤੇ? ਜੇਕਰ 3 ਕੰਜ਼ੈਕਟਿਵ ਕੁਆਰਟਰਸ ਵਾਸਤੇ, 3 ਲਗਾਤਾਰ, ਇੱਕ ਕੁਆਰਟਰ ਜਿਹੜਾ 3 ਮਹੀਨੇ ਦਾ ਹੁੰਦਾ, ਰਾਈਟ। ਸੋ 3 ਮਤਲਬ 3 3 6 3 9 ਮਹੀਨੇ ਲਗਾਤਾਰ ਅਗਰ ਆਪਣਾ ਟਾਰਗੇਟ ਮਿਸ ਕਰ ਦਿੰਦਾ ਹੈ, ਸੋ ਉਸ ਕੇਸ ਦੇ ਵਿੱਚ ਉਹ ਕੀ ਕਰੇਗਾ, ਉਹ ਗਵਰਨਮੈਂਟ ਆਫ ਇੰਡੀਆ ਨੂੰ ਇਨ ਰਿਟਨ ਦੇ ਵਿੱਚ ਮਤਲਬ ਦੱਸੇਗਾ ਕਿ ਕਿਹੜੇ ਰੀਜ਼ਨਸ ਦੇ ਕਰਕੇ ਉਹ ਨਹੀਂ ਕੰਟਰੋਲ ਕਰ ਪਾਇਆ ਇਨਫਲੇਸ਼ਨ ਨੂੰ, ਐਂਡ ਉਸ ਦੇ ਨਾਲ ਕੀ ਉਹਦੇ ਰੈਮੇਡੀਅਲ ਮੇਜਰਸ ਹੋ ਸਕਦੇ, ਕਿਹੜੀਆਂ ਚੀਜ਼ਾਂ ਅਡੋਪਟ ਕਰੇ ਗਵਰਨਮੈਂਟ ਕਰੇ ਜਾਂ RBI ਕਰੇ ਕਿ ਇਹ ਚੀਜ਼ ਨੂੰ ਆਪਾਂ ਜਿਹੜਾ ਆ ਵਾਪਸ ਉਹੀ 4% ਵਿਦ +-2 ਵਾਲੇ ਬੈਂਡ ਦੇ ਵਿੱਚ ਵਾਪਸ ਲੈ ਕੇ ਆ ਸਕੀਏ, ਰਾਈਟ। ਸੋ ਮੋਨੀਟਰੀ ਪੋਲਿਸੀ ਕਮੇਟੀ ਨੇ ਐਗਜ਼ਿਸਟਿੰਗ ਜਿਹੜਾ ਸਿਸਟਮ ਸੀ ਜਿਹਦੇ ਵਿੱਚ RBI ਗਵਰਨਰ ਤੇ ਉਹਨਾਂ ਦੀ ਆਪਣੀ ਇੰਟਰਨਲ ਟੀਮ ਜਿਹੜੀ ਆ ਮੋਨੀਟਰੀ ਪੋਲਿਸੀ ਰਿਲੇਟਡ ਡਿਸੀਜਨ ਲੈਂਦੇ ਸੀ, ਉਹਨੂੰ ਰਿਪਲੇਸ ਕੀਤਾ। ਸੋ ਇਹ ਕਮੇਟੀ ਦੇ ਵਿੱਚ 6 ਮੈਂਬਰਸ ਹੋਣਗੇ, ਜਿਹਦੇ ਵਿੱਚ 3 RBI ਦੇ ਤੇ 3 ਗਵਰਨਮੈਂਟ ਦੇ ਹੋਣਗੇ।
ਜਿਹੜੇ ਆਰਬੀਆਈ ਦੇ ਹੋਣਗੇ ਉਹਦੇ ਵਿੱਚ ਆਰਬੀਆਈ ਦੇ ਜਿਹੜੇ ਗਵਰਨਰ ਨੇ, ਜਿਵੇਂ ਇਸ ਵੇਲੇ ਐਟ ਪ੍ਰੈਜ਼ੈਂਟ ਸ਼ਕਤੀਕਾਂਤ ਦਾਸ ਨੇ, ਤੇ ਉਹੀ ਇਹਨੂੰ ਲੀਡ ਕਰਨਗੇ, ਰਾਈਟ। ਐਂਡ ਓਵਰਆਲ ਵੀ ਜਿਹੜੇ ਐਮਪੀਸੀ ਦੇ ਹੈੱਡ ਹੋਣਗੇ ਉਹ ਗਵਰਨਰ ਆਫ ਆਰਬੀਆਈ ਹੀ ਹੋਣਗੇ। ਬਾਕੀ ਇਹਦੇ ਵਿੱਚ ਡਿਪਟੀ ਗਵਰਨਰ ਹੋਣਗੇ ਜਿਹੜੇ ਕਿ ਇੰਚਾਰਜ ਹੋਣਗੇ ਮੋਨੀਟਰੀ ਪੋਲਿਸੀ ਦੇ, ਤੇ ਇੱਕ ਓਫੀਸ਼ੀਅਲ ਜਿਹੜਾ ਕਿ ਨੋਮੀਨੇਟ ਹੋਏਗਾ ਬਾਈ ਦੀ ਸੈਂਟਰਲ ਬੈਂਕ ਉਹ ਹੋਏਗਾ। ਬਾਕੀ 3 ਮੈਂਬਰਸ ਜਿਹੜੇ ਆ ਉਹ ਸਿਲੈਕਟ ਹੋਣਗੇ ਜੋ ਗਵਰਨਮੈਂਟ ਦੇ ਹੋਣਗੇ ਔਨ ਦਾ ਬੇਸਿਸ ਆਫ ਸਰਚ ਕਮ ਸਿਲੈਕਸ਼ਨ ਕਮੇਟੀ ਵਿਚ ਵਿਲ ਬੀ ਹੈਡਡ ਬਾਈ ਕੈਬਨਿਟ ਸੈਕਟਰੀ, ਜਿਹੜੇ ਗਵਰਨਮੈਂਟ ਦੀ ਸਾਈਡ ਤੋਂ 3 ਹੋਣਗੇ, ਰਾਈਟ। ਸੋ ਉਹਦੇ ਵਿੱਚ ਕੈਬਨਿਟ ਸੈਕਟਰੀ ਉਸ ਕਮੇਟੀ ਨੂੰ ਹੈਡ ਕਰੇਗਾ, ਤੇ ਉਸ ਤੋਂ ਇਲਾਵਾ ਸੈਕਟਰੀ ਹੋਏਗਾ ਆਫ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ, ਤੇ ਦੇ ਨਾਲ 3 ਐਕਸਪਰਟਸ ਹੋਣਗੇ ਇਨ ਦਾ ਫੀਲਡ ਆਫ ਇਕਨੋਮਿਕਸ ਔਰ ਬੈਂਕਿੰਗ ਐਜ਼ ਨੋਮੀਨੇਟਡ ਬਾਈ ਦੀ ਸੈਂਟਰਲ ਗਵਰਨਮੈਂਟ। ਵੈਸੇ ਇਹਦੇ 'ਤੇ ਮੈਂ ਇੱਕ ਜਿਹੜਾ ਸ਼ਾਰਟ ਹੈ ਉਹ ਬਣਾਇਆ ਹੋਇਆ ਸੀਗਾ, ਸ਼ਾਰਟ ਵੀਡੀਓ ਦੇਖ ਲਓ ਤਾਂ ਬੈਟਰ ਹੈ। ਸੋ ਮੈਂਬਰਸ ਜਿਹੜੇ ਐਮਪੀਸੀ ਦੇ ਆ ਉਹਨਾਂ ਦਾ ਜਿਹੜਾ 4 ਈਅਰ ਦਾ ਟੈਨੋਰ ਹੋਊਗਾ ਐਂਡ ਰੀਅਪੁਆਇੰਟਮੈਂਟ ਨਹੀਂ ਹੋ ਸਕਦੀ ਉਹਨਾਂ ਦੀ, ਠੀਕ ਹੈ। and the idea to set up monetary policy committee was mooted by RBI appointed committee led by Deputy Governor Urjit Patel in 2014। करंट मैंबर्स ਜਿਹੜੇ ਆ ਉਹ ਹੈ ਆ, ਔਰ ਡਿਪਟੀ ਗਵਰਨਰ ਆਰਬੀਆਈ ਦੇ ਇਸ ਵੇਲੇ ਹੈਗੇ ਟੀ ਰਵੀ ਸ਼ੰਕਰ, ਗਵਰਨਰ ਸ਼ਕਤੀਕਾਂਤ ਦਾਸ, ਇਸ ਤੋਂ ਇਲਾਵਾ ਡਾਕਟਰ ਮਾਈਕਲ ਪਾਤਰਾ, ਡਾਕਟਰ ਸ਼ਸ਼ਾਂਕ ਭਿੜੇ, ਮ੍ਰਿਦੁਲ ਕੇ ਸਾਗਰ, ਡਾਕਟਰ ਆਸ਼ਿਮਾ ਗੋਇਲ ਤੇ ਪ੍ਰੋਫੈਸਰ ਜਯੰਤ ਆਰ ਵਰਮਾ ਜਿਹੜੇ ਆ ਕਰੰਟ ਮੈਂਬਰਸ ਨੇ ਐਮਪੀਸੀ ਦੇ। ਐਂਡ ਦੈਟ ਵਾਜ਼ ਆਲ ਫॉर टुडे। थैंक यू।